ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ SMC ਗੁਰਮਤ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਾਰਿਆਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਹਾਜ਼ਰ ਹਨ, ਜੋ ਹਰ ਮੰਗਲਵਾਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਭਗਤ ਕਬੀਰ ਜੀ ਦੀ ਬਾਣੀ ਆਰੰਭ ਕੀਤੀ ਸੀ। ਵਾਰ 7 ਦਿਨਾਂ ਦਾ ਸਿਰਲੇਖ ਅਸੀਂ ਪੜ੍ਹਿਆ ਸੀ। ਉਸ ਸਿਰਲੇਖ ਤੋਂ ਬਾਅਦ ਗਿਆਨੀ ਜੀ ਨੇ ਸਾਡੇ ਨਾਲ ਵਾਰਾਂ ਦੇ ਨਾਲ ਚੱਲ ਰਹੀਆਂ ਕੁਝ ਰਸਮੋ ਰਿਵਾਇਤਾਂ, ਕੁਝ ਭਰਮ ਵਹਿਮ, ਕੁਝ ਪਖੰਡ, ਇਕੱਲੇ ਵਾਰ ਦੇ ਨਾਲ ਉਹ ਸਾਡੇ ਨਾਲ ਜ਼ਿਕਰ ਕੀਤਾ ਸੀ। ਮੰਗਲਵਾਰ ਦੇ ਨਾਲ ਕੀ ਪ੍ਰੋਬਲਮ ਹੈ, ਸੋਮਵਾਰ ਦੇ ਨਾਲ ਕੀ ਚੰਬੜਿਆ ਹੋਇਆ, ਕਿਹੜਾ ਗ੍ਰਹਿ ਚੰਬੜਿਆ, ਸ਼ਨੀਚਰਵਾਰ ਨੂੰ ਕਿਹੜਾ ਗ੍ਰਹਿ ਚੰਬੜ ਗਿਆ, ਇਹ ਸਾਰੀਆਂ ਚੀਜ਼ਾਂ ਗਿਆਨੀ ਜੀ ਸਾਡੇ ਨਾਲ ਵਿਚਾਰਾਂ ਕਰਦਿਆਂ ਦੱਸੀਆਂ ਸੀ। ਕੁਝ ਸਵਾਲ ਆਏ ਸਨ ਪਿਛਲੇ ਹਫ਼ਤੇ, ਜਿਨ੍ਹਾਂ ਦੇ ਕੋਈ ਜਵਾਬ ਅਸੀਂ ਦੇ ਦਿੱਤੇ, ਪਰ ਸਮਾਂ ਕਿਉਂਕਿ ਹੋ ਗਿਆ ਸੀ ਤੇ ਅਸੀਂ ਉੱਪਰ ਕਰ ਦਿੱਤਾ ਕਿ ਅਗਲੇ ਹਫ਼ਤੇ ਅਸੀਂ ਜੋ ਸਵਾਲ ਹਨ ਉਹਨਾਂ ਦੇ ਜਵਾਬ ਦੇਵਾਂਗੇ। ਅੱਜ ਸਾਡੇ ਨਾਲ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਹਾਜ਼ਰ ਹਨ ਤੇ ਅਸੀਂ ਅੱਜ ਇਹ ਵਿਸ਼ਾ ਜਿਹੜਾ ਹੈ ਸਵਾਲ ਜਵਾਬ ਦਾ ਉਹ ਸ਼ੁਰੂ ਕਰਾਂਗੇ। ਗਿਆਨੀ ਜੀ ਨੂੰ ਬੇਨਤੀ ਕਰਾਂਗਾ ਕਿ ਕੁਝ ਸੰਖੇਪ ਜੀ ਜਾਣਕਾਰੀ 5-7 ਮਿੰਟ ਦੀ ਪਹਿਲਾਂ ਬਾਣੀ ਬਾਰੇ ਸਾਂਝੀ ਸਾਡੇ ਨਾਲ ਕਰ ਲੈਣ। ਉਸ ਤੋਂ ਬਾਅਦ ਜੋ ਸਵਾਲ ਆਉਣਗੇ ਉਹਨਾਂ ਤੋਂ ਅਸੀਂ ਜਵਾਬ ਜਿਹੜੇ ਹੈ ਆਪ ਜੀ ਵੱਲੋਂ ਦਿੱਤੇ ਜਾਣਗੇ। ਤਾਂ ਮੈਂ ਬੇਨਤੀ ਕਰ ਰਿਹਾ ਹਾਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਕਿ ਅੱਜ ਦਾ ਉਹ ਵਿਚਾਰ ਆਰੰਭ ਕਰਨ। ਗਿਆਨੀ ਅੰਮ੍ਰਿਤਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਇਸ ਕਲਾਸ ਨਾਲ ਜੁੜੀ ਹੋਈ ਸਮੂਹ ਸਾਧ ਸੰਗਤ ਨੂੰ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿਛਲੇ ਦਿਨੀ ਐਸਟਰੋਨੋਮੀ ਤੇ ਐਸਟਰੋਲੋਜੀ, ਜਿਹਨੂੰ ਅਸੀਂ ਫਲਿਤ ਸ਼ਾਸਤਰ ਜਾਂ ਇਹਦੇ ਨਾਲ ਹੀ ਖਗੋਲ ਸ਼ਾਸਤਰ, ਜਿਹਨੂੰ ਆਮ ਤੌਰ ਤੇ ਫਲਿਤ ਨੂੰ ਵਿਗਿਆਨ ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਜੋ ਕਿ ਝੂਠ ਦੇ ਬੇਸ ਤੇ ਖੜਾ ਹੈ, ਜਿਹਨੂੰ ਅਸੀਂ ਜੋਤਿਸ਼ ਵੀ ਕਹਿ ਦਿੰਦੇ ਹਾਂ। ਜੋਤਿਸ਼ ਮੈਨੇ ਐਸਟਰੋਲੋਜੀ ਅਤੇ ਖਗੋਲ ਵਿਗਿਆਨ ਮੈਨੇ ਐਸਟਰੋਨੋਮੀ, ਇਹ ਦੋ ਚੀਜ਼ਾਂ ਦੀ ਅਸੀਂ ਵਿਚਾਰ ਕੀਤੀ ਸੀ। ਤੇ ਇਹਨਾਂ ਦੋ ਚੀਜ਼ਾਂ ਦੀ ਵਿਚਾਰ ਦੇ ਵਿੱਚ ਅਸੀਂ ਬਹੁਤ ਕੁਝ ਦੇਖਿਆ ਸੀ ਕਿ ਸਾਰਾ ਕੁਝ ਇਹ ਗੁਰਮਤ ਦੇ ਉਲਟ ਸਾਨੂੰ ਨਜ਼ਰ ਆ ਰਿਹਾ ਹੈਗਾ, ਕਿਉਂਕਿ ਗੁਰਬਾਣੀ ਜਿਹੜੀ ਹੈ ਇਹਨਾਂ ਚੀਜ਼ਾਂ ਨੂੰ ਖੰਡਨ ਕਰਦੀ ਹੈਗੀ ਹੈ। ਔਰ ਇਹ ਸਾਰਾ ਕੁਝ ਜਿਹੜਾ ਹੈ ਉਹ ਝੂਠ ਦੇ ਬੇਸ ਤੇ ਅਸੀਂ ਦੇਖਿਆ ਸੀ। ਮੈਂ ਬਿਲਕੁਲ ਬੇਸਿਕ ਜੇ ਤਰੀਕੇ ਦੇ ਨਾਲ ਜੇ ਦੱਸਣਾ ਚਾਹਾਂ ਤੇ ਇਹਨੂੰ ਅਸੀਂ ਇਸ ਤਰ੍ਹਾਂ ਸਮਝ ਸਕਦੇ ਹੈਗੇ ਹਾਂ। ਉਦਾਹਰਨ ਦੇ ਤੌਰ ਤੇ ਜੋਤਿਸ਼ ਵਿੱਚ ਤੇ ਸਾਇੰਸ ਦੇ ਵਿੱਚ, ਤਾਰਾ ਵਿਗਿਆਨ ਦੇ ਵਿੱਚ ਕੀ ਫਰਕ ਹੈਗਾ? ਜੋਤਿਸ਼ ਝੂਠ ਦੇ ਬੇਸ ਤੇ ਖੜਾ ਹੈਗਾ। ਐਸਟਰੋਲੋਜੀ, ਜੋਤਿਸ਼ ਇਹ ਕਹਿੰਦਾ ਹੈ ਕਿ ਧਰਤੀ ਚੌਰਸ ਹੈ, ਪਰ ਜਿਹੜਾ ਤਾਰਾ ਵਿਗਿਆਨ ਹੈਗਾ ਐਸਟਰੋਨੋਮੀ, ਉਹ ਆਖਦੀ ਵੀ ਧਰਤੀ ਗੋਲ ਹੈ। ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ। ਜੋਤਿਸ਼ ਇਸ ਝੂਠ ਦੇ ਉੱਪਰ ਖੜਾ ਹੈ ਕਿ ਧਰਤੀ ਜਿਹੜੀ ਸਥਿਰ ਹੈ, ਟਿਕੀ ਹੋਈ ਹੈ, ਹਿਲਦੀ ਨਹੀਂ ਹੈ, ਪਰ ਸਾਇੰਟਿਸਟ ਕਹਿ ਰਹੇ ਨੇ ਕਿ ਧਰਤੀ ਘੁੰਮ ਰਹੀ ਹੈ। ਜੋਤਿਸ਼ ਕਹਿੰਦੇ ਨੇ ਕਿ ਧਰਤੀ ਜਿਹੜੀ ਹੈ ਉਹ ਇੱਕ ਗ੍ਰਹਿ, ਜਿਹੜੇ 9 ਗ੍ਰਹਿ ਨੇ ਉਹ ਧਰਤੀ ਦੇ ਦੁਆਲੇ ਚੱਕਰ ਲਗਾ ਰਹੇ ਨੇ। ਔਰ ਸਾਇੰਟਿਸਟ ਇਹ ਗੱਲ ਕਹਿ ਰਹੇ ਨੇ ਕਿ ਸਿਰਫ ਚੰਦਰਮਾ ਜਿਹੜਾ ਉਪਗ੍ਰਹਿ ਹੈਗਾ ਉਹ ਧਰਤੀ ਦੁਆਲੇ ਚੱਕਰ ਲਗਾ ਰਿਹਾ ਹੈ। ਜੋਤਸ਼ੀ ਇਹ ਗੱਲ ਕਹਿੰਦੇ ਨੇ ਕਿ ਸੂਰਜ ਜਿਹੜਾ ਉਹ ਧਰਤੀ ਦੇ ਨੇੜੇ ਹੈ, ਪਰ ਸਾਇੰਟਿਸਟ ਇਹ ਗੱਲ ਕਹਿ ਰਹੇ ਨੇ ਕਿ ਸੂਰਜ ਜਿਹੜਾ ਉਹ ਧਰਤੀ ਤੋਂ ਦੂਰ ਹੈ। ਜਿਹੜੇ ਫਲਿਤ ਸ਼ਾਸਤਰ ਵਾਲੇ ਨੇ, ਜੋਤਿਸ਼ ਵਿਗਿਆਨ ਵਾਲੇ, ਆਪਣੇ ਆਪ ਨੂੰ ਵਿਗਿਆਨ ਕਹਿਣ ਵਾਲੇ, ਉਹ ਕਹਿੰਦੇ ਨੇ ਕਿ ਚੰਦਰਮਾ ਧਰਤੀ ਤੋਂ ਦੂਰ ਹੈ, ਪਰ ਐਸਟਰੋਨੋਮੀ ਵਾਲੇ ਕਹਿ ਰਹੇ ਨੇ ਕਿ ਚੰਦਰਮਾ ਧਰਤੀ ਦੇ ਨੇੜੇ ਹੈ। ਜੋਤਸ਼ੀ ਕਹਿੰਦੇ ਨੇ ਕਿ ਸੂਰਜ ਗ੍ਰਹਿ ਹੈ, ਪਰ ਸਾਇੰਟਿਸਟ ਕਹਿੰਦੇ ਨੇ ਸੂਰਜ ਇੱਕ ਤਾਰਾ ਹੈ, ਉਹ ਗ੍ਰਹਿ ਨਹੀਂ ਹੈ। ਜੋਤਸ਼ੀ ਕਹਿੰਦੇ ਨੇ ਕਿ ਚੰਦਰਮਾ ਗ੍ਰਹਿ ਹੈ, ਐਸਟਰੋਨੋਮੀ ਵਾਲੇ ਆਖਦੇ ਨੇ ਕਿ ਚੰਦਰਮਾ ਇੱਕ ਉਪਗ੍ਰਹਿ ਹੈ।
ज्योतिषी कहते हैं कि राहु ते केतु ग्रह ने, जो एस्ट्रोनॉमी वाले कहते हैं कितने ने दिखाओ, वो फिर आखते ने साडी इमेजिनेशन है, कल्पना है, साडी है नहीं है, झूठे ने ये। वो कहते ने ज्योतिषी वाले शनि साडा दुश्मन है, एस्ट्रोनॉमी वाले आखते ने साडा मित्र ग्रह है। और यही नहीं, बार बार ज्योतिष ने साइंस की नकल भी मारी, क्योंकि इन्होंने उपग्रह भी ग्रह कह दिता, तारे भी ग्रह कह दिता, और होर बड़ा कुछ काल्पनिक ग्रह भी पैदा किए। पर जो 1781 साल के जो साइंटिस्टां ने यूरेनस की खोज की, उदो हैरान रह गए भी ये कित्थों आ गया नवा। फिर उन्होंने 1846 में नैपच्यून की खोज की, वो फिर हैरान रह गए भी ये हुण होर एक नवा ग्रह आ गया, ये कित्थों आ गया। फिर उन्होंने एक प्लूटो भी ग्रह किया भी प्लूटो भी ग्रह है। बाद में फिर हैरान हुए, अपनी किताबों प्लूटो लिखन लग गए। हुण पिछे जी उन्होंने कह दिता कि प्लूटो ग्रह नहीं है। 1930 में प्लूटो नूं ग्रह किया सी, ते 2005 दे विच उन्होंने प्लूटो तो ग्रह का दर्जा खो लिया कि ये आकाशी पिंडां की लड़ी है बस एक। हुण अपनियां ज्योतिष दी किताबां विचों कटदे पए ने अजकल, ते हो सकदा आउण वाले दिनां च होर भी ग्रह लभ जाण। मतलब झूठ के बेस ते ज्योतिष खड़ा है, जिहदी असीं विचार कीती सी, ते इहदा एडा वड्डा झूठ कि जदों किसी दी कुंडली बनांदे ने उदों कहंदे ने कि इस टाइम ते इन्ने वज के इन्ने मिनट इन्ने सैकंड ते शनि फलाने घर विच है, मंगल फलाने घर विच है, बृहस्पति फलाने घर विच है, और उन्हां दा झूठ साबित हुंदा है। क्योंकि जिस टाइम ते वो कह रहे ने कि शनि तीजे घर विच है, पर शनि इन्नी दूर है साडी धरती तो, उहदी रोशनी धरती ते पहुंचदियां ही कई घंटे लग जांदे ने, ते उत्ते कई घंटे पहला घर बदल ही गया, तीजे दी थां ते हो सकदा 10वें च भी पहुंच गया होवे। ज्योतिष इत्थे आके झूठ साबित हो जाता है। दूजा, जे ग्रहां दा असर मनुख दे उपर पैदा होवे, ते जिस ग्रह दा भी असर मनुख ते पएगा, वो केवल एक मनुख ते नहीं पएगा कि मानो शनि ग्रह मेरे ते हावी है, ते सिर्फ मेरे ते हावी नहीं होएगा। जे शनि ग्रह दा प्रभाव धरती तक पहुंचेगा, ते सारे ही धरती दे मनुखां ते बराबर असर पाएगा, जिहदी कि अजे संभावना नहीं भी ਉਹਦਾ असर साडे तक पहुंचे, वो बहुत दूर है साडे तो। बहुत चीज़ां ਜਿਹੜੀਆਂ ਝੂਠੀਆਂ ਸਾਬਤ ਹੋਈਆਂ, ਇਹਦੇ ਨਾਲ ਕੁੰਡਲੀਆਂ ਵੀ ਝੂਠੀਆਂ ਸਾਬਤ ਹੋ ਗਈਆਂ। ਰਹੀ ਗੱਲ ਰਾਸ਼ੀਆਂ ਦੀ, 12 ਰਾਸ਼ੀਆਂ ਨੇ, ਵੈਸੇ ਤੇ ਤਕਰੀਬਨ 7 अरब ਤੋਂ ਉੱਪਰ ਆਬਾਦੀ ਹੈ, ਪਰ ਜੇ 6 अरब ਆਬਾਦੀ ਮੰਨ ਕੇ ਚੱਲੀਏ ਤੇ 50 ਕਰੋੜ ਦੇ ਹਿੱਸੇ ਇੱਕ ਰਾਸ਼ੀ ਹੁੰਦੀ ਹੈ। ਤੇ ਜੇ 50 ਕਰੋੜ ਦੇ ਹਿੱਸੇ ਇੱਕ ਰਾਸ਼ੀ ਹੈ, ਇਹਦਾ ਮਤਲਬ ਜਿਹੜਾ ਅਸੀਂ ਰਾਸ਼ੀਫਲ ਦੇਖਦੇ ਹਾਂ, ਉਹ ਰਾਸ਼ੀਫਲ 50 ਕਰੋੜ ਦੇ ਹਿੱਸੇ ਹੈ। ਉਹ ਉਦਾਹਰਨ ਦੇ ਤੌਰ ਤੇ ਮੰਨ ਲਓ ਜਿਵੇਂ ਮੇਖ ਰਾਸ਼ੀ, ਉਹਦੇ ਚ ਲਿਖਿਆ ਹੋਇਆ ਹੈ ਅੱਜ ਨੌਕਰੀ ਮਿਲੇਗੀ, ਤੇ ਅੱਜ ਫਿਰ 50 ਕਰੋੜ ਲੋਕਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਜੇ ਬ੍ਰਿਖ ਰਾਸ਼ੀ ਚ ਲਿਖਿਆ ਵੀ ਵਿਆਹ ਹੋਏਗਾ, ਵਿਆਹ ਦਾ ਲਗਨ ਹੈ, ਫਿਰ 50 ਕਰੋੜ ਲੋਕਾਂ ਦਾ ਵਿਆਹ ਹੋਣਾ ਚਾਹੀਦਾ ਇੱਕ ਦਿਨ। ਜੇ ਲਿਖਿਆ ਹੈ ਕਿ ਕੁੰਭ ਰਾਸ਼ੀ ਦਾ ਐਕਸੀਡੈਂਟ ਹੋਏਗਾ, ਫਿਰ 50 ਕਰੋੜ ਲੋਕਾਂ ਦਾ ਹੋਣਾ ਚਾਹੀਦਾ। ਆ ਜਿੰਨੇ ਜੋਤਸ਼ੀਆਂ ਦੇ ਤੇ ਰਾਸ਼ੀਆਂ ਦੇ ਗ੍ਰੰਥ ਨੇ, ਜੋਤਿਸ਼ ਦੇ ਗ੍ਰੰਥ ਨੇ, ਇਹਨਾਂ ਸਾਰਿਆਂ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇੱਕ ਤੁਕ ਨੇ ਪਾਣੀ ਫੇਰ ਕੇ ਰੱਖਤਾ, ਸਿਰਫ ਇੱਕ ਤੁਕ। ਉਹ ਤੁਕ ਪਤਾ ਕਿਹੜੀ ਹੈ? ਰਾਸ਼ੀਆਂ ਕਹਿੰਦੀਆਂ ਨੇ ਵੀ ਆ 50 ਕਰੋੜ ਲੋਕਾਂ ਦਾ ਇੱਕੋ ਜਿਹਾ ਸੁਭਾਅ, ਕਾਰੋਬਾਰ, ਇੱਕੋ ਜਿਹਾ ਦਿਨ ਦਾ ਵਿਹਾਰ, ਸਾਰਾ ਕੁਛ ਹੈ। ਪਰ ਗੁਰਬਾਣੀ ਕਹਿੰਦੀ ਹੈ ਕਿ ਇੱਕ ਵਰਗਾ ਦੂਜਾ ਹੈ ਹੀ ਨਹੀਂ। हर आदमी यूनीक है, अद्वितीय है, एक वर्गे का दूजा है ही नहीं है। हत्थां दे निशान वखरे, जीभ दे वखरे, हार्ट दे वखरे, इथों तक के चेहरा मोहरा वखरा। चेहरा मैच करेगा तो सुभाव नहीं मिलेगा, सुभाव मैच करेगा तो आवाज नहीं मिलेगी, आवाज रलेगी तो सोच नहीं मिलेगी। इत्थे ते प्रभु ने जेड़ा भी मनुख बनाया नवा ही बनाया है, एक वर्गा दूजा बनाया ही नहीं। फिर एक राशि 50 करोड़ लोकां दा सुभाव एक किवें कर देगी? गुरबाणी की एक तुक ने इन्हां राशि फलां जोशियां दे उपर पानी फेर के रख दिता। मेरे प्रभ साचे एक खेल रचाया, कोई ना किसी ही जिहा उपाया। मेरे प्रभु ने ऐसा खेल रचाया कि कोई एक वर्गा दूजा उन्हें बनाया ही नहीं। इदां ही चाइना दा फेंग सुई ते वास्तु शास्त्र, जिहदे विच उन्हां ने कह दिता कि जे सज्जे पासे दरखत है ते बीमारियां घर विच आ जाणगीआं, खब्बे पासे दरखत है घर च सुख आ जाएंगे। इदां दी बहुत सारी चीज़ां दित्तियां उन्होंने। जे तुहाडे घर दा मूँह दक्षिण दिशा दे विच है ते फलाना बड़ी जिंदगी च दुख आ जाएगा। जे सज्जे पासे है उत्तर दिशा दे विच ते सुख आ जाएगा। पूर्व वाले पासे है ते
ਤੰਦਰੁਸਤੀ ਆਏਗੀ, ਇੱਦਾਂ ਦਾ ਦਿੱਤਾ ਉਹਨਾਂ ਨੇ। ਜੇ ਤੁਹਾਡੇ ਡਰਾਇੰਗ ਰੂਮ ਦਾ ਮੂੰਹ ਇਸ ਪਾਸੇ ਹੈ ਤੇ ਘਰ 'ਚ ਕਲੇਸ਼ ਹੋਏਗਾ, ਜੇ ਡਰਾਇੰਗ ਰੂਮ ਦਾ ਮੂੰਹ ਦੂਜੀ ਦਿਸ਼ਾ 'ਚ ਹੈ ਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ। ਲੋਕਾਂ ਨੇ ਆਪਣੇ ਬਣੇ ਬਣਾਏ ਘਰ ਤੋੜ ਕੇ ਬਣਾਏ, ਪਰ ਗੁਰਬਾਣੀ ਨੇ ਵਾਸਤੂ ਸ਼ਾਸਤਰ ਦਾ, ਫੇਂਗ ਸ਼ੂਈ ਦਾ ਵੀ ਭੋਗ ਪਾ ਦਿੱਤਾ। ਜਦੋਂ ਇਹਨਾਂ ਨੂੰ ਪੁੱਛੋ ਕਿ ਭਾਰਤ ਜਿਹੜਾ ਇਹ ਗਰੀਬ ਕਿਉਂ ਹੈ, ਉਹ ਕਹਿੰਦੇ ਨੇ ਭਾਰਤ ਤਾਂ ਗਰੀਬ ਹੈ ਕਿਉਂਕਿ ਇਹਦੇ ਉੱਤਰ ਵਿੱਚ ਹਿਮਾਲਾ ਪਰਬਤ ਹੈ, ਤਾਂ ਕਰਕੇ ਗਰੀਬ ਹੈ। ਵਾਸਤੂ ਸ਼ਾਸਤਰ ਵਾਲੇ ਇਹ ਗੱਲ ਕਹਿੰਦੇ ਨੇ। ਇਹਨਾਂ ਨੂੰ ਪੁੱਛੋ ਜਦੋਂ ਭਾਰਤ ਸੋਨੇ ਦੀ ਚਿੜੀ ਸੀ ਉਦੋਂ ਹਿਮਾਲਾ ਪਰਬਤ ਦੱਖਣ ਵਿੱਚ ਸੀ। ਭਾਰਤ ਦੇ ਗਰੀਬ ਹੋਣ ਦਾ ਕਾਰਨ ਜਿਹੜਾ ਹੈ ਉਹ ਹਿਮਾਲਾ ਪਰਬਤ ਥੋੜੇ ਹੈ, ਮਾੜੀਆਂ ਸਰਕਾਰਾਂ ਨੇ, ਜਾਤ ਪਾਤ ਹੈ, ਧਰਮ ਦੇ ਨਾਂ ਦੇ ਉੱਪਰ ਦੰਗੇ ਫਸਾਦ ਨੇ, ਰਾਜ ਦਾ ਪ੍ਰਬੰਧ ਠੀਕ ਨਹੀਂ ਹੈ। ਇਹਦਾ ਵਾਸਤੂ ਸ਼ਾਸਤਰ ਨਾਲ ਕੀ ਸੰਬੰਧ? ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ। ਪਰ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇੱਕ ਤੁਕ ਦੇ ਨਾਲ ਹੀ ਫੇਂਗ ਸ਼ੂਈ ਤੇ ਵਾਸਤੂ ਸ਼ਾਸਤਰ ਇਹਨਾਂ ਗ੍ਰੰਥਾਂ ਦਾ ਭੋਗ ਪਾ ਦਿੱਤਾ। ਉਹ ਤੁਕ ਪਤਾ ਕਿਹੜੀ ਹੈ? ਜਿਵੇਂ ਕਹਿੰਦੇ ਨੇ ਵੀ ਉੱਤਰ ਦਿਸ਼ਾ ਚੰਗੀ ਹੈ, ਦੱਖਣ ਮਾੜੀ ਹੈ, ਫਲਾਣੀ ਦਿਸ਼ਾ ਚੰਗੀ, ਫਲਾਣੀ ਮਾੜੀ। ਗੁਰੂ ਜੀ ਆਖਦੇ ਨੇ ਸਿੱਖਾ ਤੈਨੂੰ ਦੱਸਾਂ ਤੇਰੇ ਵਾਸਤੇ ਦਿਸ਼ਾ ਕਿਹੜੀ ਚੰਗੀ ਹੈ। ਤੇਰੇ ਘਰ ਦਾ ਮੂੰਹ ਕਿਹੜੀ ਦਿਸ਼ਾ 'ਚ ਹੋਵੇ, ਤੇਰੀ ਕਿਚਨ ਦਾ ਮੂੰਹ ਕਿਹੜੀ ਦਿਸ਼ਾ 'ਚ ਹੋਵੇ, ਤੇਰੇ ਡਰਾਇੰਗ ਰੂਮ ਦਾ ਮੂੰਹ ਕਿਹੜੀ ਦਿਸ਼ਾ 'ਚ ਹੋਵੇ, ਤੇਰੇ ਵਾਸ਼ਰੂਮ ਦਾ ਮੂੰਹ ਕਿਹੜੀ ਦਿਸ਼ਾ 'ਚ ਹੋਵੇ। ਆਹ ਤੈਨੂੰ ਦੱਸ ਦਿਆਂ। ਜਿਹੜੀ ਪੂਰਬ ਦਿਸ਼ਾ ਹੈ ਨਾ, ਪੂਰਬ ਦਿਸ਼ਾ ਦੇ ਵਿੱਚ ਰੱਬ ਰਹਿੰਦਾ ਹੈ। ਇਹਦਾ ਮਤਲਬ ਪੂਰਬ ਦਿਸ਼ਾ ਸਾਡੇ ਲਈ ਚੰਗੀ ਹੈ ਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੀ ਪੱਛਮ ਦਿਸ਼ਾ ਹੈ ਨਾ, ਪੱਛਮ ਦਿਸ਼ਾ 'ਚ ਸਾਡਾ ਰੱਬ ਰਹਿੰਦਾ ਹੈ। ਇਹਦਾ ਮਤਲਬ ਸਾਡੇ ਲਈ ਪੱਛਮ ਵੀ ਚੰਗਾ ਹੈ। ਜਿਹੜੀ ਉੱਤਰ ਦਿਸ਼ਾ ਨਾ, ਉੱਥੇ ਸਾਡਾ ਰੱਬ ਰਹਿੰਦਾ ਹੈ। ਇਹਦਾ ਮਤਲਬ ਉੱਤਰ ਵੀ ਸਾਡੇ ਲਈ ਚੰਗਾ ਹੈ। ਜਿਹੜੀ ਦੱਖਣ ਦਿਸ਼ਾ ਹੈ ਨਾ, ਉੱਥੇ ਸਾਡਾ ਰੱਬ ਰਹਿੰਦਾ ਹੈ। ਇਹਦਾ ਮਤਲਬ ਦੱਖਣ ਦਿਸ਼ਾ ਵੀ ਚੰਗੀ ਹੈ। ਸਾਡੇ ਸਿਰ ਦੇ ਉੱਪਰ ਰੱਬ ਦਾ ਹੱਥ ਹੈ। ਹੁਣ ਚਾਰੋਂ ਤਰਫ ਰੱਬ ਹੈ, ਕਿਹੜੀ ਦਿਸ਼ਾ ਮਾੜੀ ਕਹਾਂਗੇ ਅਸੀਂ? ਸਾਰੀਆਂ ਦਿਸ਼ਾਵਾਂ ਚੰਗੀਆਂ ਨੇ, ਸਾਰੀਆਂ ਦਿਸ਼ਾਵਾਂ 'ਚ ਰੱਬ ਦਾ ਹੀ ਹੁਕਮ ਚੱਲਦਾ ਹੈ, ਉਹਦੀ ਤਾਕਤ ਵਰਤ ਰਹੀ ਹੈ, ਉਹਦਾ ਹੀ ਜਲਵਾ ਜ਼ਹੂਰ ਜਲਾਲ ਨਜ਼ਰ ਆ ਰਿਹਾ ਹੈ। ਫਿਰ ਕੋਈ ਦਿਸ਼ਾ ਮਾੜੀ ਤੇ ਹੈ ਹੀ ਨਹੀਂ। ਗੁਰਬਾਣੀ ਦੀ ਇੱਕ ਤੁਕ ਨੇ ਵਾਸਤੂ ਸ਼ਾਸਤਰਾਂ ਦਾ ਤੇ ਚਾਈਨਾ ਦੇ ਫੇਂਗ ਸ਼ੂਈ ਦਾ ਭੋਗ ਪਾ ਕੇ ਰੱਖ ਦਿੱਤਾ। ਉਹ ਤੁਕ ਪਤਾ ਕਿਹੜੀ ਹੈ? ਤੁਹਾਨੂੰ ਜ਼ੁਬਾਨੀ ਯਾਦ ਹੋਏਗੀ, ਚਤੁਰ ਦਿਸ਼ਾ ਕੀਨੋ ਬਲ ਆਪਣਾ। ਪ੍ਰਭੂ ਨੇ ਆਪਣਾ ਬਲ ਚੌਵਾਂ ਦਿਸ਼ਾਵਾਂ 'ਚ ਪਾਇਆ ਹੋਇਆ। ਚੌਵਾਂ ਦਿਸ਼ਾਵਾਂ 'ਚ ਰੱਬ ਦਾ ਹੀ ਹੁਕਮ ਚੱਲ ਰਿਹਾ ਹੈ। ਚੌਵਾਂ ਦਿਸ਼ਾਵਾਂ 'ਚ ਰੱਬੀ ਨਿਯਮਾਂ ਅਨੁਸਾਰ ਹੀ ਸਭ ਕੁਝ ਹੋ ਰਿਹਾ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਪਿਧਾਰਿਓ। ਕਮਾਲ ਹੈ। ਪਰ ਅਸੀਂ ਇੰਨੇ ਵਹਿਮਾਂ ਭਰਮਾਂ 'ਚ ਫਸ ਜਾਂਦੇ ਹਾਂ, ਦਿਸ਼ਾਵਾਂ ਦੇ ਚੱਕਰ ਦੇ ਵਿੱਚ ਫਸ ਜਾਂਦੇ ਹਾਂ, ਸੌਣ ਸ਼ਗਨਾਂ ਦੇ ਚੱਕਰ 'ਚ ਫਸ ਜਾਂਦੇ ਹਾਂ। ਕੋਈ ਦਿਨ ਮੂਹਰਤ ਕੱਢਣਾ ਹੈ, ਕੋਈ ਕੰਮ ਕਰਨਾ, ਦਿਨ ਮੂਹਰਤ ਕਢਾਉਣ ਲੱਗ ਜਾਂਦੇ ਆ। ਗੁਰੂ ਜੀ ਨੇ ਤੇ ਬਾਣੀ 'ਚ ਕਿਹਾ ਸੀ ਕਿ ਸ਼ਗਨ ਅਪਸ਼ਗਨ ਤਿਸ ਕੋ ਲਗਾ ਜਿਸ ਚੀਤ ਨਾ ਆਵੇ। ਸਾਡੇ ਲਈ ਕੀ ਹੈ? ਸਾਹਾ ਗਣੇ ਨਾ ਕਰੇ ਵਿਚਾਰ, ਸਾਹੀ ਉੱਪਰ ਏਕੰਕਾਰ। ਸਾਡਾ ਸੌਣ ਸ਼ਗਨ ਕੀ ਹੈ? ਅਸੀਂ ਅਰਦਾਸ ਕਰਦੇ ਹਾਂ ਤੇ ਕਾਰਜ ਸ਼ੁਰੂ ਕਰ ਦਿੰਦੇ ਹਾਂ। ਅਸੀਂ ਕਹਿੰਦੇ ਹਾਂ ਜਿਸ ਕਾ ਕਾਰਜ ਤੇ ਨਹੀਂ ਕੀਆ ਆਪ ਹੀ ਕਰੇਗਾ ਉਹ। ਅਸੀਂ ਉਹਨੂੰ ਸੌਂਪ ਦਿੱਤਾ ਸੁੱਖ ਦੁੱਖ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਹੀਂ, ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਪਰ ਜਿਹੜੇ ਲੋਕ ਇਹਨਾਂ ਵਹਿਮਾਂ 'ਚ ਫਸਦੇ ਨੇ, ਸੌਣ ਸ਼ਗਨਾਂ 'ਚ ਫਸਦੇ ਨੇ, ਤੇ ਉਹ ਕਈ ਵਾਰੀ ਬੜੇ ਵੱਡੇ ਧੋਖੇ ਖਾਂਦੇ ਨੇ। ਤੁਹਾਨੂੰ ਹੈਰਾਨੀ ਦੀ ਗੱਲ ਦੱਸਾਂ, ਬੰਬਈ ਦੇ ਵਿੱਚ 7ਵੀਂ ਮੰਜ਼ਿਲ ਤੇ ਵਿਆਹ ਸੀ ਮੁੰਬਈ ਦੇ ਵਿੱਚ। ਹੁਣ ਵਿਆਹ ਜਦੋਂ ਹੋਣ ਲੱਗਿਆ, ਪੰਡਿਤ ਜੀ ਆਏ। ਪੰਡਿਤ ਜੀ ਕਹਿਣ ਲੱਗੇ ਵੀ ਗਊ ਲਿਆਓ ਦਾਨ ਕਰਨ ਵਾਸਤੇ। ਹੁਣ 7ਵੀਂ ਮੰਜ਼ਿਲ ਤੇ ਗਾਂ ਕਿਵੇਂ ਪਹੁੰਚੇ? ਛੋਟੀ ਜਿਹੀ ਲਿਫਟ ਉਹਨਾਂ ਦੀ। ਉਹ ਕਹਿਣ ਲੱਗੇ ਪੰਡਿਤ ਜੀ ਵੀ ਗਾਂ ਤੇ ਇੱਥੇ ਆ ਨਹੀਂ ਸਕਦੀ 7ਵੀਂ ਮੰਜ਼ਿਲ ਤੇ। ਉਹ ਕਹਿੰਦਾ ਫਿਰ ਵਿਆਹ ਨਹੀਂ ਹੋ ਸਕਦਾ, ਗਾਂ ਲੈ ਕੇ ਆਉਂਗੇ ਤੇ ਵਿਆਹ ਹੋਏਗਾ। ਉਹ ਕਹਿਣ ਲੱਗਾ ਗਾਂ ਤਾਂ ਥੱਲੇ ਬੰਨੀ ਹੋਈ ਹੈ, ਜਾਣ ਲੱਗਾ ਤੁਸੀਂ ਲੈ ਜਾਓ। ਕਹਿਣ ਲੱਗਾ ਨਹੀਂ, ਇੱਥੇ ਲੈ ਕੇ ਆਓ ਗਾਂ, ਜਿੱਥੇ ਹਵਨ ਮੈਂ ਕਰ ਰਿਹਾ ਇੱਥੇ ਗਾਂ ਚਾਹੀਦੀ, ਇੱਥੇ ਗਾਂ ਦਾਨ ਹੋਏਗੀ ਤਾਂ ਵਿਆਹ ਹੋਏਗਾ। ਉਹ ਜੀ ਰਫੜ ਪੈ ਗਿਆ ਉੱਥੇ। 7ਵੀਂ ਮੰਜ਼ਿਲ ਤੇ ਗਾਂ ਕਿੱਥੋਂ ਆਵੇ? ਇੱਕ ਸਿਆਣਾ ਆਦਮੀ ਸੀ ਕੋਈ ਮੇਰੇ ਵਰਗਾ, ਉਹਨੂੰ ਵਧੀਆ ਗੱਲ ਸੁਝੀ। ਉਹਨੇ ਕੀ ਕੀਤਾ, ਉਹਨੇ ਮੋਬਾਈਲ ਦੇ ਉੱਪਰ ਗਾਂ ਦੀ ਫੋਟੋ ਖਿੱਚੀ ਤੇ ਮੋਬਾਈਲ ਲੈ ਕੇ ਉੱਪਰ ਆ ਗਿਆ। ਪੰਡਿਤ ਜੀ ਦੇਖੋ ਗਾਂ ਆ ਗਈ ਇੱਥੇ। ਪੰਡਿਤ ਬੜਾ ਖੁਸ਼। ਉਹਨੇ ਹਵਨ ਦੇ ਆਲੇ ਦੁਆਲੇ ਉਸ ਗਾਂ ਦੇ ਚੱਕਰ ਲਵਾਏ। ਗਾਂ ਤੁਹਾਡੀ ਦਾਨ ਹੋ ਗਈ। ਤੇ ਜਾਣ ਲੱਗਿਆ, ਉਹ ਗਾਂ ਵੀ ਖੋਲ ਕੇ ਲੈ ਗਿਆ ਤੇ ਮੋਬਾਈਲ 'ਚ ਜਿਹੜੀ ਗਾਂ ਸੀ ਉਹ ਮੋਬਾਈਲ ਵੀ ਨਾਲੇ ਲੈ ਗਿਆ ਚੁੱਕੇ। ਇਹਨੀਆਂ ਹਾਸੋਹੀਣੀਆਂ। ਹੋਰ ਤੇ ਹੋਰ ਇੱਕ ਕਲਕੱਤੇ ਦਾ ਆਦਮੀ ਸੀ, ਹਾਵੜੇ ਦਾ ਰਹਿਣ ਵਾਲਾ, ਜੈ ਪ੍ਰਕਾਸ਼ ਤਿਵਾੜੀ। ਉਹਨੂੰ ਸੁਪਨਾ ਆਇਆ। ਸੁਪਨਾ ਕੀ ਆਇਆ ਕਿ ਜੇ ਤੂੰ ਸ਼ੇਰ ਦੀ ਪਿੱਠ ਤੇ ਸਵਾਰੀ ਕਰੇਗਾ ਨਾ ਤੇ ਦੁਰਗਾ ਮਾਤਾ ਤੇਰੇ ਤੇ ਬੜੀ ਕਿਰਪਾ ਕਰੇਗੀ, ਇੰਨੀ ਕਿਰਪਾ ਕਰੇਗੀ ਕਿ ਤੂੰ ਚੱਕਰਵਰਤੀ ਰਾਜਾ ਹੋ ਜਾਏਗਾ।
मन मर्जी का मालक हो जाएगा, दुनिया को तो सीसा अवर दिया करेगा। वो जी जयप्रकाश तिवाड़ी ने जो सुपना देखिया भी है, जे मैनू माता ने, दुर्गा माता ने मैनू वर दिता है कि जे तू शेर की सवारी करेगा तो तू चक्रवर्ती राजा हो जाएगा। वो जी चला गया फिर जू दे विच चिड़िया घर जाके वो बह गया शेर के उपर। शेर ते बैठन की देर शेर ने उन्होंने फड़ के ला के थले सुटिया ते नाल ही पाड़ दिता उन्होंने। जे गुरबाणी उन्हें पढ़ी हुंदी ते गुरु जी ते कहंदे ने सुपने सिती चित मूर्ख लाया। सुपने नाल चित ते लाण वाला मूर्ख है ना। साडे भी की कह दिंदे ने उठ के, संत जी सुपना आया, सुपने का फल की होएगा, चलो जाके पंडित जी तो पुछ के आइए। कई बड़े सिक्खी च ऐन पक्के कह लगे नहीं इस भाई जी पूछांगे सुपने का फल की है। वो भाइयों को लाके पुछण लग जाते हैं। जे गुरबाणी पढ़ी हुंदी ते सुपने सिती चित मूर्ख लाया दी समझ आ जाती। हाँ, सुपने का फल सैकेटिस्ट जिहड़े ने वो दस सकते हैं, मनोचिकित्सक दस सकते हैं, क्योंकि वो सुपने दे समझ के दस दिंदे ने बंदा कित्थे खड़े दी सोच कित्थे खड़ी है। क्योंकि सुपने आने के दो कारण होंगे ने, जिहदी एक लंबी चौड़ी विचार है। खैर, और पंजाबी भी घट नहीं इन्हां चीज़ां च। दुराहे दे विच कुडाणी खुरद एक पिंड है, उत्थे एक भिंदर नां दा बंदा सी। उन्हें 15,000 की मझ लियांदी, पुराना जमाना सी। ते मझ लियांदी, पंडित ने उन्होंने पा दिता वहम, कहने लगा भी मझ तेरी बचनी नहीं, ऐदां कर पहला शगन कर। वो कहने लगा शगन की करा? कहने लगा इहनूं सोने दे दर्शन करा, स्वर्ण दर्शन करा। जो सोने दे दर्शन कर लेगी ना मझ, फिर जिंदी रहेगी। कहने लगा अच्छा। वो जी 2.5-3 तोले का कड़ा सी उन्होंने कोल सोने का, उन्हें लिया के वो दर्शन कराए। जो मझ दर्शन कर लगी तो उन्हें मूँह मारिया तो वो सोने का कड़ा खा गई। हुण 15,000 की मझ ते 75,000 का कड़ा खा गई। वो हुण जो कड़ा खा गई वो तो बड़ा परेशान। हुण दुध वाल ध्यान घट सी, गोहे वाल ध्यान ज्यादा सी भी कदों कढेगी। और जिन्होंने पता है साडे शरीर नालों मझ का शरीर बिल्कुल वखरा हुंदा है। उहदे अंदर 4 हिस्से हुंदे ने। पहले हिस्से च चीज पचदी है, ना पचे फिर दूजे च पचदी है, ना पचे हार्ड होवे फिर तीजे हिस्से जाके पचदी है, उत्थे भी ना पचे तो चौथे हिस्से च। जे चौथे हिस्से विच भी चीज ना पचे तो उत्थे फस जाती है, फिर ऑपरेशन करके कढ़नी पैंदी है, गोहे चों नहीं निकलती। वो साडे शरीर वांगू दा शरीर नहीं है। हुण वो दुध वाल ध्यान कढ़ दिंदे आ, किन्ने दुने ने गां दे गोबर वाली ध्यान दिता भी गोहा करेगी शायद कड़ा बाहर निकल आएगा। आ साडी हालत है। असीं ना चक्रां च फस जाने आ। होर ते होर धूरी दे नेड़े एक स्टेशन है राजू माजरा, उत्थे एक बड़ा बड़ा साध दा डेरा है। ते साध लोकां नूं कहंदा भी तुहाडे घर मुंडा होएगा, जिन्नियां बीबियां मुंडा होएगा, जोड़ी भी बीबियां आंदियां ने उन्होंने कहंदा मुंडा होएगा। मैं अज तक एक भी साध ऐसा नहीं देखा जिहड़ा धी दिंदा होवे किसी नूं। शायद औरतां नाल नफरत है ना सदा, ਧੀਆਂ नाल नफरत है। उन्होंने पुछो ਧੀਆਂ नहीं होणगीਆਂ ते ਜਿਹੜੇ मुंडे दे रहे किहदे नाल ਵਿਆਹੇ जाणगे, रुखां दे नाल कि पशुआं दे नाल? आखिर विआह वास्ते ਧੀਆਂ ही ਚਾਹੀਦੀਆਂ ने ना। पर एक भी साध कदी किसी नूं धी नहीं दिंदा, सारे पुत्तर ही दिंदे ने। जे कोई साध किसी नूं धी दिंदा होवे ते मैनूं जरूर दस्सिओ प्लीज, मैं करैक्शन कर लियांगा। उन्हें कहना भी तेरे घर मुंडा होएगा ते इत्थे आके ना झंडा गड़ जाई। ते अज जाके देखो तो झंडे ही झंडे गड़े हुए ने। पर जे कोई साध नूं उहनूं पुछे भी तू ये कह रहा भी मुंडा होए ते झंडा गड़ जाओ, ते जिन्हां दे कुड़ियां होण वो झंडा पुट के ना जाण। हुण कुड़ी होण ते कोई झंडा पुट्टण आंदा नहीं है, मुंडा होण ते झंडा गड़ जांदा है। हुण झंडे वधणे ही ने ना, जां ते स्वाद ते तां जिहदे घर कुड़ी होवे झंडा पुट के जाए एक, फिर देखदे आ भी रेशो किन्नी कुछ है। ਅਸੀਂ ਇਹਨਾਂ ਚੀਜ਼ਾਂ 'ਚ ਫਸੇ ਹੋਏ ਆ ਔਰ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਆ। ਭਾਵੇਂ ਇਹ ਹੱਥ ਰੇਖਾ ਹੈ, ਭਾਵੇਂ ਸ਼ਗਨ ਸ਼ਾਸਤਰ ਹੈ, ਭਾਵੇਂ ਸੌਣ ਸ਼ਾਸਤਰ ਹੈ, ਭਾਵੇਂ ਬੀਜ ਮੰਤਰ ਨੇ, ਤੇ ਭਾਵੇਂ ਹੱਥ ਰੇਖਾਵਾਂ ਨੇ, ਜੋ ਕੁਝ ਵੀ ਹੈ, ਚਾਹੇ ਛਿੱਕ ਮਾਰਨੀ ਹੈ, ਗਧਾ ਹਿੰਗਣਾ ਹੈ, ਬਿੱਲੀ ਰਸਤਾ ਕੱਟ ਗਈ, ਨਜ਼ਰ ਲੱਗ ਗਈ, ਇਹੋ ਜਿਹੀਆਂ ਚੀਜ਼ਾਂ 'ਚ ਗੁਰੂ ਸਾਹਿਬ ਨੇ ਸਾਨੂੰ ਬਚਾਇਆ ਹੈ। राम नाम जो जन जपै अन दिन सद जागै, जागे मैंने हमेशा सुचेत रहिंदा है। तंत मंत ना जो होई ते चाख ना लागै। वो तंत्रा मंत्रा दे पिछे पैंदा ही नहीं, चाख मैंने नजरां दे पिछे जांदा ही नहीं। अखां चों ऐसियां कोई किरणां नहीं निकलदियां जिहड़ियां किसी ते बुरा प्रभाव पा देण। अखां ते सिर्फ देखण दा काम करदियां ने, दृश अंदर जांदा है। अखां चों ते कोई किरण बाहर नहीं निकलदी जिहड़ी किसी ते माड़ा प्रभाव पावे। नजरां तो बचा लिया। इस करके हर सिमरत किछ चाख ना जो है, हर सिमरत दैंत देओ ना को है। चाख मैंने नजर नहीं,
दैत दिओ भूत प्रेत दा कोई चक्कर ही नहीं, बिल्ली रस्ता कट गई दा चक्कर ही कोई नहीं कि बिल्ली रस्ता कट गई काम नहीं बनना, छिक मार दी जी काम नहीं बनना, 2 छिक्का मार दी जी काम बन जाना है, 3 छिक्का मार दी भी कोई याद कर दे, 4 छिक्का मार भी तू डॉक्टर को जा तेन जुकाम लगा होया, छिक दा संबंध चंगी माड़ी घटना नाल कोई नहीं है, इन्ना को है जिन्ना को अनपढ़ दा साइंस नाल हुंदा तू ज्यादा नहीं। छिक मारी काम नहीं बनया इदां दा वहम है। मानो जिवें कोई आदमी रुख दे थल्ले बैठा होवे, रुख दी टाहनी तो ਕਾਂ उडे ते अंब टुट के जमीन ते डिग पए ते बंदा सारी जिंदगी लई मन च वहम भरम पा लवे कि जदों ਕਾਂ उड़दे ने उदों अंब डिगदे ने। इसी तरह जिहड़े भगत कबीर जी ने 9 ग्रह दिते ने कि इस ग्रह का दान करांगे ते घर सुख शांति आएगी, वो ग्रह कोई इंसान थोड़ा नहीं, वो तो साडी धरती तो वड्डियां वड्डियां धरतियां ने। मेरे घर च दुख है, मैं अपनी जेब दे विचों 10 रुपए कढ़ के पंडित नूं फड़ा दिते ते पंडित ने कह दिता हुण तेरा ग्रह टल गया। उस शनि ग्रह ने देख लिया भी इहने 10 रुपए दे दिते ने पंडित जी नूं, हुण मैं इहदी कुंडली चों बाहर चला जावां, हुण मैं इहदे नेड़े ना आवां, उहने देख लिया। आदमियां दे इंसानां दे दुखां नूं दूर करन लई पंडित जोशी कहंदे ने सानूं दान दिओ तुहाडे दुख मुक जाणगे। बांदरां दे दुख दूर करन लई कोई नेड़े नहीं आउंदा, क्यों? क्योंकि बांदरां दे जेबां नहीं लगियां हुंदियां, इंसानां दे जेबां लगियां हुंदियां, पैसे दे दिंदे ने। इस करके गुरु जी ने सानूं बड़ा वधिया सिद्धांत दिता है कि नानक बोलन चखना दुख छड़ मंगिया सुख, सुख दुख दोए दर कपड़े पैरे जाए मनुख। ये जीवन दे बस्तर ने, सुख होने दुख होने ये जिंदगी च आंदे रहणगे और इन्हां नाल मिल के ही जिंदगी बनदी है। इस करके आपे हर एक रंग है, आपे बहुरंगी जो तिस भावै नानका साई गल चंगी। इन्हां वहमां भरमां पखंडां तो तुसीं बच के रहना है। किसी का कोई इन्हां 2 हफ्तियां जिहड़ी असीं विचार कीते उस संबंधी कोई सवाल होवे, कोई विचार होवे, आप जी साझा कर सकते हो जी। धन्नवाद। हाँ जी, वाहिगुरू जी का खालसा वाहिगुरू जी की फतेह जी। सो संगत जी जिन्हां दे हैंड रेज हो रहे हैं, वारी वारी एक एक करके ਅਸੀਂ ਉਹਨਾਂ ਦੇ ਸਵਾਲ ਜਾਂ ਕਮੈਂਟਸ ਸੁਣਾਂਗੇ। ਸੋ ਸਭ ਤੋਂ ਪਹਿਲਾਂ ਐਨ ਸੁਖਦੇਵ ਕੌਰ ਜੀ। ਸੁਖਦੇਵ ਕੌਰ ਜੀ, हाँ जी। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਜਿਹੜਾ ਮੇਰਾ ਸਵਾਲ ਇਹ ਹੈਗਾ ਵੀ ਕਈ ਲੋਕ ਜਦੋਂ ਵਿਆਹ ਕਰਦੇ ਆ ਮੰਗਲੀਕ ਦੀ ਗੱਲ ਕਰਦੇ ਹੁੰਦੇ, ਉਹ ਕੀ ਚੀਜ਼ ਹੈਗੀ ਹੈ? ਹਾਂਜੀ, ਇਹ ਬੜਾ ਇੰਟਰਸਟਿੰਗ ਤੁਹਾਡਾ ਸਵਾਲ ਹੈਗਾ ਮੰਗਲੀਕ ਦਾ। ਇਹਦੇ ਵਿੱਚ ਨਾ ਜਿਹੜੇ ਜੋਤਸ਼ੀ ਤਾਂਤਰਿਕ ਨੇ ਆਪ ਵਿਚਾਰੇ ਭੰਬਲ ਭੂਸੇ ਚ ਪਏ ਹੋਏ ਨੇ। ਕਿਵੇਂ ਪਏ ਨੇ ਉਹ ਮੈਂ ਆਪ ਜੀ ਨੂੰ ਦੱਸ ਦਿੰਦਾ। ਮੰਗਲੀਕ ਲਫ਼ਜ਼ ਬਣਿਆ ਹੈਗਾ ਮੰਗਲ ਤੋਂ, ਮੰਗਲ ਗ੍ਰਹਿ ਜਿਹਨੂੰ ਅਸੀਂ ਕਹਿੰਦੇ ਆ, ਮੰਗਲ ਤੋਂ ਇਹ ਲਫ਼ਜ਼ ਬਣਿਆ ਮੰਗਲੀਕ। ਤੇ ਜੋਤਸ਼ੀ ਇੱਕ ਜੋਤਸ਼ੀ ਉਹ ਨੇ ਜਿਹੜੇ ਕਹਿੰਦੇ ਨੇ ਕਿ ਜਿਸ ਲੜਕੇ ਤੇ ਲੜਕੀ ਦੀ ਅਸੀਂ ਜਨਮ ਕੁੰਡਲੀ ਦੇਖੀ, ਜਦੋਂ ਮਿਲਾਉਂਦੇ ਨੇ ਨਾ ਜਨਮ ਕੁੰਡਲੀਆਂ, ਤੇ ਉਦੋਂ ਕਹਿੰਦੇ ਨੇ ਅਸੀਂ ਕੁੰਡਲੀ ਦੇਖੀ ਜੇ ਤੇ ਲੜਕੀ ਦੋਨਾਂ ਦੀ ਜਨਮ ਕੁੰਡਲੀ ਦੇ ਵਿੱਚ ਪਹਿਲੇ ਘਰ ਵਿੱਚ ਚੌਥੇ ਘਰ ਵਿੱਚ, 8ਵੇਂ ਘਰ ਵਿੱਚ ਤੇ 12ਵੇਂ ਘਰ ਵਿੱਚ, 3 ਚੌਥੇ ਘਰ ਵਿੱਚ, 8ਵੇਂ ਘਰ ਵਿੱਚ ਤੇ 12ਵੇਂ ਘਰ ਵਿੱਚ ਮੰਗਲ ਹੋਵੇ, ਮੁੰਡੇ ਦੀ ਕੁੰਡਲੀ ਵਿੱਚ ਵੀ ਤੇ ਕੁੜੀ ਦੀ ਕੁੰਡਲੀ ਵਿੱਚ ਵੀ, ਭਾਵੇਂ 8ਵਾਂ ਭਾਵੇਂ 4 ਭਾਵੇਂ 12ਵਾਂ, ਇਹਨਾਂ ਤਿੰਨਾਂ ਘਰਾਂ ਵਿੱਚੋਂ ਇੱਕ ਘਰ ਵਿੱਚ ਮੰਗਲ ਆ ਜਾਏ ਨਾ ਦੋਨਾਂ ਦੀ ਕੁੰਡਲੀ ਦੇ ਵਿੱਚ, ਤੇ ਉਹ ਕਹਿੰਦੇ ਨੇ ਦੋਨੋਂ ਮੰਗਲੀਕ ਨੇ। ਇਹ ਜੇ ਇਹਨਾਂ ਦਾ ਵਿਆਹ ਹੋ ਗਿਆ ਨਾ ਤੇ ਇਹਨਾਂ ਦੇ ਵਿੱਚੋਂ ਪਤੀ ਦੀ ਮੌਤ ਹੋ ਜਾਏਗੀ, ਆਦਮੀ ਦੀ ਮੌਤ ਹੋਏਗੀ, ਆਦਮੀ ਲਈ ਮੰਗਲ ਭਾਰੀ ਹੋ ਜਾਏਗਾ। ਦੂਜੇ ਜੋਤਸ਼ੀ ਇਹ ਨੇ ਜਿਹੜੇ ਕਹਿੰਦੇ ਨੇ ਵੀ ਨਹੀਂ, ਚੌਥਾ 8ਵਾਂ 12ਵਾਂ ਘਰ ਨਹੀਂ, ਜੇ ਪਹਿਲਾ ਘਰ, ਚੌਥਾ ਘਰ, 7ਵਾਂ ਘਰ, 8ਵਾਂ ਘਰ ਤੇ 12ਵੇਂ ਘਰ ਦੇ ਵਿੱਚ ਮੰਗਲ ਆ ਗਿਆ ਤਾਂ ਵੀ ਮੰਗਲੀਕ ਹੈ। ਏਦਾਂ ਉਹ ਕੁੰਡਲੀਆਂ ਮਿਲਾਉਂਦੇ ਨੇ। ਤੇ ਨੈਚੁਰਲ ਹੈ, ਮੰਗਲ ਜਿਹੜਾ ਗ੍ਰਹਿ ਹੈ ਉਹ ਕਿਸੇ ਨਾ ਕਿਸੇ ਘਰ ਵਿੱਚ ਤੇ ਹੋਏਗਾ ਹੀ ਨਾ। ਜੇ 12 ਘਰ ਨੇ ਤੇ 12 ਘਰਾਂ ਦੇ ਵਿੱਚੋਂ 1 2 3 4 5 5 ਘਰਾਂ ਚ ਹੋ ਹੀ ਸਕਦਾ ਹੈ ਨਾ, 7 ਚ ਨਹੀਂ ਹੋਏਗਾ। ਟੋਟਲ 12 ਘਰ ਨੇ ਔਰ 12 ਚੋਂ 7 ਘਰਾਂ ਚ ਮੰਗਲ ਨਹੀਂ ਹੋਏਗਾ ਤੇ ਮੰਗਲੀਕ ਨਹੀਂ, ਤੇ ਜੇ 5 ਘਰਾਂ ਚ ਹੋਏਗਾ ਕਿਸੇ ਘਰ ਚ ਤੇ ਮੰਗਲੀਕ, ਮਤਲਬ ਅੱਧੋ ਅੱਧ ਕਹਿ ਲਓ ਵੀ ਰੇਸ਼ੋ ਜਿਹੜੀ 45 55 ਦੀ ਹੈ। ਤੇ ਅੱਧੇ ਕ 45 ਬੰਦੇ ਤਾਂ ਟੱਕਰਨੇ ਨੇ, 45% ਲੋਕ ਤੇ ਮਿਲਨੇ ਹੀ ਮਿਲਨੇ ਨੇ ਜਿਨ੍ਹਾਂ ਦੇ ਘਰ ਚ ਮੰਗਲ ਹੋਣਾ ਹੀ ਹੋਣਾ ਵੈ, ਤੇ 45% ਗਾਹਕ ਮਿਲ ਗਏ ਤੇ ਰੋਜ਼ੀ ਰੋਟੀ ਚੱਲਦੀ ਰਹੇਗੀ।
फिर वो की कहते ने कि मंगल नूं टालना मैं ते फिर इहदा विआह ना पहला किसी जनानी दा विआह किसी होर नाल करना पैना है, जां बंदे दा विआह किसी होर नाल करना पैना है, तां गल बनेगी। और की करदे ने फिर वो किसी कुत्ते दे नाल विआह कर दिंदे ने, जां वो किसी रुख नाल विआह कर दिंदे ने। मैं आप देखिया अमृतधारी उपरों दी कृपान प्रकाशमान दाड़ा ਉਹਦਾ ਵਿਆਹ ਰੁੱਖ ਦੇ ਨਾਲ ਕੀਤਾ ਗਿਆ, ਬਾਅਦ ਵਿੱਚ ਉਹਦਾ ਵਿਆਹ ਉਸ ਕੁੜੀ ਨਾਲ ਕੀਤਾ, ਔਰ ਕੁੜੀ ਦਾ ਵਿਆਹ ਕੁੱਤੇ ਨਾਲ ਕੀਤਾ ਗਿਆ, ਫਿਰ ਉਸ ਕੁੜੀ ਦਾ ਵਿਆਹ ਉਸ ਬੰਦੇ ਨਾਲ ਕੀਤਾ। ਕੁੜੀ ਵੀ ਅੰਮ੍ਰਿਤਧਾਰੀ ਗੁਰਸਿੱਖ ਕਿਸਤੀ ਵਾਲੀ। ਸੋਚੋ ਵੀ ਇੱਥੋਂ ਤੱਕ ਸਾਡੀ ਕੌਮ 'ਚ ਨਿਗਾਰ ਆ ਚੁੱਕਿਆ ਹੋਇਆ ਵੈ ਕਿ ਅੰਮ੍ਰਿਤਧਾਰੀ ਗੁਰਸਿੱਖ ਬੱਚਾ ਬੱਚੀ ਇੱਕ ਦਾ ਵਿਆਹ ਦਰਖਤ ਨਾਲ ਕੀਤਾ ਜਾ ਰਿਹਾ, ਦੂਜੇ ਦਾ ਕੁੱਤੇ ਨਾਲ ਕੀਤਾ ਜਾ ਰਿਹਾ, ਬਾਅਦ ਵਿੱਚ ਫਿਰ ਉਹਨਾਂ ਦੇ ਫਿਰ ਆਪਸ 'ਚ ਵਿਆਹ ਕੀਤਾ ਗਿਆ। ਇੱਥੇ ਬਸ ਨਹੀਂ। ਹਾਂਜੀ, ਕਈ ਕਹਿੰਦੇ ਨੇ ਕੁੜੀ ਮੰਗਲੀਕ ਹੋਵੇ ਤਾਂ ਵਿਆਹ ਕਰਨਾ। ਹਾਂਜੀ, ਮੰਗਲੀਕ ਜਿਹਦੇ ਘਰ 'ਚ ਮੰਗਲ ਹੋਵੇ ਨਾ ਉਹ ਮੰਗਲੀਕ ਹੈ। ਜੇ ਦੋਨਾਂ ਦੀ ਕੁੰਡਲੀ 'ਚ ਮੰਗਲ ਹੈਗਾ ਫਿਰ ਪਤੀ ਦੀ ਮੌਤ ਹੈ। ਇਹ ਮੰਗਲੀਕ ਬਾਰੇ ਇਹ ਵਿਚਾਰ ਹੈਗੇ ਨੇ। ਵੈਸੇ ਮੈਂ ਅਕਸਰ ਇਹ ਕਹਿੰਦਾ ਨਾ ਵੀ ਕੁੰਡਲੀਆਂ ਮਿਲਾਉਣ ਦੀ ਬਜਾਏ ਨਾ ਅੱਜ ਕੱਲ ਦੋ ਤਰੀਕੇ ਨੇ। ਇੱਕ ਤਾਂ ਕੁੰਡਲੀਆਂ ਮਿਲਾਉਣ ਦੀ ਬਜਾਏ ਇੱਕ ਦੂਜੇ ਦੇ ਸਰਟੀਫਿਕੇਟ ਮਿਲਾਏ ਜਾਣ। ਇੱਕ ਦੂਜੇ ਦੇ ਸਰਟੀਫਿਕੇਟ ਪੁੱਛੋ ਕਿਹੜੇ ਕਿਹੜੇ ਨੇ, ਕਿਹੜੀ ਕਿਹੜੀ ਐਜੂਕੇਸ਼ਨ ਕੀ ਸਿਸਟਮ ਹੈ, ਕਿੰਨੇ ਮਾਰਕਸ ਨੇ, ਫੇਲ ਹੈ ਕਿ ਪਾਸ ਹੈ। ਦੂਜੀ ਚੀਜ਼ ਕੀ ਮਿਲਾਈ ਜਾਏ? ਦੂਜੀ ਚੀਜ਼ ਇਹ ਮਿਲਾਈ ਜਾਏ ਕਿ ਉਹਨਾਂ ਦੇ ਬਕਾਇਦਾ ਹੈਲਥ ਦੀ ਰਿਪੋਰਟ ਮੰਗਵਾਈ ਜਾਏ ਕਿ ਹੈਲਥ ਵਾਈਜ਼ ਦੋਨਾਂ ਦੀ ਬੋਡੀ ਫਿੱਟ ਹੈ। ਕੱਲ ਨੂੰ ਕੋਈ ਵਿਆਹ ਤੋਂ ਬਾਅਦ ਕੋਈ ਲੜਾਈ ਝਗੜਾ ਕੋਈ ਇਸ ਤਰ੍ਹਾਂ ਦੀ ਨੌਬਤ ਨਾ ਆ ਜਾਏ, ਕਲੇਸ਼ ਨਾ ਖੜਾ ਹੋ ਜਾਏ। ਹੈਲਥ ਪੱਖੋਂ ਦੋਨਾਂ ਦੀ ਬੋਡੀ ਫਿੱਟ ਹੈ, ਮੈਂਟਲੀ ਵੀ ਫਿਜ਼ੀਕਲੀ ਵੀ। ਬਕਾਇਦਾ ਦੋਨਾਂ ਦੀ ਬੋਡੀ ਦੇ ਟੈਸਟ ਕੀਤੇ ਜਾਣ, ਮੈਂਟਲੀ ਟੈਸਟ ਕੀਤੇ ਜਾਣ, ਟੈਸਟ ਦੀਆਂ ਰਿਪੋਰਟਾਂ ਮਿਲਾਈਆਂ ਜਾਣ, ਨਾ ਕਿ ਕੁੰਡਲੀਆਂ ਮਿਲਾਈਆਂ ਜਾਣ। ਤੀਜੀ ਚੀਜ਼, ਦੋਨਾਂ ਦੇ ਵਿਚਾਰ ਮੈਚ ਕੀਤੇ ਜਾਣ। ਕਿਉਂ? ਇੱਕ ਮਨ ਨੂੰ ਇੱਕ ਬਾਬੇ ਨੂੰ ਮੰਨਦਾ, ਦੂਜਾ ਦੂਜੇ ਬਾਬੇ ਨੂੰ ਮੰਨਦਾ ਵੈ, ਤੇ ਆਪਸ ਚ ਉਹਨਾਂ ਦੇ ਵਿਚਾਰ ਨਾ ਰਲਣ ਤੇ ਕੱਲ ਨੂੰ ਤੇ ਕਲੇਸ਼ ਖੜਾ ਹੋਏਗਾ ਨਾ। ਜਾਂ ਇੱਕ ਜਿਹੜਾ ਇੱਕ ਮਤ ਦਾ ਹੋਏਗਾ, ਦੂਜਾ ਦੂਜੇ ਮਤ ਦਾ ਹੋਏਗਾ, ਤੇ ਜਦੋਂ ਉਹਨਾਂ ਦੇ ਘਰ ਬੱਚੇ ਹੋਣਗੇ ਉਹ ਕਿਹੜੇ ਮਤ ਨੂੰ ਗ੍ਰਹਿਣ ਕਰਨਗੇ, ਪਿਤਾ ਵਾਲੇ ਕਿ ਮਾਂ ਵਾਲੇ? ਉਹ ਤੇ ਬਣ ਗਈ ਨਾ ਖਿਚੜੀ, ਕਿੰਨੇ % ਦਾਲ ਕਿੰਨੇ % ਚੌਲ ਪਤਾ ਹੀ ਨਹੀਂ ਲੱਗਣਾ। ਇਸ ਕਰਕੇ ਦੋਨਾਂ ਦੀ ਵਿਚਾਰਧਾਰਾ ਤਾਂ ਹੀ ਸਿੱਖ ਰਹਿਤ ਮੇਰਾਤ ਚ ਲਿਖਿਆ ਕਿ ਸਿੱਖ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ। ਕਿਉਂ? ਕਿਉਂਕਿ ਸਿੱਖ ਪੁੱਤਰੀ ਦਾ ਲਾਲਨ ਪਾਲਣ ਪੋਸ਼ਣ ਇੱਕ ਵਿਸ਼ੇਸ਼ ਵਿਚਾਰਧਾਰਾ ਅਧੀਨ ਹੋਇਆ, ਜਿਹਦੇ ਵਿੱਚ ਉਹਨੂੰ ਇਹ ਦੱਸਿਆ ਗਿਆ ਵੈ ਕਿ ਅਸੀਂ ਕਰਤੇ ਦੇ ਪੁਜਾਰੀ ਹਾਂ, ਕਿਰਤ ਦੇ ਨਹੀਂ। ਅਸੀਂ ਅਕਾਲ ਪੁਰਖ ਨੂੰ ਮੰਨਣ ਵਾਲੇ ਹਾਂ, ਗੁਰਬਾਣੀ ਨਾਲ ਜੁੜਨ ਵਾਲੇ ਹਾਂ, ਅਸੀਂ ਚੀਜ਼ਾਂ ਨੂੰ ਪੂਜਣ ਵਾਲੇ ਨਹੀਂ। ਤੇ ਕੱਲ ਨੂੰ ਜੇ ਸਿੱਖ ਦੀ ਬੱਚੀ, ਜਿਹਦਾ ਮੈਂ ਉਸ ਦੀ ਬੱਚੀ ਦੀ ਗੱਲ ਕਰ ਰਿਹਾ ਜਿਹਦਾ ਸੱਚਮੁੱਚ ਸਿੱਖੀ ਮਾਹੌਲ ਦੇ ਵਿੱਚ ਜਿਹਦਾ ਪਰਵਿਸ਼ ਹੋਈ ਹੈ, ਜਿਹਦਾ ਪਾਲਣ ਪੋਸ਼ਣ ਹੋਇਆ, ਤੇ ਕੱਲ ਨੂੰ ਵਿਆਹ ਕੇ ਚਲੀ ਜਾਏ ਕਿਸੇ ਹੋਰ ਮੱਤ ਵਿੱਚ, ਉਹਨੂੰ ਕਿਹਾ ਜਾਏ ਵੀ ਤੂੰ ਜਪਜੀ ਸਾਹਿਬ ਨਹੀਂ ਪੜ੍ਹ ਸਕਦੀ, ਤੂੰ ਕੜਾ ਲਾ ਕੇ ਰੱਖ ਦੇ ਹੁਣ, ਜਾਂ ਹੁਣ ਤੈਨੂੰ ਰੋਜ਼ੇ ਰੱਖਣੇ ਪੈਣਗੇ, ਤੈਨੂੰ ਵਰਤ ਰੱਖਣੇ ਪੈਣਗੇ, ਚੱਲ ਇਸ ਮੂਰਤੀ ਨੂੰ ਮੱਥਾ ਟੇਕ, ਚੱਲ ਇਸ ਪਸ਼ੂ ਨੂੰ ਮੱਥਾ ਟੇਕ, ਫਿਰ ਤੇ ਨਹੀਂ ਗੱਲ ਬਣੇਗੀ ਨਾ। ਮਤਲਬ ਕੀ ਹੈ? ਸਿੱਖ ਬੱਚੀ ਦਾ ਵਿਆਹ ਸਿੱਖ ਨਾਲ ਹੀ ਕਿਉਂ ਹੋਵੇ? ਕਿਉਂਕਿ ਉਹਦਾ ਪਾਲਣ ਪੋਸ਼ਣ ਇੱਕ ਵਿਸ਼ੇਸ਼ ਵਿਚਾਰਧਾਰਾ ਅਧੀਨ ਹੋਇਆ ਹੈ। ਉਹ ਆਪਣੇ ਘਰ ਜਾ ਕੇ ਉਸ ਵਿਚਾਰਧਾਰਾ ਅਧੀਨ ਹੀ ਮਾਨਸਿਕ ਤੌਰ ਤੇ ਸ਼ਾਂਤ ਰਹਿ ਸਕੇ। ਤੇ ਜੇ ਦੂਜੇ ਥਾਂ ਤੇ ਜਾ ਕੇ ਵਿਆਹ ਕਰਕੇ ਜਾ ਰਹੀ ਹੈ, ਸੁਭਾਵਕ ਮਰਦ ਪ੍ਰਧਾਨ ਸਮਾਜ ਹੈ ਤੇ ਮਰਦ ਦਾ ਹੀ ਪ੍ਰਭਾਵ ਪਏਗਾ ਉਹਦੇ ਉੱਪਰ, ਨਾ ਕਿ ਔਰਤ ਦਾ ਮਰਦ ਤੇ ਪਏਗਾ। ਕਈ ਵਾਰੀ ਇਦਾਂ ਹੁੰਦਾ ਵੀ ਲੜਕੇ ਕਹਿ ਦਿੰਦੇ ਜੀ ਮੈਂ ਤੇ ਬੜਾ ਐਡਵਾਂਸ ਆ, ਮੈਂ ਪਰਵਾਹ ਨਹੀਂ ਕਰਾਂਗਾ, ਤੂੰ ਜਪਜੀ ਸਾਹਿਬ ਵੀ ਪੜ੍ਹੀ ਜਾਈ, ਬਾਣੀ ਵੀ ਪੜ੍ਹੀ ਜਾਈ। ਉਹ ਤੇ ਕਹਿ ਦਿੰਦਾ। ਹੋ ਸਕਦਾ ਉਹਦੀ ਜਿਹੜੀ ਮਾਂ ਉਹ ਨਾ ਰਾਜੀ ਹੋਵੇ, ਹੋ ਸਕਦਾ ਉਸ ਘਰ ਦੇ ਵਿੱਚ ਦਾਦੀ ਵੀ ਬੈਠੀ ਹੋਵੇ, ਉਹ ਕੋਈ ਨਾ ਕੋਈ ਨੁਕਸ ਕੱਢੀ ਜਾਏ, ਗੱਲ ਕਰੀ ਜਾਵੇ, ਕੋਈ ਨਾ ਕੋਈ ਤਾਨਾ ਮੇੜਾ ਮਾਰੀ ਜਾਏ ਵੀ ਇਹ ਏਦਾਂ ਨਹੀਂ ਕਰਦੀ, ਏਦਾਂ ਕਰ ਰਹੀ ਹੈ। ਮਤਲਬ ਇਸੇ ਕਰਕੇ ਵਿਚਾਰਧਾਰਾ ਬੱਚੇ ਬੱਚੀ ਦੀ ਮਿਲੇ, ਉਹਨਾਂ ਦੀ ਬਲੱਡ ਰਿਪੋਰਟਾਂ, ਉਹਨਾਂ ਦੀ ਹੈਲਥ ਦੀਆਂ ਰਿਪੋਰਟਾਂ, ਉਹਨਾਂ ਦੀ ਮੈਂਟਲੀ ਤੇ ਫਿਜ਼ੀਕਲੀ ਰਿਪੋਰਟਾਂ ਮਿਲ ਜਾਣ। ਤੀਜਾ, ਉਹਨਾਂ ਦੀ ਐਜੂਕੇਸ਼ਨਲ ਜਿਹੜੀਆਂ ਟੈਸਟ ਜਾਂ ਉਹਨਾਂ ਦੇ ਜਿਹੜੇ ਸਰਟੀਫਿਕੇਟਸ ਨੇ ਉਹ ਮਿਲਾਏ ਜਾਣ। ਤੇ ਸਭ ਤੋਂ ਵੱਡੀ ਗੱਲ ਤੇ ਬੜੀ ਸੌਖੀ ਹੈ, ਇੱਕ ਦੂਜੇ ਦੇ ਫੋਨ ਐਕਸਚੇਂਜ ਕਰ ਦਿਓ, ਦੋਨਾਂ ਦਾ ਪਤਾ ਲੱਗ ਜਾਏਗਾ ਕਿੱਥੋਂ ਕਿੱਥੋਂ ਦੇ ਕਿਵੇਂ ਕਿਵੇਂ ਹੈ। ਅੱਜ ਕੱਲ੍ਹ ਤਾਂ ਸਭ ਤੋਂ ਵਧੀਆ ਤਰੀਕਾ ਹੈ। ਮਤਲਬ ਕਹਿਣ ਤੋਂ ਭਾਵੇਂ ਹੈ ਮੰਗਲੀਕ ਦੀ ਬਜਾਏ ਸਰਟੀਫਿਕੇਟਸ, ਮੈਂਟਲੀ ਹੈਲਥ, ਫਿਜ਼ੀਕਲੀ ਹੈਲਥ, ਇਹਦੀਆਂ ਰਿਪੋਰਟਾਂ ਤੇ ਉਹਨਾਂ ਦੀ ਵਿਚਾਰਧਾਰਾ ਦੋਹਾਂ ਦੀ ਉਹ ਆਪਸ 'ਚ ਮਿਲਾਈ ਜਾਏ, ਤਾਂ ਹੀ ਬੱਚੇ ਬੱਚੀ ਵਿਆਹ ਤੋਂ ਬਾਅਦ ਸੁਖੀ ਹੋ ਸਕਦੇ ਨੇ। ਇਹਨਾਂ ਮੰਗਲੀਕਾਂ ਦੇ ਵਹਿਮਾਂ 'ਚ ਫਸ ਕੇ ਕਦੀ ਕੋਈ ਸੁਖੀ ਨਹੀਂ ਹੋਇਆ। ਜਿਹੜੇ ਮੰਗਲੀਕ ਬਾਅਦ 'ਚ ਵਿਆਹ ਕਰਾਉਂਦੇ ਨੇ, ਸਾਰੇ ਉਪਾਅ ਕਰਨ ਤੋਂ ਬਾਅਦ ਵੀ ਉਹਨਾਂ ਘਰਾਂ 'ਚ ਵੀ ਕਲੇਸ਼ ਆਉਂਦੇ ਨੇ। ਜਿਹੜੇ ਮੂਰਤ ਕਢਾ ਕੇ ਵਿਆਹ ਕਰਾਉਂਦੇ ਨੇ ਉਹਨਾਂ ਘਰਾਂ 'ਚ ਵੀ ਕਲੇਸ਼ ਆਉਂਦੇ ਨੇ। ਤੇ ਜੇ ਇਹੋ ਜਿਹੇ ਘਰਾਂ 'ਚ ਕਲੇਸ਼ ਆਉਣ, ਸਭ ਤੋਂ ਪਹਿਲਾਂ ਉਸ ਪੰਡਿਤ ਪੰਥ ਦੇ ਉਸ ਭਾਈ ਨੂੰ ਫੜੋ ਜਿਹਨੇ ਮੂਰਤ ਕੱਢਿਆ ਸੀ, ਉਹਦੇ ਤੇ 420 ਦਾ ਕੇਸ ਕਰੋ, ਫਰਾਡ ਦਾ ਕੇਸ ਕਰੋ। ਤੂੰ ਤੇ ਕਿਹਾ ਸੀ ਮੂਰਤ ਬੜਾ ਵਧੀਆ ਵਿਆਹ ਦਾ, ਆ ਸਾਡੇ ਘਰ ਤੇ ਕਲੇਸ਼ ਪਿਆ ਹੋਇਆ, ਇਹਨੂੰ ਫੜੋ ਪਹਿਲਾਂ
ਪਹਿਲਾਂ ਉਸ ਪੰਡਿਤ ਪਾਂਦੇ ਭਾਈ ਨੂੰ ਫੜਨਾ ਚਾਹੀਦਾ ਜਿਹੜਾ ਮੂਰਤ ਕੱਢ ਕੇ ਦਿੰਦੇ ਨੇ। ਧੰਨਵਾਦ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ। ਨੈਕਸਟ ਜੀ ਡਾਕਟਰ ਸੁਰਿੰਦਰ ਸਿੰਘ ਜੀ। ਹਾਂਜੀ, ਮੈਂ ਇੱਕ ਬੇਨਤੀ ਕਰਾਂ, ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਸਰਦਾਰ ਤੇਜਿੰਦਰ ਸਿੰਘ ਜੀ, ਸਰਦਾਰ ਅਮਰੀਕ ਸਿੰਘ ਜੀ, ਸਰਦਾਰ ਪ੍ਰੇਮ ਸਿੰਘ ਜੀ ਹੋਰੀ, ਜਾਂ ਹੋਰ ਵੀ ਸਰਦਾਰ ਹਰਦੇਵ ਸਿੰਘ ਜੀ, ਜਾਂ ਸਰਦਾਰ ਮੋਹਨ ਸਿੰਘ ਜੀ, ਹਰਜੀਤ ਸਿੰਘ ਜੀ, ਤੇ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ, ਜਸਪਾਲ ਸਿੰਘ ਹੋਰਾਂ ਨੇ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਨੇ। ਔਰ ਇਹ ਸਾਰਾ ਸਿਹਰਾ ਜਾਂਦਾ ਹੈ ਸਿੱਖ ਮਿਸ਼ਨਰੀ ਕਾਲਜ ਦੇ ਸੰਸਥਾਪਕ ਅਤੇ ਸਿੱਖ ਮਿਸ਼ਨਰੀ ਕਾਲਜ ਚਲਾਉਣ ਵਾਲੇ ਸਾਰੇ ਗੁਰਮੁਖ ਪਿਆਰਿਆਂ ਵੱਲ, ਜਿਨ੍ਹਾਂ ਨੇ ਮੈਨੂੰ ਨਾਚੀਜ਼ ਨੂੰ ਐਡਾ ਮਾਣ ਦਿੱਤਾ। ਮੈਂ ਯੋਗ ਤੇ ਨਹੀਂ ਸੀ, ਪਰ ਇਹਨਾਂ ਨੇ ਯੋਗ ਬਣਾ ਦਿੱਤਾ ਮੈਨੂੰ। ਤੇ ਅਰਦਾਸ ਕਰਿਓ ਕਿ ਇਹ ਜਿਹੜਾ ਮੈਨੂੰ ਮਾਣ ਮਿਲਿਆ ਹੈ, ਮੈਂ ਇਸ ਮਾਣ ਨੂੰ ਲੈ ਕੇ ਸੱਚਮੁੱਚ ਗੁਰਮੁਖ ਸਿਧਾਂਤਾਂ ਅਨੁਸਾਰ ਸਾਰੀ ਜ਼ਿੰਦਗੀ ਵੀ ਬਤੀਤ ਕਰਾਂ ਔਰ ਗੁਰਮੁਖ ਦਾ ਪ੍ਰਚਾਰ ਵੀ ਦੁਨੀਆ ਭਰ ਚ ਕਰਦਾ ਰਵਾਂ। ਇਹ ਅਰਦਾਸ ਕਰਿਓ ਤਾਂ ਕਿ ਇਸ ਮਾਣ ਜਿਹੜਾ ਮੈਨੂੰ ਪ੍ਰਾਪਤ ਹੋਇਆ ਇਹਨੂੰ ਮੈਂ ਨਿਭਾ ਵੀ ਸਕਾਂ। ਤੇ ਇਸ ਦੇ ਲਈ ਚੇਅਰਮੈਨ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਸ਼ੁਕਰੀਆ ਅਦਾ ਕਰਦਾ ਹਾਂ, ਜਿਨ੍ਹਾਂ ਦੀ ਸਮੁੱਚੀ ਟੀਮ ਸੁਪਰੀਮ ਕੌਂਸਲ ਨੇ ਇੰਨਾ ਵੱਡਾ ਨਿਰਣਾ ਲਿਆ, ਮੈਨੂੰ ਨਾ ਚੀਜ਼ ਨੂੰ ਇੰਨਾ ਮਾਣ ਬਖਸ਼ਿਸ਼ ਕੀਤਾ। ਤੇ ਸਤਿਗੁਰੂ ਪਾਤਸ਼ਾਹ ਕਾਲਜ ਨੂੰ ਚੜ੍ਹਦੀ ਕਲਾ ਦੇਣ ਅਤੇ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਗੁਰਮਤਿ ਦਾ ਸੱਚਾ ਸੁੱਚਾ ਪ੍ਰਚਾਰ ਕਰਨ ਦੀ ਸੋਝੀ ਦੇਣ। ਮੈਂ ਸਾਰੇ ਗੁਰਮੁਖ ਪਿਆਰਿਆਂ ਸੰਗਤ ਦਾ ਧੰਨਵਾਦ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਐਮਪੀ ਸਿੰਘ ਜੀ, ਅਗਲਾ ਸਵਾਲ ਲੈਣ ਤੋਂ ਪਹਿਲਾਂ ਇੱਕ ਬੇਨਤੀ ਮੇਰੀ ਜ਼ਰੂਰੀ ਹੈ, ਮੈਂ ਕਰ ਲਵਾਂ। ਗਿਆਨੀ ਅੰਮ੍ਰਿਤਪਾਲ ਸਿੰਘ ਜੀ, ਇਹ ਅਸੀਂ ਕੋਈ ਕਿਸੇ ਦਾ ਅਹਿਸਾਨ ਨਹੀਂ ਕੀਤਾ। ਜਿਹੜੇ ਬੰਦੇ ਦੇ ਗੁਣ ਹੁੰਦੇ ਨੇ, ਹੀਰੇ ਦੀ ਪਛਾਣ ਕਰਨੀ ਸਿੱਖਣੀ ਚਾਹੀਦੀ ਹੈ ਸਾਨੂੰ। ਵੈਲਿਊ ਗੁਣਾਂ ਦੀ ਪੈਂਦੀ ਹੈ, ਕਿਸੇ ਸਰੀਰ ਦੀ ਨਹੀਂ ਪੈਂਦੀ ਕਦੀ ਵੀ, ਨਾ ਹੀ ਅਸੀਂ ਕਦੀ ਸਰੀਰ ਨੂੰ ਕੋਈ ਮਾਨਤਾ ਦਿੰਦੇ ਹਾਂ। ਜੇ ਅੱਜ ਅਸੀਂ ਹਰਭਜਨ ਸਿੰਘ ਜੀ ਨੂੰ ਯਾਦ ਕਰਦੇ ਹਾਂ ਤਾਂ ਉਹਨਾਂ ਦੇ ਗੁਣਾਂ ਕਰਕੇ ਯਾਦ ਕਰਦੇ ਹਾਂ। ਸਰੀਰ ਬਿਨਸਣਹਾਰ ਬਿਨਸ ਗਿਆ, ਚਲਾ ਗਿਆ। ਜੇ ਉਹਨਾਂ ਦੇ ਨਾਂ ਦੇ ਅਸੀਂ ਅਵਾਰਡ ਸ਼ੁਰੂ ਕੀਤਾ, ਇਹਦਾ ਮਤਲਬ ਹੈ ਕੋਈ ਉਹਨਾਂ ਦੇ ਅੰਦਰ ਗੁਣ ਸੀ ਜਾਂ ਉਹਨਾਂ ਦੇ ਕਾਲਜ ਚਲਾਇਆ ਸੀ, ਤਾਂ ਉਸ ਕਾਲਜ ਦੇ ਕਰਕੇ ਉਹ ਅਵਾਰਡ ਅਸੀਂ ਸ਼ੁਰੂ ਕੀਤੇ। ਜਿਹੜੇ ਹਰ ਸਾਲ ਅਸੀਂ 2 ਅਵਾਰਡ ਜਿਹੜੇ ਆ ਦੇਣੇ ਆ, ਇੱਕ ਨਵੇਂ ਪ੍ਰਚਾਰਕ ਨੂੰ, ਇੱਕ ਸਾਡੇ ਪੁਰਾਣੇ ਪ੍ਰਚਾਰਕਾਂ ਵਿੱਚੋਂ ਜਿਹੜੇ ਵੀ ਸਾਨੂੰ ਹਰ ਸਾਲ ਮਿਲਣਗੇ, ਜਿਨ੍ਹਾਂ ਬਾਰੇ ਸੁਪਰੀਮ ਕੌਂਸਲ ਕਰਦੀ ਰਹੇਗੀ। ਇੱਕ ਹੋਰ ਬੇਨਤੀ ਕਰਨੀ ਚਾਹੁੰਦਾ, ਅਸੀਂ 2 ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ, ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਔਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਆਪ ਤੁਹਾਡੇ ਸਾਹਮਣੇ ਆ, ਤੁਹਾਡੇ ਕੋਲ ਹਾਜ਼ਰ ਨੇ। 2 ਸ਼ਖਸੀਅਤਾਂ ਨੂੰ ਅਸੀਂ ਸਨਮਾਨਿਤ ਕੀਤਾ। ਇਹ ਦੋਨਾਂ ਨੇ ਹੀ ਖੜੇ ਹੋ ਕੇ ਸਟੇਜ ਦੇ ਉੱਤੇ ਆਪਣੀਆਂ ਸੇਵਾਵਾਂ ਸਿੱਖ ਮਿਸ਼ਨਰੀ ਕਾਲਜ ਨੂੰ ਦਿੱਤੀਆਂ ਹਨ। ਗਿਆਨੀ ਜੀ 2 ਮਹੀਨੇ ਲਈ ਇੰਡੀਆ ਹਨ। ਜਿਹੜੇ ਵੀ ਸਰਕਲ ਜਾਂ ਜ਼ੋਨ ਇਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹਨ, ਉਹ ਆਪਣਾ ਵੀਰਵਾ ਭੇਜ ਦੇਣ। ਗਿਆਨੀ ਜੀ ਆਪ ਤੁਹਾਡੇ ਕੋਲ ਹਾਜ਼ਰ ਹੋਣਗੇ, ਪਰ ਵੈਲ ਪਲੈਨਡ ਪ੍ਰੋਗਰਾਮ ਚਾਹੀਦਾ। ਐਵੇਂ ਇੱਧਰ ਉੱਧਰ ਦੀਆਂ ਆਪਾਂ ਛੋਟੀ ਕਲਾਸ ਵਿੱਚ ਬੁਲਾ ਲਈਏ ਜਾਂ ਕਰ ਲਈਏ, ਉਹੋ ਜਿਹਾ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ। ਸੰਗਤ ਹੋਣੀ ਚਾਹੀਦੀ ਹੈ ਜਿੱਥੇ ਵੱਧ ਤੋਂ ਵੱਧ ਲਾਹਾ ਅਸੀਂ ਲੈ ਸਕੀਏ, ਤਦ ਕਿ ਗਿਆਨੀ ਜੀ ਕੋਲ ਜਿੰਨਾ ਕੁ ਸਮਾਂ ਹੈ ਉਹਦਾ ਅਸੀਂ ਸਮੇਂ ਦਾ ਭਰਪੂਰ ਫਾਇਦਾ ਉਠਾ ਲਈਏ। ਤਹਿ ਦਿਲੋਂ ਧੰਨਵਾਦ ਤੁਹਾਡਾ ਵੀ। ਤੁਹਾਡਾ ਜਿਹੜਾ ਤੁਹਾਨੂੰ ਜਿਹੜੀ ਉੱਥੇ ਕੀ ਤੁਸੀਂ ਫੀਲ ਕਰਦੇ ਆ, ਉਹਦੇ ਬਾਰੇ ਮੈਂ ਆਊਟਪੁੱਟ ਤੁਹਾਡੀ ਵੱਖਰੀ ਆਪ ਜੀ ਕੋਲੋਂ ਲਵਾਂਗਾ। ਧੰਨਵਾਦ ਜੀ। ਗਿਆਨੀ ਐਮਪੀ ਸਿੰਘ ਜੀ, ਆਪ ਜੀ। ਹਾਂਜੀ ਸਰ, ਡਾਕਟਰ ਸੁਰਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਮੇਰਾ ਇੱਕ ਕੁਐਸਚਨ ਇਹ ਹੈ ਕਿ ਇਹ ਜਿਹੜੀ ਨਿਊਮਰੋਲੋਜੀ ਹੈ, ਇਹ ਇਸ ਜੋਤਿਸ਼ ਵਿਦਿਆ ਦੇ ਵਿੱਚ ਕਿੱਥੇ ਫਿੱਟ ਹੁੰਦੀ ਹੈ? ਤੇ ਦੂਸਰਾ ਹੈ ਕਿ ਅਸੀਂ ਈਗਰਲੀ ਵੇਟ ਕਰ ਰਹੇ ਹਾਂ ਕਿ ਤੁਹਾਡਾ ਜਿਹੜਾ ਜਪਜੀ ਸਾਹਿਬ ਦਾ 40ਵਾਂ ਭਾਗ ਅਜੇ ਤੱਕ ਨਹੀਂ ਸਾਡੇ ਕੋਲ ਪਹੁੰਚਿਆ ਜੀ, ਉਹ ਕਦੋਂ ਦਿਓਗੇ ਸਾਨੂੰ? ਹਾਂਜੀ ਹਾਂਜੀ ਡਾਕਟਰ ਸਾਹਿਬ, 40ਵਾਂ ਭਾਗ ਹੋ ਸਕਦਾ ਅੱਜ ਰਾਤ ਤੱਕ ਹੀ ਮੈਂ ਉਹਨੂੰ ਅਪਲੋਡ ਕਰ ਦਿਆਂਗਾ, ਨਹੀਂ ਤੇ ਕੱਲ ਪੱਕਾ ਕਰ ਦਿਆਂਗਾ। ਅੱਜ ਰਾਤ ਤੱਕ ਮੈਂ ਕੋਸ਼ਿਸ਼ ਕਰਾਂਗਾ ਅਪਲੋਡ ਕਰ ਦਿਆਂਗਾ। 40ਵਾਂ ਰਹਿ ਗਿਆ ਹੈਗਾ। ਤੇ ਨੰਬਰੋਲੋਜੀ ਜਿਹੜੀ ਹੈ ਉਹ ਵੀ ਜੋਤਿਸ਼, ਜਿਹਨੂੰ ਸਾਇੰਸ ਕਹਿੰਦੇ ਨੇ, ਵਿਗਿਆਨ ਕਹਿੰਦੇ ਨੇ, ਉਹਦਾ ਬਹੁਤ ਵੱਡਾ ਫਰੋਡ ਹੈਗਾ। ਨਿਊਮਰੋਲੋਜੀ ਦਾ ਕੋਈ ਵੀ ਸਾਡੀ ਨੇਚਰ ਨਾਲ, ਸਾਡੇ ਬਿਹੇਵ ਨਾਲ ਕੋਈ ਸੰਬੰਧ ਨਹੀਂ ਹੈਗਾ। ਉਹ ਤੇ ਇੱਕ ਮੈਥੇਮੈਟਿਕਸ ਹੈ, ਜਿਸ ਮੈਥੇਮੈਟਿਕਸ ਦੇ ਨਾਲ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਾਂ, ਗਿਣਤੀ ਕਰਕੇ ਚੀਜ਼ਾਂ ਦਾ ਰਿਕਾਰਡ ਰੱਖਦੇ ਹੈਗੇ ਆ। ਇਦੋਂ ਵੱਧ ਕੁਛ ਨਹੀਂ। ਸਿਰਫ ਇਹਨਾਂ ਨੰਬਰਾਂ ਨੂੰ ਲੱਕੀ ਕਹਿ ਕੇ ਤੇ ਅਨਲੱਕੀ ਕਹਿ ਕੇ ਸਿਰਫ ਪ੍ਰਚਾਰਿਆ ਗਿਆ ਹੈਗਾ। ਨਿਊਮਰੋਲੋਜੀ ਦਾ ਮਨੁੱਖੀ ਸੁਭਾਅ ਨਾਲ ਕੋਈ ਸੰਬੰਧ ਨਹੀਂ ਹੈਗਾ। ਠੀਕ ਹੈ, ਮਿਹਰਬਾਨੀ, ਧੰਨਵਾਦ ਜੀ। ਹਾਂਜੀ ਸਰਦਾਰ ਤੇਜਿੰਦਰ ਸਿੰਘ ਜੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਯਾਨੀ ਜੀ ਬਹੁਤ ਬਹੁਤ ਜੀ ਮੁਬਾਰਕਾਂ ਧੰਨਵਾਦ ਜੀ ਨੂੰ ਸ਼੍ਰੋਮਣੀ ਅਵਾਰਡ ਵਾਸਤੇ। ਵਾਹਿਗੁਰੂ ਇਸ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ ਔਰ ਤੁਸੀਂ ਦੇਸ਼ ਕੌਮ ਦੀ ਔਰ ਹਿਊਮੈਨਿਟੀ ਦੀ ਇਸ ਤਰ੍ਹਾਂ ਸੇਵਾ ਕਰਦੇ ਰਹੋ।
मेरा क्वेश्चन कोई ज़्यादा वड्डा नहीं है। मैं ਜਦੋਂ ਸਰਵਿਸ ਕਰਦਾ ਸੀ ਭਾਰਤ ਸਰਕਾਰ ਵਿੱਚ, ਉੱਥੇ ਸਾਡੇ ਕੋਲ ਆਂਧਰਾ ਤੋਂ ਕੁਝ ਟ੍ਰਾਈਬਲਸ ਆਉਂਦੇ ਸੀਗੇ, ਤੇ ਉਹ ਵੱਡੇ ਰਜਿਸਟਰ ਕਿਸੇ ਮਿਨਿਸਟਰ ਦੀ ਰਿਕਮੈਂਡੇਸ਼ਨ, ਕਦੇ ਕਿਸੇ ਦੀ ਰਿਕਮੈਂਡੇਸ਼ਨ ਲੈ ਕੇ तो साढ़े कोल बैठे सन, तो सानू कहते थे भी आप अपना जो है नाम बताओ, मैं आपको आपके पिताजी का नाम बताऊंगा। तो मैं उन्होंने कहा भी मैनू अपने प्यो का नाम पता है, तो तू मेरा ना दस। वो कहता है ये तो फिर हमारी उल्टी हो गई, वो कैलकुलेशन है, तो ये तो हमें समझ नहीं आ रही है। तो मैं एक तो गल सी कि दूसरी ये गल सी, आप जी ने शायद पिछले लैक्चर विच मंगलवार नूं ये गल कही सी कि इन्हां नूं ये तुहाडा फ्यूचर दस सकते हैं, पर तुसीं इन्हां नूं क्वेश्चन अपने पास्ट के बारे पूछो। तो मैं ये पूछना भी वो क्वेश्चन फ्यूचर के बारे किवें दस सकते हैं, यह मेरा सवाल है। मेरा ख्याल था आप जी थोड़ा मैं समझ गया। हाँ जी, एक्चुअली ਜਦੋਂ ਇਹ ਦੱਸਦੇ ਨੇ ਨਾ ਤੁਹਾਡੇ ਬਾਰੇ, ਪਾਸਟ ਬਾਰੇ ਦੱਸਦੇ ਨੇ, ਤੁਹਾਡੇ ਪਾਸਟ ਬਾਰੇ ਇਹ ਆਂਢ ਗੁਆਂਢ ਤੋਂ ਪਹਿਲਾਂ ਪਤਾ ਕਰ ਲੈਂਦੇ ਨੇ, ਪੁੱਛ ਲੈਂਦੇ ਨੇ, ਫਿਰ ਦੱਸਦੇ ਨੇ। ਔਰ ਪਾਸਟ ਬਾਰੇ ਉਹ ਗੱਲਾਂ ਦੱਸਦੇ ਨੇ ਜਿਹੜੀਆਂ ਆਮ ਹੁੰਦੀਆਂ, ਤੁਹਾਡੇ ਕੋਲ ਪੈਸਾ ਬਹੁਤ ਆਉਂਦਾ ਹੈ ਪਰ ਟਿਕਦਾ ਨਹੀਂ ਹੈ, ਤੁਹਾਡੇ ਅੰਦਰ ਦਇਆ ਦੀ ਭਾਵਨਾ, ਤੁਸੀਂ ਤਰਸ ਬਹੁਤ ਖਾਂਦੇ ਹੋ, ਜਿਹਦੇ ਤੇ ਤਰਸ ਖਾਂਦੇ ਹੋ ਤੁਹਾਡਾ ਨੁਕਸਾਨ ਕਰ ਜਾਂਦਾ ਹੈ। ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਹਾਡੀ ਵਾਕਈ ਲੱਗਦਾ ਵੀ ਹਾਂ ਤੁਹਾਡੀ ਬੁੱਧੀ ਬੜੀ ਤੇਜ਼ ਹੈ, ਉਤਸ਼ਾਹ ਬੜਾ ਹੈ, ਜਾਂ ਤੁਸੀਂ ਇੱਕ ਵਾਰੀ ਮਰਨ ਤੋਂ ਬਚੇ ਸੀ, ਇਸ ਤਰ੍ਹਾਂ ਦੀਆਂ ਗੱਲਾਂ ਨਾ ਜਿਹੜੀਆਂ ਉਹ ਆਮ ਤੌਰ ਤੇ ਹਰ ਇੱਕ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ। जी माफ करना, आप जी ने उस दिन शायद जो मैं ठीक सुनिया है, आप जी ने क्या सीखा कि वो ਤੁਹਾਡਾ फ्यूचर ਦੱਸਣਗੇ ਤੇ ਤੁਸੀਂ ਉਹਨਾਂ ਕੋਲ फ्यूचर ਦੀ ਬਜਾਏ ਤੁਸੀਂ ਉਹਨੂੰ ਕਹਿਣਾ ਸਾਡਾ ਤੁਸੀਂ ਪਾਸਟ ਦੱਸੋ। ਹਾਂ, ਫਿਊਚਰ ਵੀ ਇਦਾਂ ਹੀ ਦੱਸਣਗੇ ਨਾ ਵੀ ਤੁਹਾਡੇ ਘਰ ਪੁੱਤਰ ਹੋਏਗਾ, ਤੁਸੀਂ ਬਾਹਰਲੇ ਦੇਸ਼ ਜਾਓਗੇ, ਤੁਹਾਡੇ ਕੋਲ ਇੰਨਾ ਧਨ ਆਏਗਾ, ਇਦਾਂ। ਹਾਂ, ਪਾਸਟ ਬਾਰੇ ਜੇ ਤੁਸੀਂ ਪੁੱਛਣਾ ਨਾ, ਤੁਸੀਂ ਪਾਸਟ ਬਾਰੇ ਉਹਨਾਂ ਨੂੰ ਇਹ ਚੀਜ਼ਾਂ ਪੁੱਛੋ ਕਿ ਇਹ ਦੱਸੋ ਵੀ ਮੇਰੀ ਡੇਟ ਆਫ ਬਰਥ ਕੀ ਹੈ, ਮੇਰੀ ਉਮਰ ਕਿੰਨੀ ਹੈ, ਮੈਂ ਵਿਆਹਿਆ ਹੋਇਆ ਕਿ ਕੁਆਰਾ ਵਾਂ, ਮੇਰੇ ਕਿੰਨੇ ਭੈਣ ਭਰਾ ਨੇ, ਮੈਂ ਕਿੰਨੀ ਪੜ੍ਹਾਈ ਕੀਤੀ ਹੈ, ਕਿਹੜੀਆਂ ਕਲਾਸਾਂ ਪਾਸ ਆ ਤੇ ਕਿਹੜੀਆਂ ਫੇਲ ਆ, ਕਿਹੜੇ ਸਬਜੈਕਟਸ ਮੈਂ ਪਾਸ ਕੀਤੇ ਨੇ, ਕਿਹੜੇ ਫੇਲ ਨੇ, ਤੇ ਕਿੰਨਾ ਚ ਮੈਨੂੰ ਕੰਪਾਰਟਮੈਂਟ ਆਈ ਹੈ, ਮੇਰਾ ਆਪਣਾ ਘਰ ਹੈਗਾ ਕਿ ਨਹੀਂ, ਕਿ ਮੈਂ ਰੈਂਟ ਤੇ ਰਹਿ ਰਿਹਾ ਵਾਂ, ਮੇਰੇ ਕੋਲ ਕਿੰਨੀ ਮਾਇਆ ਹੈਗੀ ਹੈ, ਮੇਰੀ ਪ੍ਰਾਪਰਟੀ, ਮੇਰੇ ਦਾਦੇ ਪੜਦਾਦੇ ਦੀ ਕਿੰਨੀ ਪ੍ਰਾਪਰਟੀ ਹੈ, ਮੇਰਾ ਕਾਰੋਬਾਰ ਕੀ ਹੈ, ਮੈਂ ਡਾਕਟਰ ਹਾਂ, ਇੰਜੀਨੀਅਰ ਹਾਂ, ਕਿਸਾਨ ਹਾਂ ਕਿ ਨੌਕਰੀ ਕਰਦਾ ਵਾਂ, ਜਾਂ ਮੇਰੇ ਕਿੰਨੇ ਧੀਆਂ ਪੁੱਤਰ ਨੇ, ਕਿੰਨੇ ਜਿਉਂਦੇ ਨੇ ਕਿੰਨੇ ਨਹੀਂ, ਮੇਰਾ ਜੀਵਨ ਸਾਥੀ ਜਿਉਂਦਾ ਕਿ ਨਹੀਂ, ਜਾਂ ਮੈਂ ਕੁਆਰਾ ਵਾਂ। ਇਹੋ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਆਪਣੇ ਬਾਰੇ ਸਾਨੂੰ ਪਤਾ ਹੈ 100%, ਉਹ ਪੁੱਛੀਆਂ ਜਾਣ ਵੀ ਇਹ ਦੱਸੋ, ਤੇ ਉੱਥੇ ਆ ਕੇ ਉਹ ਫਸ ਜਾਣਗੇ ਉਹ ਇਹਨਾਂ ਚੀਜ਼ਾਂ ਤੇ। ठीक है, चलो ठीक है जी। नेक्स्ट जी जिन्हां दी आईडी है जी, मेरा ये सवाल है भी ਅਸੀਂ ਇਹਨਾਂ ਨੂੰ ਪੁੱਛਣਾ ਹੀ ਕਿਉਂ ਹੈ, ਸਾਡਾ ਮਤਲਬ ਹਾਂ ਪੁੱਛਣੇ ਕਿਉਂ, ਨਾਲ ਆਪਾਂ ਨੇ ਗੱਲ ਅਸੀਂ ਇੱਥੇ ਤੱਕ ਜਾਈਏ ਕਿਉਂ, ਸਿਰਫ ਪਰਖਣ ਵਾਸਤੇ ਪੁੱਛਦੇ ਲੋੜ ਨਹੀਂ ਹੈਗੀ। हाँ, वैसे लोड तो नहीं, टाइम बर्बाद करने की लोड नहीं है। एनीवे, नेक्स्ट जी चेतन सोंधी जी। हाँ जी, चेतन सोंधी जी। हाँ जी सर जी, ਸਤਿ ਸ਼੍ਰੀ ਅਕਾਲ ਜੀ। सर मैं ना खत्री तो अपना हिंदू फैमिली तो बिलोंग करता ही। हाँ जी, ਤੇ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਸਰ ਜੀ 70% ਸਿੱਖ ਲੋਕ ਜੋਤਸ਼ੀ ਕੋਲ ਜਾਂਦੇ ਆ, ਇਹ ਕਿਉਂ? ਉਹੀ ਜਿਹੜੇ ਭਰਮ ਹੈਗੇ ਉਹਨਾਂ ਦੇ ਮਨ ਦੇ ਵਿੱਚ, ਸ਼ਾਇਦ ਵੀ ਜੋਤਸ਼ੀ ਸਾਨੂੰ ਸੱਚ ਦੱਸਦੇ ਨੇ। ਇਹੀ ਕਾਰਨ ਵੀ ਉਰਦੂ ਦੀਆਂ ਅਖਬਾਰਾਂ 'ਚ ਤੁਹਾਨੂੰ ਜੋਤਸ਼ੀਆਂ ਦੇ ਇਸ਼ਤਿਹਾਰ ਨਹੀਂ ਮਿਲਣਗੇ, ਹਿੰਦੀ ਦੀਆਂ ਚੈਨਲਾਂ ਨਹੀਂ ਮਿਲਣਗੇ, ਜਿੰਨੀਆਂ ਪੰਜਾਬੀ ਦੀਆਂ ਅਖਬਾਰਾਂ ਜਾਂ ਪੰਜਾਬੀ ਚੈਨਲਾਂ ਤੇ ਮਿਲਣਗੇ। ਤੇ ਜਿੰਨਾ ਚਿਰ ਗੁਰਬਾਣੀ ਦੇ ਨਾਲ ਸਿੱਖ ਸਾਂਝ ਨਹੀਂ ਪਾਉਂਦਾ, ਗੁਰਬਾਣੀ ਨੂੰ ਨਹੀਂ ਵਿਚਾਰਦਾ, ਉਹਨਾਂ ਚਿਰ ਇੱਦਾਂ ਹੀ ਭਟਕਦਾ ਫਿਰਦਾ ਰਹੇਗਾ। ਔਰ ਇਹ ਗੱਲ ਤੁਹਾਡੀ ਬਿਲਕੁਲ ਸੱਚ ਹੈ ਵੀ ਆਮ ਤੌਰ ਤੇ ਸਾਡੇ ਪੰਜਾਬੀ ਲੋਕ ਜ਼ਿਆਦਾਤਰ ਜਾਂਦੇ ਨੇ, ਕਈ ਸਿੱਖ ਵੀ ਜਾਂਦੇ ਨੇ, ਪਰ ਉਹਨਾਂ ਨੂੰ ਗੁਰਬਾਣੀ ਪੜ੍ਹਨ ਤੇ ਵਿਚਾਰਨ ਦੀ ਲੋੜ ਹੈ ਤਾਂ ਕਿ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਣ। ਠੀਕ ਹੈ, ਹਾਂਜੀ, ਧੰਨਵਾਦ। ਨੈਕਸਟ ਸਰਦਾਰ ਹਰਦੀਪ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਫਸਟ ਥਿੰਗ ਐਜ਼ ਯੂਜੂਅਲ congratulations. Thank you. अच्छा, दूजा I have double question. First question is that one के घर तुसी कहंदे हो, I mean kind of not sure केड़ी गल घर what's घर जेड़े कहंदे हो, not कि जोशी जान की जरूरत है, that nonsense we don't need to go to, you know, so but anyway what is a घर की हुंदे ने। दूजा ਤੁਹਾਨੂੰ ਇਹਨਾਂ ਨੌਲੇਜ ਹੈ ਜੋਤਿਸ਼ ਬਾਰੇ and all that, of course ਤੁਹਾਨੂੰ ਗੁਰਸਿੱਖੀ ਬਾਰੇ ਨੌਲੇਜ ਹੈ,
ਪਰ ਇਹ ਤੁਸੀਂ ਐਜ਼ ਅ ਹੌਬੀ ਸਿੱਖੀ ਸੀ ਕਿ as was you going to do profession and then you changed it? Hey, this is nonsense. So maybe Gursikhi will be that the Guru da message is much better than Jyotsi, and then you move that way. Anyway, मैं छोटा सवाल पूछा है ਤੁਹਾਡੇ ਬਾਰੇ, ਪਰ I hope you don't mind. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਐਕਚੁਅਲੀ ਮੈਂ ਵੀ ਇਹਦੇ ਵਿੱਚੋਂ ਨਿਕਲਿਆ ਹੈਗਾ ਵਾਂ। ਸਾਡੇ ਘਰ ਤਿੱਥ ਪੱਤਰਕਾ ਆਉਂਦੀ ਹੁੰਦੀ ਸੀਗੀ ਬਹੁਤ ਛੋਟੇ ਹੁੰਦਿਆਂ। ਤਿੱਥ ਪੱਤਰਕਾ ਉਹ ਪੰਡਿਤ ਹਰਦਿਆਲ ਜੀ ਵੱਲੋਂ ਛਪਦੀ ਹੁੰਦੀ ਸੀਗੀ ਤੇ ਹਰ ਮਹੀਨੇ ਆਉਣੀ ਹਰ ਸਾਲ ਆਉਣੀ। ਉਸ ਤਿੱਥ ਪੱਤਰਕਾ ਦੇ ਵਿੱਚ ਪੰਡਿਤ ਹਰਦਿਆਲ ਜੀ ਵੱਲੋਂ ਪੂਰੇ 12 ਮਹੀਨਿਆਂ ਦਾ ਅਸਮਾਨ ਦਾ ਰਾਸ਼ੀ ਫਲ ਦਿੱਤਾ ਹੁੰਦਾ ਸੀ ਵੀ ਕਿਹੜੇ ਘਰ 'ਚ ਕਿਹੜਾ ਗ੍ਰਹਿ ਕਿੰਨੇ ਵਜੇ ਕੇ ਕਿੰਨੇ ਮਿੰਟ ਤੇ ਹੋਏਗਾ ਔਰ ਕਿੰਨੇ ਵਜੇ ਕੇ ਕਿੰਨੇ ਮਿੰਟ ਕਿੰਨੇ ਸੈਕਿੰਡ ਤੇ ਉਹ ਘਰ ਬਦਲੇਗਾ, ਦੂਜੇ 'ਚ ਜਾਏਗਾ। ਉਹ ਸੂਰਜ ਗ੍ਰਹਿ ਹੈ, ਚੰਦਰ ਗ੍ਰਹਿ ਹੈ, ਰਾਹੂ ਕੇਤੂ ਹੈ, ਕੁਛ ਵੀ ਹੈ ਜੋਤਿਸ਼ ਵਾਲਾ। ਤੇ ਮੇਰੇ ਦਾਦਾ ਜੀ ਜਿਹੜੇ ਨੇ ਉਹਨਾਂ ਚੀਜ਼ਾਂ 'ਚ ਬਿਲੀਵ ਕਰਦੇ ਹੁੰਦੇ ਸਨ। ਉਹਨਾਂ ਨੇ ਹੀ ਮੈਨੂੰ ਟੇਵੇ ਲਾਣੇ ਸਿਖਾਏ, ਉਹਨਾਂ ਨੇ ਮੈਨੂੰ ਕੁੰਡਲੀਆਂ ਬਣਾਉਣੀਆਂ ਸਿਖਾਈਆਂ। ਉਹ ਤਿੱਥ ਪੱਤਰਕਾ ਸਾਲ 'ਚ ਹਰ ਸਾਲ ਨਵੀਂ ਸਾਡੇ ਘਰ ਆਉਂਦੀ ਹੁੰਦੀ ਸੀ ਔਰ ਮੈਨੂੰ ਪੁੱਛਦੇ ਹੁੰਦੇ ਸੀ, ਚੱਲ ਆਹ ਤੈਨੂੰ ਦਿਨਾ ਮੈਂ ਸਿਚੁਏਸ਼ਨ, ਫਲਾਣੇ ਬੱਚੇ ਨੇ ਲੁਧਿਆਣੇ ਦੇ ਵਿੱਚ ਫਰੀਡਗੰਜ ਦੇ ਵਿੱਚ 8:08:09 ਤੇ ਜਨਮ ਲਿਆ, ਤੂੰ ਟੇਵਾ ਬਣਾ। ਹੁਣ ਉਸ ਦਿਸ਼ਾ ਕਿਹੜੀ ਸੀ ਤਾਰਿਆਂ ਦੀ? ਫਿਰ ਮੈਂ ਉਹ ਸਾਰੀ ਤਿੱਥ ਪੱਤਰਕਾ ਦੇ ਵਿੱਚੋਂ ਦੇਖ ਕੇ ਮੈਂ ਟੇਵਾ ਬਣਾਉਂਦਾ ਹੁੰਦਾ ਸੀ। ਫਿਰ ਉਹਦੇ ਨਾਲ ਹੋਰ ਕਿਤਾਬਾਂ ਹੁੰਦੀਆਂ ਸਨ ਵੀ ਇਸ ਦਸ਼ਾ ਵਾਲੇ ਦਾ ਆਹ ਰਾਸ਼ੀ ਬਣ ਗਈ, ਇਸ ਰਾਸ਼ੀ ਦਾ ਇਹਦਾ ਨਾਮ ਹੋਣਾ ਚਾਹੀਦਾ ਵੈ। ਇਹ 3-4 ਅੱਖਰ, ਮੰਨੋ ਮੇਖ ਹੈ, ਐੜਾ ਨਾਮ ਹੋਣਾ ਚਾਹੀਦਾ, ਐੜੇ ਤੇ ਫਲਾਣੇ 3-4 ਅੱਖਰ, ਈੜੀ ਤੇ ਊੜੇ ਤੇ। ਫਿਰ ਉਹਦੇ ਕੱਢ ਕੇ ਦੂਜੀ ਕਿਤਾਬ ਦੇ ਵਿੱਚੋਂ ਫਿਰ ਸਾਰਾ ਉਹਦਾ ਹਾਲ ਲਿਖਿਆ ਜਾਂਦਾ ਸੀ ਵੀ ਇਹ ਮੇਖ ਰਾਸ਼ੀ ਵਾਲੇ ਇਦਾਂ ਦੇ ਹੁੰਦੇ ਨੇ, ਇਦਾਂ ਦੇ ਹੁੰਦੇ ਨੇ, ਇਦਾਂ ਦੇ ਹੁੰਦੇ ਨੇ। ਜੇ ਇਹਨਾਂ ਦੀ ਜ਼ਿੰਦਗੀ 'ਚ ਦੁੱਖ ਆ ਜਾਏ ਤੇ ਆਹ ਤਰੀਕਾ ਹੈ, ਆਹ ਉਪਾਅ ਹੈ, ਆਹ ਨਗ ਮੁੰਦੀ ਥੇਵਾ, ਇਹ ਸਾਰਾ ਕੁਝ ਕੀਤਾ ਹੋਇਆ। ਔਰ ਹੱਥ ਦੇਖਣਾ ਵੀ ਮੈਨੂੰ ਮੇਰੇ ਦਾਦਾ ਜੀ ਨੇ ਸਿਖਾਇਆ ਸੀ। ਗੱਲ ਵੱਖਰੀ ਕਿ ਬਾਅਦ ਵਿੱਚੋਂ ਮੈਨੂੰ ਸਮਝ ਆ ਗਈ ਵੀ ਇਹ ਸਭ ਫਰਾਡ ਹੈਗਾ, ਝੂਠ ਹੈਗਾ, ਇਹਨਾਂ 'ਚ ਕੋਈ ਸੱਚਾਈ ਨਹੀਂ ਹੈ। ਤੇ ਪਰ ਕਿਉਂਕਿ ਘਰ ਦੇ ਵਿੱਚੋਂ ਹੀ ਇਹ ਪਤਾ ਲੱਗ ਗਿਆ ਸੀ ਮੈਨੂੰ ਇਹਨਾਂ ਚੀਜ਼ਾਂ ਦਾ, ਤੇ ਇਸ ਕਰਕੇ ਮੈਨੂੰ ਥੋੜੀ ਨੌਲੇਜ ਹੈਗੀ ਇਹਨਾਂ ਬਾਰੇ। ਧੰਨਵਾਦ। ਘਰ ਕੀ ਹੁੰਦੇ ਨੇ? ਜਿਹੜੇ ਘਰ ਹੁੰਦੇ ਨੇ, ਅਸਮਾਨ ਨੂੰ ਇਹਨਾਂ ਨੇ 12 ਹਿੱਸਿਆਂ 'ਚ ਵੰਡਿਆ ਹੋਇਆ ਹੈ। ਤੇ ਜਿਹੜੇ ਉਹ ਗ੍ਰਹਿ ਕਹਿੰਦੇ ਨੇ ਨਾ, 9 ਗ੍ਰਹਿ, ਉਹ ਕਿਸੇ ਨਾ ਕਿਸੇ ਪਾਸੇ ਤੇ ਹੋਣਗੇ। ਉਹ ਲਕੀਰਾਂ ਖਿੱਚ ਕੇ ਉਹਨਾਂ ਨੇ ਉਹ ਗ੍ਰਹਿ ਬਣਾ ਦਿੱਤੇ ਨੇ। ਮੈਂ ਲਾਸਟ ਟਾਈਮ ਦਿਖਾਇਆ ਵੀ ਸੀ ਆਪ ਜੀ ਨੂੰ, ਤੇ ਜੇ ਮੈਨੂੰ ਹੁਣ ਜੇ ਮਿਲ ਜਾਂਦਾ 1 ਸੈਕਿੰਡ ਦੇ ਵਿੱਚ, ਨਹੀਂ ਹੈਗਾ ਮੇਰੇ ਕੋਲ ਇਸ ਟਾਈਮ, ਜਿੰਨੇ ਮੈਂ ਦਿਖਾ ਲੈਣਾ ਸੀ ਹੁਣੇ। ਨਹੀਂ, ਮੈਂ ਤੁਹਾਡਾ ਪੁਰਾਣਾ ਸੈਕਸ਼ਨ ਦੇਖ ਲਾਂਗਾ, ਐਕਸਪਲੇਨ ਕਰ ਦਿਓ। ਮਿਲ ਗਿਆ ਮੈਨੂੰ। ਆ ਦੇਖੋ, ਇਹਨਾਂ ਨੇ ਆਸਮਾਨ ਨੂੰ ਇਸ ਤਰ੍ਹਾਂ 12 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਵਾ। ਸ਼ਾਇਦ ਨਜ਼ਰ ਆ ਗਿਆ ਹੋਵੇਗਾ ਆਪ ਨੂੰ। ਹਾਂਜੀ, ਵੀ ਆ ਅਸਮਾਨ ਹੈ ਚੌਰਸ, ਤੇ ਚੌਰਸ ਦੇ ਵਿੱਚ ਮੰਨ ਲਓ ਕਿਤੇ ਨਾ ਕਿਤੇ ਬੁੱਧ ਗ੍ਰਹਿ ਹੋਏਗਾ, ਕਿਤੇ ਮੰਗਲ ਗ੍ਰਹਿ ਹੋਏਗਾ, ਕਿਤੇ ਸ਼ਨੀ ਹੋਏਗਾ, ਕਿਤੇ ਨੈਪਚੂਨ ਹੋਏਗਾ, ਕਿਤੇ ਬ੍ਰਹਸਪਤ ਹੋਏਗਾ। ਉਹ ਕਹਿਣਗੇ ਵੀ ਇੱਕ ਪਹਿਲੇ ਘਰ 'ਚ ਫਲਾਣਾ ਗ੍ਰਹਿ, ਫਲਾਣਾ ਗ੍ਰਹਿ, ਫਲਾਣਾ ਗ੍ਰਹਿ, ਇਸ ਤਰ੍ਹਾਂ ਉਹਨਾਂ ਨੇ ਮੰਨ ਲੈਂਦੇ ਨੇ। ਮੰਨ ਲਓ ਜਿਵੇਂ ਤੀਜੇ ਘਰ ਦੇ ਵਿੱਚ ਮੰਗਲ ਹੈਗਾ ਸਵੇਰੇ 8 ਵਜੇ। ਹੁਣ ਅੱਜ ਸਾਨੂੰ ਧਰਤੀ ਤੋਂ ਤੀਜੇ ਗ੍ਰਹਿ ਤੇ ਅਸਮਾਨ ਦੇ ਇਸ ਖਾਨੇ 'ਚ ਨਜ਼ਰ ਆ ਰਿਹਾ ਮੰਗਲ, ਪਰ ਉਹ ਨਹੀਂ ਹੈਗਾ। ਉਹ ਤੇ ਚੌਥੇ, 5ਵੇਂ, 6ਵੇਂ 'ਚ ਪਹੁੰਚ ਗਿਆ ਹੋਏਗਾ, ਕਿਉਂਕਿ ਉਹਦੀ ਲਾਈਟ ਆਉਂਦੇ ਹੀ ਕਈ ਘੰਟੇ ਲੱਗ ਜਾਂਦੀ ਧਰਤੀ ਤੇ ਜੇ ਕਈ ਘੰਟੇ ਆਉਂਦੇ ਹੀ ਸ਼ਨੀ ਦੀ, ਬ੍ਰਹਸਪਤ ਦੀ, ਜੁਪੀਟਰ ਦੀ ਲਾਈਟ ਆਉਂਦਿਆਂ ਕਈ ਘੰਟੇ ਲੱਗ ਜਾਂਦੇ ਨੇ, ਨੈਪਚੂਨ ਦੀ ਲਾਈਟ ਆਉਂਦਿਆਂ ਕਈ ਘੰਟੇ ਲੱਗ ਜਾਂਦੇ ਨੇ। ਇਹਦਾ ਮਤਲਬ ਜਿਹੜੀ ਦਸ਼ਾ ਮੈਂ ਹੁਣ ਦੇਖ ਰਿਹਾ ਅਸਮਾਨ ਦੇ ਵਿੱਚ, ਉਹ ਦਸ਼ਾ ਜਿਹੜੀ ਹੈ ਉਸ ਰੋਸ਼ਨੀ ਦੇ ਪਹੁੰਚਣ ਦੀ ਦਸ਼ਾ ਹੈ। ਜਦੋਂ ਰੋਸ਼ਨੀ ਤੁਰੀ ਸੀ ਉਦੋਂ ਉਹ ਸਮਾਂ ਜਿਹੜਾ ਸੀ ਉਹ ਕਿਹੜਾ ਸੀਗਾ? ਮੰਨ ਲਓ ਪਹੁੰਚਣ ਦੀ ਦਸ਼ਾ ਹੈ, ਤੇ ਇਹਦਾ ਮਤਲਬ ਮੰਗਲ ਤੀਜੇ ਘਰ 'ਚ ਨਹੀਂ, ਚੌਥੇ, 5ਵੇਂ, 6ਵੇਂ, 7ਵੇਂ 'ਚੋਂ ਕਿਤੇ ਦੀ ਕਿਤੇ ਪਹੁੰਚ ਗਿਆ। ਇਹਦਾ ਮਤਲਬ ਇਹ ਝੂਠ ਦੇ ਉੱਪਰ ਟਿਕਿਆ ਹੋਇਆ ਸਾਰਾ ਗ੍ਰਹਿ। And I agree with Sardar Harjit Singh that we don't need to go this the nonsense anyway. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਨੈਕਸਟ ਜੀ ਨੇਕ ਮਨਦੀਪ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਫਸਟ ਆਫ ਆਲ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਗਿਆਨੀ ਜੀ। ਤੇ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਹੁਣ ਇੱਕ ਪਾਰਟਿਸਿਪੈਂਟ ਸੀ, ਉਹਨਾਂ ਨੇ ਇਹ ਕਿਹਾ ਕਿ 70% ਸਿੱਖ ਜਿਹੜੇ ਆ ਉਹ ਇਹਨਾਂ ਦੇ ਪਿੱਛੇ ਲੱਗਦੇ ਆ, ਪੰਡਿਤਾਂ ਦੇ ਪਿੱਛੇ। ਇਹ ਕਿਉਂ ਨਹੀਂ ਮਤਲਬ ਰੋਕਿਆ ਜਾ ਸਕਦਾ? ਮਤਲਬ ਕਿਉਂ ਇਹ ਜਾਣ ਕੇ ਵੀ ਕਿ ਇਹ ਸਭ ਕੁਝ ਫਰਾਡ ਹੈ, ਕਿਉਂ ਲੋਕੀ ਇਹਨਾਂ ਦੇ ਪਿੱਛੇ ਲੱਗਦੇ ਆ? ਸਾਡੇ ਨਾ ਇਤਿਹਾਸ ਜਿਹੜੇ ਲਿਖੇ ਗਏ ਨੇ ਉਹਨਾਂ ਵਿੱਚ ਹੀ ਬਹੁਤ ਸਾਰੇ ਪੰਡਤਾਂ ਦਾ ਜ਼ਿਕਰ ਹੈਗਾ। ਪਿੱਛੇ ਵੀ ਸ਼ਾਇਦ ਇੱਕ ਸਵਾਲ ਆਇਆ ਸੀ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੈਰ ਵਿੱਚ ਪਦਮ ਦੇਖ ਕੇ ਉਸ ਸਾਧੂ ਨੇ ਕਿਹਾ ਸੀ ਤੂੰ ਚੱਕਰਵਰਤੀ ਰਾਜਾ ਬਣੇਗਾ। ਹੁਣ ਇਹ ਗੱਲਾਂ ਸਾਡੀ ਹਿਸਟਰੀ 'ਚ ਲਿਖੀਆਂ ਗਈਆਂ ਨੇ। ਲਿਖਣ ਵਾਲੇ ਕੌਣ ਨੇ? ਸਿੱਖ ਨਹੀਂ। ਲਿਖਣ ਵਾਲੇ ਜਾਂ ਤੇ ਹਿੰਦੂ ਵੀਰ, ਜਾਂ ਮੁਸਲਿਮ ਵੀਰ, ਜਾਂ ਅੰਗਰੇਜ਼ ਲੋਕ। ਇਹਨਾਂ ਨੇ ਹੀ ਸਾਡੀ ਹਿਸਟਰੀ ਲਿਖੀ। ਸਿੱਖਾਂ ਵਿੱਚ ਆ ਕੇ, ਸਿੱਖ ਨਾ ਕਹਿ ਲਓ, ਏਦਾਂ ਕਹਿ ਲਓ ਵੀ ਨਿਰਮਲਾ ਤੇ ਉਦਾਸੀਆਂ ਨੇ ਵੀ ਬਹੁਤ ਕੁਝ ਲਿਖਿਆ ਹੈਗਾ।
ਤੇ ਇਹ ਗੱਲਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਆਈਆਂ। ਜਦੋਂ ਕੋਈ ਹਿਸਟਰੀ ਲਿਖੇਗਾ, ਉਹ ਰਾਈਟਰ ਕਿਹੜਾ ਵੈ, ਦੋ ਤਿੰਨ ਗੱਲਾਂ ਦੇਖਣੀਆਂ ਹੁੰਦੀਆਂ ਨੇ। ਉਹ ਰਾਈਟਰ ਦਾ ਆਪਣਾ ਧਰਮ ਕਿਹੜਾ ਹੈ, ਕਿਉਂਕਿ ਆਪਣੇ ਧਰਮ ਵਾਲੀ ਗੱਲ ਉਹ ਉਭਾਰ ਕੇ ਪੇਸ਼ ਕਰੇਗਾ, ਆਪਣੇ ਧਰਮ ਵਾਲੀ ਖਿਲਾਫ ਦੀ ਗੱਲ ਨੂੰ ਉਹ ਦਬਾ ਲਏਗਾ। ਦੂਜਾ, ਉਹ ਕਿਹਦੇ ਰਾਜ ਦੇ ਵਿੱਚ ਲਿਖ ਰਿਹਾ ਹੈਗਾ, ਕਿਉਂਕਿ ਰਾਜੇ ਦੀ ਖੁਸ਼ੀ ਲੈਣੀ ਉਹਨੇ ਵੀ ਮੇਰੀ ਕਿਤਾਬ ਨੂੰ ਇਨਾਮ ਮਿਲੇ, ਮੇਰੀ ਕਿਤਾਬ ਜਿਹੜੀ ਹੈ ਉਹ ਬੈਨ ਨਾ ਹੋ ਜਾਏ, ਇਸ ਕਰਕੇ ਰਾਜੇ ਦੇ ਧਰਮ ਵਾਲੇ ਹੱਕ ਦੇ ਵਿੱਚ ਵੀ ਉਹ ਗੱਲਾਂ ਲਿਖੇਗਾ। ਤੀਜਾ, ਉਹਦੀ ਆਪਣੀ ਉਮਰ, ਮਾਨਸਿਕ ਉਮਰ ਕਿੰਨੀ ਹੈ, ਮਾਨਸਿਕ ਤੌਰ ਤੇ ਉਹ ਤੰਦਰੁਸਤ ਹੈ ਕਿ ਨਹੀਂ। ਚੌਥਾ, ਉਹਦੀ ਐਜੂਕੇਸ਼ਨ ਕਿੰਨੀ ਹੈ, ਅਨਪੜ੍ਹ ਹੈ ਕਿ ਪੜ੍ਹਿਆ ਲਿਖਿਆ, ਬਹੁਤ ਸਾਰੀਆਂ ਗੱਲਾਂ ਕਾਊਂਟ ਕਰਦੀਆਂ ਨੇ। ਇਸ ਕਰਕੇ ਜਿਨ੍ਹਾਂ ਨੇ ਹਿਸਟਰੀ ਲਿਖੀ, ਸਾਡੇ ਸਿੱਖ ਰਾਈਟਰ ਬਹੁਤ ਘੱਟ ਨੇ ਜਿਨ੍ਹਾਂ ਨੇ ਹਿਸਟਰੀ ਲਿਖੀ, ਤੇ ਇਸੇ ਕਰਕੇ ਜਿਹੜੀ ਹਿਸਟਰੀ ਸਾਨੂੰ ਮਿਲਦੀ ਹੈ ਉਹ ਬਾਹਰੋਂ ਜ਼ਿਆਦਾ ਮਿਲਦੀ ਹੈ। ਸਾਨੂੰ ਹਿਸਟਰੀ ਵਿੱਚ ਇਹ ਬਹੁਤ ਸਾਰੀਆਂ ਗੱਲਾਂ ਮਿਲਦੀਆਂ ਨੇ, ਇਸ ਕਰਕੇ ਹਿਸਟਰੀ 'ਚ ਕਰਾਮਾਤਾਂ, ਜਾਦੂ, ਇਹਨਾਂ ਚੀਜ਼ਾਂ ਵੱਲ ਦੇਖ ਕੇ ਅਸੀਂ ਸੋਚਦੇ ਹਾਂ ਵੀ ਇਹ ਗੱਲਾਂ ਸੱਚੀਆਂ ਹੁੰਦੀਆਂ ਨੇ। ਹੁਣ ਗੁਰਦੁਆਰੇ 'ਚ ਭਾਈ ਤੇ ਕਹਿੰਦਾ ਨਹੀਂ ਮੈਂ ਕਰਾਮਾਤ ਕਰ ਦਿਆਂਗਾ, ਪਰ ਇੱਕ ਜੋਤਸ਼ਿਕ ਤਾਂਤਰਿਕ ਕਹਿ ਦਿੰਦਾ ਮੈਂ ਕਰਾਮਾਤ ਕਰ ਸਕਦਾ। ਇਸ ਕਰਕੇ ਅਸੀਂ ਉਹਨਾਂ ਵੱਲ ਤੁਰ ਪੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਗੁਰ ਇਤਿਹਾਸ ਜਿਹੜਾ ਵੈ ਉਹ ਬਿਨਾਂ ਕਰਾਮਾਤਾਂ ਤੋਂ, ਗੈਬੀ ਸ਼ਕਤੀਆਂ ਤੋਂ ਨਿਰੋਲ ਉਹਨਾਂ ਦਾ ਜੀਵਨ ਇਤਿਹਾਸ ਸਾਨੂੰ ਲਿਖਣਾ ਚਾਹੀਦਾ ਵੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪਹਿਲ ਕੀਤੀ, ਬਹੁਤ ਵਧੀਆ ਇਤਿਹਾਸ ਲਿਖਿਆ। ਸਾਰੇ ਨੂੰ ਇਹ ਚਾਹੀਦਾ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਲਿਖਿਆ ਇਤਿਹਾਸ ਪੜ੍ਹਨ। ਦੂਜਾ, ਸਿੱਖ ਮਿਸ਼ਨਰੀ ਕਾਲਜ ਦੀਆਂ ਕਿਤਾਬਾਂ ਦੇ ਵਿੱਚ ਵੀ ਜਿੰਨੀ ਹਿਸਟਰੀ ਹੈਗੀ ਹੈ ਬਹੁਤ ਹੱਦ ਤੱਕ ਗੁਰਮਤਿ ਦੇ ਸਿਧਾਂਤ ਦੇ ਅਨੁਕੂਲ ਹੀ ਲਿਖੀ ਗਈ ਹੈ, ਉਹ ਵੀ ਸਾਨੂੰ ਪੜ੍ਹ ਲੈਣੀ ਚਾਹੀਦੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਨਿਰੋਲ ਇਤਿਹਾਸ ਦੀਆਂ ਜਾਦੂ ਸ਼ਕਤੀਆਂ, ਪੰਡਤਾਂ ਦੇ ਚੱਕਰਾਂ 'ਚ ਪੈ ਕੇ ਅਸੀਂ ਇਹਨਾਂ ਪਾਸੇ ਚਲੇ ਗਏ। ਜੇ ਅਸੀਂ ਗੁਰਬਾਣੀ ਦੀ ਵਿਚਾਰ ਕੀਤੀ ਹੁੰਦੀ ਤੇ ਇਸ ਪਾਸੇ ਨਾ ਜਾਂਦੇ। ਧੰਨਵਾਦ ਜੀ। ਨੈਕਸਟ ਜੀ, ਜਿਨ੍ਹਾਂ ਦੀ ਆਈਡੀ ਹੈ ਪ੍ਰੀਤੀਜ਼ ਆਈਪੈਡ। ਪ੍ਰੀਤੀ ਜੀ ਪਲੀਜ਼ ਅਨਮਿਊਟ ਕਰ ਲਓ। ਸਾਰਿਆਂ ਨੂੰ ਬੇਨਤੀ ਹੈ ਜੀ, ਸਵਾਲ ਵੀ ਛੋਟੇ ਕਰ ਲਓ ਤੇ ਜਵਾਬ ਵੀ ਕਹਿੰਦੇ ਥੋੜੇ ਛੋਟੇ ਕਰ ਲਓ। ਠੀਕ ਹੈ ਜੀ। ਹਾਂਜੀ ਚਲੋ, ਉਹ ਨਹੀਂ ਹਾਂ ਜੀ ਪ੍ਰੀਤੀ ਜੀ ਬੋਲੋ ਜੀ। ਮੈਂ ਗੁਰਪ੍ਰੀਤ ਕੌਰ ਬੋਲ ਰਹੀ ਹਾਂ ਨਿਊ ਜਰਸੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਹਰਜੀਤ ਵੀਰ ਜੀ ਨੇ ਕਿਹਾ ਸੀ ਕਿ ਕੁਐਸਚਨ ਭਾਵੇਂ ਇਸ ਟੌਪਿਕ ਨਾਲ ਰਿਲੇਟਡ ਨਾ ਵੀ ਹੋਵੇ, ਕੋਈ ਵੀ ਕੁਐਸਚਨ ਹੋਵੇ ਤਾਂ ਪੁੱਛ ਲੈਣਾ। ਮੈਂ ਇਸ ਕਰਕੇ ਇਸ ਕੁਐਸਚਨ ਨਾਲ ਆਈ ਹਾਂ। ਕੁਐਸਚਨ ਮੇਰਾ ਗੁਰਬਾਣੀ ਦੇ ਉਚਾਰਨ ਨਾਲ ਰਿਲੇਟਡ ਹੈ। ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਲਫ਼ਜ਼ ਧੱਦਾ, ਭੱਬਾ, ਝੱਜਾ, ਢੱਡਾ ਤੇ ਘੱਗਾ, ਜੇ ਇਹਨਾਂ ਦਾ ਜਾਪ ਸਾਹਿਬ ਦੇ ਹਵਾਲਾ ਦੇ ਕੇ ਜੇ ਥੋੜਾ ਬਹੁਤ ਇਹਨਾਂ ਨੂੰ ਕਲੀਅਰ ਕਰ ਸਕੋ। ਹਾਂਜੀ, ਕੋਈ ਸ਼ਬਦ, ਕੋਈ ਵਰਡ ਦੱਸੋਗੇ ਤੇ ਪਤਾ ਲੱਗੇਗਾ ਨਾ। ਜਿਸ ਤਰ੍ਹਾਂ ਜਾਪ ਸਾਹਿਬ ਦੇ ਵਿੱਚ ਜਿਹੜੀਆਂ ਕੋਈ ਵੀ ਤੁਕਾਂ ਜਿਨ੍ਹਾਂ ਵਿੱਚ ਭੱਬਾ ਧੱਦਾ ਕਾਫੀ ਆਉਂਦਾ ਹੈ। ਦੇਖੋ ਪੰਜਾਬੀ ਦੇ ਵਿੱਚ ਨਾ ਉਚਾਰਨ ਦੇ ਵਿੱਚ ਤੁਸੀਂ ਜਿਵੇਂ ਕਹਿੰਦਾ ਭੱਬਾ, ਪਹਿਲਾਂ ਭ ਕਿਹਾ, ਦੂਜਾ ਭਾ ਨਹੀਂ ਕਿਹਾ, ਭੱਪਾ ਨਹੀਂ ਕਿਹਾ ਤੁਸੀਂ ਨਾ। ਪੰਜਾਬੀ ਦੇ ਵਿੱਚ ਜਦੋਂ ਪਹਿਲੇ ਅੱਖਰ 'ਚ ਭ, ਤ, ਟ, ਡ ਆਏਗਾ ਉਹਦਾ ਸਾਊਂਡ ਸ਼ੁੱਧ ਹੋਏਗਾ, ਸੰਪੂਰਨ ਹੋਏਗਾ। ਹਾਂਜੀ। ਜਦੋਂ ਫਸਟ ਤੋਂ ਬਾਅਦ ਸੈਕਿੰਡ, ਥਰਡ ਤੇ ਆਏਗਾ ਉਹਦਾ ਜਿਹੜਾ ਸ਼ੁੱਧ ਸਰੂਪ ਜਿਹੜਾ ਉਹ ਦਬ ਜਾਏਗਾ, ਉਹਦਾ ਸਵਰ ਬਦਲ ਜਾਏਗਾ। ਜਿਵੇਂ ਮੈਂ ਕਹਿੰਦਾ ਧੱਦਾ ਕਵਾਂਗਾ ਧਰਮ, ਧੱਦਾ ਪਹਿਲਾਂ ਆ ਗਿਆ। ਜੇ ਧੱਦਾ ਦੂਜੇ ਨੰਬਰ ਤੇ ਆ ਜਾਏਗਾ ਦੁੱਧ, ਮੈਂ ਦੁੱਧ ਨਹੀਂ ਕਵਾਂਗਾ, ਮੈਂ ਦੁੱਧ ਕਵਾਂਗਾ, ਦੁੱਧ। ਇਸ ਕਰਕੇ ਭੱਬਾ, ਭਾ ਬੋਲਾਂਗਾ ਭੱਬਾ, ਜਿਹੜਾ ਭ ਹੈ ਅਗਲਾ ਭਾ ਬਣ ਜਾਏਗਾ। ਧੱਧਾ, ਘੱਘਾ, ਪਹਿਲਾ ਕ ਹੈ ਦੂਜਾ ਘ। ਇਹਦਾ ਮਤਲਬ ਇਹ ਵੀ ਪਹਿਲੇ ਅੱਖਰ ਵਾਲਾ ਸ਼ੁੱਧ ਸਰੂਪ ਹੈ। ਜਦੋਂ ਉਹੀ ਅੱਖਰ ਸੈਕਿੰਡ, ਥਰਡ ਨੰਬਰ ਤੇ ਆਏਗਾ ਉਹਦਾ ਸਰੂਪ ਥੋੜਾ ਜਿਹਾ ਬਦਲ ਜਾਏਗਾ। ਤੇ ਸਾਰਾ ਏਦਾਂ ਹੀ ਪੰਜਾਬੀ ਵਿੱਚ ਬੋਲਿਆ ਜਾਂਦਾ ਹੈਗਾ। ਜਿਸ ਤੋਂ ਇੱਕ ਵਾਰੀ ਫੂਲਾ ਸਿੰਘ ਜੀ ਨੇ ਦੱਸਿਆ ਸੀਗਾ ਕਿ ਜਦੋਂ ਵਿੱਚ ਜਾਂ ਸੈਂਟਰ 'ਚ ਆਵੇ ਲਫ਼ਜ਼, ਸ਼ੁਰੂ ਵਿੱਚ ਤਾਂ ਉਸੇ ਤਰ੍ਹਾਂ ਹੀ ਆਏਗਾ, ਜੇ ਸੈਂਟਰ 'ਚ ਹੋਵੇ ਤਾਂ ਉਸ ਤੋਂ ਅੱਗੇ ਦਾ ਜਿਹੜਾ ਧੱਦਾ ਉਹ ਦੱਦਾ ਆ ਜਾਏਗਾ। ਧੱਦਾ। ਹਾਂਜੀ ਬਿਲਕੁਲ, ਮੈਂ ਵੀ ਕਹਿ ਰਿਹਾ ਜੀ, ਬਿਲਕੁਲ ਠੀਕ ਹੈ ਉਹਨਾਂ ਨੇ, ਬਿਲਕੁਲ ਜੀ। ਅੱਛਾ, ਹਾਂਜੀ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਠੀਕ ਹੈ ਜੀ। ਸਰ ਅਮਰੀਕ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮੇਰੀ ਇਹ ਬੇਨਤੀ ਸੀ ਕਿ ਜਿਵੇਂ ਆਪਣਾ ਇਹ ਪੰਡਤਾਂ ਵਾਲੀ ਗੱਲ ਹੈ, ਤੁਰਬਤਾ ਦੀ ਵੀ ਸਿੱਖ ਬੜੇ ਜ਼ਿਆਦਾ ਮੱਥੇ ਟੇਕਦੇ ਨੇ। ਸਾਡੇ ਵੀ ਸ਼ਾਹਬਾਦ ਏਰੀਏ 'ਚ ਹੈਗੀ ਹੈ, ਉੱਥੇ ਅਗਰ ਟਰੱਕ ਲੰਘਦੇ ਨੇ ਜੇ ਮੱਥਾ ਟੇਕ ਕੇ ਨਾ ਜਾਣ ਤੇ ਉਹਨਾਂ ਨੂੰ ਡਰ ਰਹਿੰਦਾ ਹੈ ਕਿ ਸਾਡਾ ਟਰੱਕ ਨਾ ਬੰਦ ਹੋ ਜਾਏ। ਜਿਵੇਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਕੋਲੋਂ ਵੀ ਕਈ ਵਾਰੀ ਟਰੱਕ ਜੇ ਮੱਥਾ ਟੇਕ ਕੇ ਨਾ ਲੰਘਣ ਤੇ ਉਹ ਸਮਝਦੇ ਨੇ ਕਿ ਇੱਥੇ ਸਾਡਾ ਟਰੱਕ ਖਰਾਬ ਹੋ ਜਾਏਗਾ। ਇਹਦੇ ਬਾਰੇ ਤੁਹਾਡੀ ਕੀ ਵਿਚਾਰ? ਜੋਤਸ਼ੀਆਂ ਤਾਂਤਰਿਕਾਂ ਦਾ ਜਿਹੜਾ ਧੰਦਾ ਹੈਗਾ ਨਾ ਉਹ ਡਰ ਦੇ ਬੇਸ ਤੇ ਹੀ ਹੈ ਐਕਚੁਅਲੀ। ਡਰਾ ਕੇ ਇਹ ਨਾ ਕੀਤਾ ਤੇ ਇਹ ਹੋ ਜਾਏਗਾ, ਇਹ ਨਾ ਕੀਤਾ। ਜਿਹੜਾ ਬੰਦਾ ਡਰ ਰਿਹਾ ਨਾ ਉਹਨੂੰ ਸਭ ਤੋਂ ਪਹਿਲਾਂ ਆਪਣਾ ਮਾਨਸਿਕ ਇਲਾਜ ਕਰਾਉਣਾ ਚਾਹੀਦਾ ਹੈ, ਕਿਉਂਕਿ ਇਹ ਮਨ ਨਾਲ ਰਿਲੇਟਡ ਚੀਜ਼ ਹੈਗੀ ਹੈ। ਜਦੋਂ ਅਸੀਂ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਆ ਉਦੋਂ ਮਨ ਸਾਡਾ ਹਰ ਛੋਟੀ ਛੋਟੀ ਚੀਜ਼ ਤੋਂ ਡਰੀ ਜਾਂਦਾ ਹੈਗਾ। ਤੇ ਮਾਨਸਿਕ ਤੌਰ ਤੇ ਕਮਜ਼ੋਰ ਹੋਣ ਦੇ ਦੋ ਤਿੰਨ ਕਾਰਨ ਹੈਗੇ ਨੇ।
ਇੱਕ ਤੇ ਸਾਡੇ ਬ੍ਰੇਨ ਦੇ ਵਿੱਚ ਸੈਰੋਟੋਨਿਨ ਹੋ ਗਿਆ, ਨੋਰ ਐਪੀਨੇਫ੍ਰਿਨ ਹੋ ਗਿਆ, ਜਾਂ ਡੋਪਾਮਾਈਨ ਜਿਹੜਾ ਉਹ ਹੋ ਗਿਆ, ਇੰਬੈਲੈਂਸ ਹੋ ਗਿਆ। ਉਹਦੇ ਕਰਕੇ ਕੈਮੀਕਲ ਇੰਬੈਲੈਂਸ ਦੇ ਕਰਕੇ ਜਦੋਂ ਸਾਡਾ ਮਨ ਕਮਜ਼ੋਰ ਹੁੰਦਾ ਹੈ, ਅਸੀਂ ਹਰ ਛੋਟੀ ਛੋਟੀ ਗੱਲ ਤੋਂ ਡਰਦੇ ਹਾਂ, ਤੂੰ ਆਹ ਨਾ ਕੀਤਾ ਤੇ ਆਹ ਹੋ ਜਾਏਗਾ। ਸਾਡਾ ਮਨ ਸਟਰੋਂਗ ਨਹੀਂ ਹੈ, ਤਕੜਾ ਨਹੀਂ ਹੈ, ਨਿਰਭਉ ਨਹੀਂ ਹੈ। ਦੂਜਾ ਕਾਰਨ ਇਹ ਹੁੰਦਾ ਵੈ ਜੈਵਿਕ ਜੈਨੇਟਿਕ ਕਾਰਨ, ਜਿਹੜਾ ਅਨੁਵੰਸ਼ਿਕ ਕਾਰਨ। ਜੇ ਮਾਪਿਓ ਮਾਤਾ ਪਿਤਾ ਇਹ ਕੰਮ ਕਰਦੇ ਆਏ ਨੇ, ਛੋਟੀ ਛੋਟੀ ਚੀਜ਼ਾਂ ਤੋਂ ਡਰਦੇ ਆਏ ਨੇ, ਦਾਦਾ ਦਾਦੀ ਡਰਦੇ ਆਏ ਨੇ, ਤੇ ਇਹ ਸਾਡੇ ਵੰਸ਼ ਦੇ ਵਿੱਚ ਆ ਜਾਏਗਾ, ਜੈਨੇਟਿਕ ਗੁਣ ਦੇ ਵਿੱਚ ਇਹ ਚੀਜ਼ ਆ ਜਾਏਗੀ, ਅਸੀਂ ਵੀ ਉਹਨਾਂ ਵਾਂਗੂ ਹੀ ਬਿਹੇਵ ਕਰਨ ਲੱਗ ਜਾਵਾਂਗੇ। ਤੇ ਤੀਜਾ ਕਾਰਨ ਇਹ ਹੁੰਦਾ ਵੈ ਸਾਨੂੰ ਜ਼ਿੰਦਗੀ 'ਚ ਕੋਈ ਚੀਜ਼ ਨਾ ਮਿਲੇ, ਸਾਡੀਆਂ ਇੱਛਾਵਾਂ ਮਰ ਜਾਣ, ਦਮਿਤ ਇੱਛਾਵਾਂ ਹੋਣ, ਚਾਹੇ ਸਮਾਜਿਕ ਕਾਰਨ ਕਰਕੇ ਜਾਂ ਮਾਨਸਿਕ ਤੌਰ ਤੇ ਸੱਟ ਲੱਗ ਗਈ, ਜਾਂ ਸਾਡੇ ਨਾਲ ਕਿਤੇ ਮਾੜਾ ਵਿਹਾਰ ਹੋਇਆ ਹੋਵੇ, ਉਦੋਂ ਸਾਡਾ ਮਾਨਸਿਕ ਤੌਰ ਤੇ ਅਸੀਂ ਕਮਜ਼ੋਰ ਹੋ ਜਾਈਏ, ਉਦੋਂ ਵੀ ਅਸੀਂ ਇਹਨਾਂ ਚੀਜ਼ਾਂ ਵੱਲ ਤੁਰ ਪੈਂਦੇ ਹੈਗੇ ਆ। ਇਹ ਤਿੰਨ ਕਾਰਨ ਹੈਗੇ ਨੇ ਮਾਨਸਿਕ ਤੌਰ ਤੇ ਕਮਜ਼ੋਰ ਹੋਣ ਦੇ। ਤੇ ਮਾਨਸਿਕ ਕਮਜ਼ੋਰ ਬੰਦਾ ਜਿਹੜਾ ਹੈ ਉਹ ਹਰ ਚੀਜ਼ ਤੋਂ ਫਿਰ ਡਰ ਡਰ ਕੇ ਹੀ ਇੱਕ ਇੱਕ ਕਦਮ ਰੱਖ ਕੇ ਜ਼ਿੰਦਗੀ ਬਤੀਤ ਕਰਦਾ ਹੈਗਾ। ਇਹਨੂੰ ਠੀਕ ਕਿਵੇਂ ਕਰ ਸਕਦੇ ਆ ਫਿਰ? ਇਹਨੂੰ ਠੀਕ ਕਰਨ ਦਾ ਤਰੀਕਾ ਹੈਗਾ ਵੈ ਕਿ ਆਪਣੇ ਆਪ ਦਾ ਦੋ ਤਿੰਨ ਤਰੀਕੇ ਨੇ। ਐਸੇ ਬੰਦੇ ਦੀ ਇੱਕ ਤਾਂ ਕਾਉਂਸਲਿੰਗ ਕੀਤੀ ਜਾ ਸਕਦੀ ਹੈ, ਉਹਨੂੰ ਸਮਝਾਇਆ ਜਾ ਸਕਦਾ ਵੈ। ਦੂਜਾ, ਅੱਜ ਕੱਲ੍ਹ ਤੇ ਬਹੁਤ ਸਾਰੀਆਂ ਮੈਡੀਸਨ ਆ ਗਈਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਉਹਨੂੰ ਠੀਕ ਕਰ ਸਕਦੇ ਹਾਂ। ਮੈਡੀਸਨ ਦੇ ਨਾਲ ਕਮਜ਼ੋਰ ਮਨ ਵੀ ਜਿਹੜੇ ਤਕੜੇ ਹੋ ਜਾਂਦੇ ਨੇ। ਵੈਸੇ ਤੇ ਕਾਉਂਸਲਿੰਗ ਸਭ ਤੋਂ ਵਧੀਆ ਆਪਸ਼ਨ ਹੈਗੀ ਹੈ ਕਿਸੇ ਵੀ ਕਮਜ਼ੋਰ ਮਨ ਨੂੰ ਤਕੜਾ ਕਰਨ ਵਾਸਤੇ। ਜੇ ਕੋਈ ਸਿੱਖ ਗੁਰਬਾਣੀ ਨੂੰ ਵਿਚਾਰ ਕੇ ਸਮਝ ਕੇ ਪੜ੍ਹਨਾ ਸ਼ੁਰੂ ਕਰ ਦੇ ਤੇ ਗੁਰਬਾਣੀ ਹੀ ਜੀਵਨ ਜਾਚ ਸਿਖਾ ਦਿੰਦੀ ਹੈ ਕਿ ਮਾਨਸਿਕ ਤੌਰ ਤੇ ਅਸੀਂ ਕਿਵੇਂ ਚੜ੍ਹਦੀ ਕਲਾ ਚ ਵੱਧ ਕੇ ਜਿਉਣਾ ਹੈ, ਕਿ ਦੁੱਖ ਨਹੀਂ ਸਭ ਸੁਖ ਹੀ ਹੈ ਰੇ, ਏਕ ਹੈ ਏਕੀ ਨਿਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਗੁਰਬਾਣੀ ਸਿਖਾ ਦਿੰਦੀ ਹੈ ਨਿਰਭਉ ਜਪੈ ਸਗਲ ਭਉ ਮਿਟੈ। ਗੁਰਬਾਣੀ ਸਿਖਾ ਦਿੰਦੀ ਹੈ ਕਿ ਅਸੀਂ ਨਿਰਭੈ ਹੋ ਕੇ ਕਿਵੇਂ ਜ਼ਿੰਦਗੀ ਬਤੀਤ ਕਰਨੀ ਹੈ। ਧੰਨਵਾਦ ਜੀ। ਠੀਕ ਹੈ ਜੀ। ਵਾਹਿਗੁਰੂ ਖਾਲਸਾ ਸਤਨਾਮ ਕੌਰ ਜੀ, ਮੇਰੀ ਬੇਨਤੀ ਹੈ ਜੀ ਸਭ ਨੂੰ ਪਲੀਜ਼ ਥੋੜਾ ਟਾਈਮ ਦਾ ਧਿਆਨ ਰੱਖਣਾ ਜੀ। ਹੈਂਡਸ ਅਜੇ ਵੀ ਕਾਫੀ ਸਾਰੇ ਰੇਜ਼ਡ ਨੇ, ਟਾਈਮ ਥੋੜਾ ਜਿਹਾ ਰਹਿ ਗਿਆ। ਸਤਨਾਮ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗुरु जी की फतेह जी। पहला तो आपने बहुत बहुत मुबारक। मेरा कोई सवाल नहीं है, मैं एक रिक्वेस्ट कर रही हूँ कि किसी वीकेंड से अगर किसी दिन अगर तुम जन्म मरण के सिद्धांत ते विचार वटांदरा करो तो सन बड़ा फायदा होएगा, क्योंकि साढ़े विद्वान बड़ा मतभेद है। कोई इसते कोई इस फिलोसफी ते पैरा देने तो कोई इसके अगेंस्ट बोलते हैं। अगर तुम वीर रजीत सिंह अगर परमिशन दें तो कभी इस टॉपिक से तुम साढ़े भुलेखे दूर कर दो जी। ਕੋਈ ਨਹੀਂ, ਕਦੀ ਦੇਖ ਲਾਂਗੇ ਜੀ, ਜ਼ਰੂਰ ਜੀ, ਕਦੀ ਦੇਖ ਲਾਂਗੇ। ਮੈਂ ਇੱਕ ਟੌਪਿਕ ਸਗੋਂ ਹੋਰ ਚਾਹੁੰਦਾ ਸੀਗਾ, ਆ ਜਿਹੜਾ ਮਾਨਸਿਕ ਡਰ ਦਾ ਟੌਪਿਕ ਹੈਗਾ ਨਾ, ਮਾਨਸਿਕਤਾ ਦਾ, ਇਹ ਸਾਡੇ ਮਨ ਤੇ ਸਰੀਰ ਨਾਲ ਰਿਲੇਟਡ ਹੈਗਾ। ਮੈਂ ਸੋਚਦਾ ਕਦੀ ਇਹ ਟੌਪਿਕ ਲਵਾਂ ਕਿ ਮਾਨਸਿਕ ਤੌਰ ਤੇ ਅਸੀਂ ਕਿਉਂ ਚਿੰਤਾਤੁਰ ਹਾਂ, ਪਰੇਸ਼ਾਨ ਹਾਂ, ਤੇ ਕਿਵੇਂ ਅਸੀਂ ਮਾਨਸਿਕ ਤੌਰ ਤੇ ਨਿਰਭਉ ਤੇ ਨਿਰਵੈਰ ਹੋ ਸਕਦੇ ਹਾਂ। ਸਾਡੇ ਬੋਡੀ ਦੇ ਰੋਗ ਤੇ ਸਾਡੇ ਮਾਨਸਿਕ ਰੋਗ ਕਿਵੇਂ ਦੂਰ ਹੋ ਸਕਦੇ ਨੇ। ਇਹਦੇ ਨਾਲ ਸਾਨੂੰ ਬਹੁਤ ਸਾਰੇ ਜੋਤਸ਼ੀਆਂ, ਤਾਂਤਰਿਕਾਂ, ਪੰਡਤਾਂ ਤੋਂ ਖਹਿੜਾ ਛੁੱਟ ਜਾਏਗਾ, ਕਿਉਂਕਿ ਇਹਨਾਂ ਮਾਨਸਿਕ ਕਮਜ਼ੋਰੀ ਦੇ ਕਰਕੇ ਹੀ ਅਸੀਂ ਇਹਨਾਂ ਦੇ ਕੋਲ ਜਾਂਦੇ ਹਾਂ। ਇਹ ਵੀ ਟੌਪਿਕ ਜ਼ਰੂਰੀ ਹੈ। ਤੁਹਾਡੇ ਵਾਲਾ ਟੌਪਿਕ ਵੀ ਅਸੀਂ ਕਦੀ ਵਿਚਾਰ ਲਵਾਂਗੇ ਕਦੀ। ਤੇ ਵੈਸੇ ਜਿਹੜੀ ਮੈਂ ਵਿਚਾਰ ਕਰਦਾ ਹੁੰਦਾ ਵਾ ਗੁਰਬਾਣੀ ਦੀ, ਉਹਦੇ ਚ ਕਾਫੀ ਥਾਵਾਂ ਦੇ ਉੱਪਰ ਇਹ ਚੀਜ਼ਾਂ ਆ ਜਾਂਦੀਆਂ ਹੁੰਦੀਆਂ ਨੇ। ਧੰਨਵਾਦ ਜੀ। ਹਾਂਜੀ, ਨੈਕਸਟ ਜੀ ਸੁਖਵਿੰਦਰ ਸਿਧਾਨੀ। ਸੁਖਵਿੰਦਰ ਸਿਧਾਨੀ ਪਲੀਜ਼ ਅਨਮਿਊਟ ਕਰ ਲਓ ਜੀ। हो नहीं रहा अनम्यूट, तो फिर नेक्स्ट जिन्हों की आईडी है जी BSK, प्लीज तुसी अनम्यूट करके गल कर। वाहिगुरु जी का खालसा, वाहिगुरु जी की फतेह। मैं मेरे कमेंट ने एक है कि जड़ियां राशियां ने ये वेरी मच लाइक जिस तरह ग्लोब दे उत्ते असी इक्वेटर बनाया होया है ते लैटीट्यूड ते लॉन्गीट्यूड बनाए ने, इसे तरह स्पेशल स्फीयर दे विच 12 हिस्सियां च वंडिया आया ਉਹਨੂੰ। ਹਾਂਜੀ, ਤੇ ਉਹ ਵੀ ਇਮੇਜਿਨਰੀ ਹੈ, ਉਹ ਕੈਲਕੂਲੇਸ਼ਨ ਲਈ, ਐਸਟ੍ਰੋਨੋਮਿਕਲ ਕੈਲਕੂਲੇਸ਼ਨ ਲਈ ਹੁੰਦੀਆਂ ਨੇ। ਤੇ ਇਹ ਰਾਸ਼ੀਆਂ ਇੰਡੀਆ ਵਿੱਚ ਹੋਰ ਨੇ, ਉਹਦੀਆਂ ਲਾਈਨਾਂ ਹੋਰ ਤਰ੍ਹਾਂ ਨੇ, ਤੇ ਵੈਸਟਰਨ ਵਰਲਡ ਦੀਆਂ ਹੋਰ ਤਰ੍ਹਾਂ ਨੇ। ਹੋ ਸਕਦਾ ਚੀਨ ਚ ਤੀਜੇ ਤਰੀਕੇ ਦੀਆਂ ਹੋਣ। ਸੋ ਇਹ ਰਾਸ਼ੀਆਂ ਵੀ ਇੱਕ ਫਰਾਡ ਹੈ basically। it is basically imaginary calculation in astronomy। ਤੀਸਰੀ ਗੱਲ ਹੈ ਕਿ ਮੇਰੀ ਇੱਕ ਸੁਜੈਸ਼ਨ ਹੈਗੀ ਆ, ਤੁਸੀਂ ਕਿਹਾ ਵਾ ਕਿ ਜਿਹੜੀ ਸੈਟਰਨ ਤੋਂ ਲਾਈਟ ਆਉਂਦੀ ਉਹਨੂੰ ਕਈ ਘੰਟੇ ਲੱਗ ਜਾਂਦੇ, ਉਹਨੂੰ ਕਈ ਘੰਟੇ ਨੇ, ਉਹਨੂੰ ਕੁਝ ਮਿੰਟ ਲੱਗਦੇ ਨੇ, ਕਿਉਂਕਿ 4 ਮਿੰਟਾਂ 'ਚ ਸਾਡੀ ਲਾਈਟ
ਉੱਥੋਂ ਆ ਜਾਂਦੀ ਹੈ, ਸੂਰਜ ਤੋਂ ਆ ਜਾਂਦੀ ਹੈ। ਸੈਟਰਨ ਇਜ਼ ਨੀਅਰਰ, ਸੋ ਯੈਸ ਜਦੋਂ ਸਾਨੂੰ ਦਿਸਦੀ ਹੈ ਉਸ ਟਾਈਮ ਤੋਂ ਫਰਕ ਹੁੰਦਾ ਵਾ, ਜਦ ਉਹ ਪਾਸਟ ਵਿੱਚ ਜਾ ਚੁੱਕੀ ਹੈ। ਨੈਪਚੂਨ ਤੇ ਪਲੂਟੋ ਨੇ ਨਾ, ਨੈਪਚੂਨ ਤੇ ਪਲੂਟੋ ਵਗੈਰਾ ਨੇ, ਉਹਨਾਂ ਦੀਆਂ ਸਾਨੂੰ ਕਈ ਘੰਟਿਆਂ 'ਚ ਮਿਲਦੀਆਂ ਨੇ, ਉਹ ਕਾਫੀ ਦੂਰ ਨੇ। ਨਹੀਂ, ਪਰ ਸੂਰਜ ਨਾਲੋਂ ਦੂਰ ਨਹੀਂ ਨੇ, ਸੂਰਜ ਨਾਲੋਂ ਨੇੜੇ ਨੇ। ਨੈਪਚੂਨ ਤੇ ਜੁਪੀਟਰ ਦੋਨੋਂ ਸੂਰਜ ਨਾਲੋਂ ਸਾਡੇ ਨੇੜੇ ਨੇ, ਕਿਉਂਕਿ ਉਹ ਰਿਫਲੈਕਟ ਹੋ ਕੇ ਲਾਈਟਾਂ ਆਉਂਦੀਆਂ ਨੇ। ਐਨੀਵੇ ਮੈਂ ਬੈਸਟ ਨਹੀਂ ਜਾਣਾ ਚਾਹੁੰਦਾ, ਪਰ ਇਟ ਹੈਜ਼ ਟੂ ਬੀ ਕਰੈਕਟਡ। ਮੇਰੇ ਇੰਨੇ ਹੀ ਵਿਚਾਰ ਸਨ ਤੇ ਦੈਟਸ ਇਟ। ਥੈਂਕ ਯੂ, ਧੰਨਵਾਦ ਜੀ। ਹਾਂਜੀ, ਨੈਕਸਟ ਸਟਾਰ ਗੁਰਲਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਅਮਰਪਾਲ ਸਿੰਘ ਜੀ, ਮੈਂ ਤੁਹਾਨੂੰ ਕਹਿਣਾ ਸੀ ਕਿ ਹੁਣੇ ਇੱਕ ਆਪਾਂ ਨੂੰ ਆਇਆ ਨਹੀਂ ਸਟਾਰ ਚੇਤਨ ਸੋਂਧੀ ਦਾ ਜੀ, ਮੈਂ ਭਿੱਖੀਵਿੰਡ ਤੋਂ ਬੋਲ ਰਿਹਾ, ਭਿੱਖੀਵਿੰਡ ਸਬ ਇੰਚਾਰਜ। ਅੱਛਾ ਜੀ। ਉਹ ਵੀਰ ਜੀ ਆਪਣੇ ਕੋਲ ਬੈਠਦੇ ਆ ਜੀ ਇੱਥੇ, 2 ਸਾਲਾ ਪੱਤਰ ਵਿਹਾਰ ਕੋਰਸ ਵੀ ਉਹਨਾਂ ਨੇ ਸ਼ੁਰੂ ਕੀਤਾ ਹੈ। ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਪੂਰਾ ਮਤਲਬ ਪਰਿਵਾਰ ਤੇ ਹਿੰਦੂ ਹੈ ਹੀ ਆ, ਕਰਮਕਾਂਡਾਂ 'ਚ ਬਹੁਤ ਬਿਲੀਵ ਕਰਦੇ ਨੇ ਤੇ ਉਹ। ਪਰ ਵੀਰ ਇੱਦਾਂ ਮਤਲਬ ਵਿਚਾਰਾਂ ਸੁਣ ਕੇ ਜਿੱਦਾਂ ਵੀ ਆਪਣੀ ਸ਼ੌਪ ਆ ਉੱਥੇ ਆਉਂਦੇ ਸੀ ਵੀਰ, ਹੋਰ ਵੀ ਵਿਚਾਰਾਂ ਤੋਂ ਇੰਪ੍ਰੈਸ ਹੋ ਗਿਆ, ਉਹਨੇ ਕੋਰਸ ਵੀ ਸ਼ੁਰੂ ਕੀਤਾ ਤੇ ਉਹਨੂੰ ਅੱਜ ਮੈਂ ਆਪਣੇ ਪਲੇਟਫਾਰਮ ਦਾ ਵੀ ਦੱਸਿਆ ਤੇ ਉਹਨਾਂ ਨੇ ਚਲੋ ਵਧੀਆ ਹੋ ਗਿਆ। ਸਵਾਲ ਮੈਨੂੰ ਵੀ ਕਰਦਾ ਸੀ, ਅੱਜ ਤੁਸੀਂ ਉਹਨਾਂ ਨੂੰ ਥੋੜਾ ਵਧੀਆ ਕਲੀਅਰ ਕਰ ਦਿੱਤਾ ਵਾ। ਹਾਂਜੀ, ਤੇ ਉਹਨਾਂ ਦੇ ਇਹ ਘਰ ਦੇ ਬਿਲਕੁਲ ਸਾਹਮਣੇ ਹੀ ਇੱਕ ਜੋਤਸ਼ੀ ਆ। ਅੱਛਾ ਜੀ। ਉਹ ਜਦੋਂ ਵੀ ਵਾਰ-ਵਾਰ ਮੈਨੂੰ ਕਹਿੰਦੇ ਕਿ ਵੀਰ ਜੀ ਸਾਡੇ ਜਿਹੜੇ ਹਿੰਦੂਇਜ਼ਮ ਨੂੰ ਬਿਲੋਂਗ ਕਰਨ ਵਾਲੇ ਆ ਉਹ ਮੰਦਿਰਾਂ 'ਚ ਠੀਕ ਜਾਂਦੇ, ਪਰ ਪੰਡਤ ਕੋਲ ਬਹੁਤ ਘੱਟ ਜਾਂਦੇ ਆ। ਉਹਦੇ ਮੈਂ ਜਿੰਨੇ ਵੀ ਵਾ ਜ਼ਿਆਦਾਤਰ ਅੰਮ੍ਰਿਤਧਾਰੀ ਸਿੰਘ ਹੀ ਹੁੰਦੇ ਆ ਜਾਂ ਸਿੰਘੜੀਆਂ। ਤੇ ਉਹ ਮੈਂ ਥੋੜਾ ਉਹਦੇ ਬਾਰੇ ਕਲੀਅਰ ਕਰਨਾ ਸੀ, ਸਵਾਲ ਮੇਰਾ ਕੋਈ ਨਹੀਂ ਹੈ ਜੀ। ਬਿਲਕੁਲ ਜੀ, ਇਹ ਗੱਲ ਬਿਲਕੁਲ ਠੀਕ ਹੈ। ਸਾਡੇ ਇੰਗਲੈਂਡ ਦੇ ਵਿੱਚ ਜੋ ਦੇਖਦਾ ਵਾਂ ਮੈਂ, ਉੱਥੇ ਮੁਸਲਮਾਨਾਂ ਦੀਆਂ ਅਖਬਾਰਾਂ ਦੇਖਦਾ, ਉਰਦੂ ਦੀਆਂ ਜਾਂ ਉਹ ਹਿੰਦੂ ਵੀਰਾਂ ਦੀਆਂ ਦੇਖਦਾ, ਹਿੰਦੀ ਦੀਆਂ, ਕਿਸੇ 'ਚ ਵੀ ਕਿਸੇ ਜੋਸ਼ੀ ਤਾਂਤਰਿਕ ਦਾ ਇਸ਼ਤਿਹਾਰ ਨਹੀਂ ਹੁੰਦਾ। ਪਰ ਪੰਜਾਬੀ ਦੀਆਂ ਅਖਬਾਰਾਂ 'ਚ ਡਬਲ ਪੇਜ ਰੰਗੀਨ ਉਹਨਾਂ ਦੇ ਅਖਬਾਰਾਂ ਦੇ ਇਸ਼ਤਿਹਾਰ ਹੁੰਦੇ ਨੇ। ਜੇ 500 ਪਾਉਂਡ ਹਰ ਹਫ਼ਤੇ ਉਹ ਇਸ਼ਤਿਹਾਰ ਇੱਕ ਲਗਾ ਰਹੇ ਨੇ ਤੇ ਇਹਦਾ ਮਤਲਬ 5000 ਪਾਉਂਡ ਕਮਾ ਵੀ ਰਹੇ ਨੇ ਉਹ। ਤੇ ਪੰਜਾਬੀ ਦੀਆਂ ਅਖਬਾਰਾਂ ਪੜ੍ਹਨ ਵਾਲੇ ਸਿੱਖ ਨੇ, ਤੇ ਸਿੱਖ ਜਾਂਦੇ ਨੇ, ਜੋ ਲੁੱਟੇ ਜਾਂਦੇ ਨੇ, ਕਿਸੇ ਨੂੰ ਦੱਸਣ ਜੋਗੇ ਨਹੀਂ ਹੁੰਦੇ ਅਸੀਂ ਲੁੱਟੇ ਗਏ ਹਾਂ। ਤੇ ਏਦਾਂ ਹੀ ਉਹਨਾਂ ਦਾ ਧੰਦਾ ਚੱਲਦਾ ਰਹਿੰਦਾ ਹੈਗਾ। ਹਾਂਜੀ, ਠੀਕ ਹੈ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਟਾਰ ਚਰਨਜੀਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਬਹੁਤ ਵਧਾਈਆਂ ਹੋਣ। ਧੰਨਵਾਦ ਜੀ। ਬਾਕੀ ਇਹ ਸੀ ਵੀ ਇਤਿਹਾਸ ਤੇ ਅਸੀਂ ਹੁਣ ਜਦੋਂ ਕਿਸਾਨ ਅੰਦੋਲਨ ਹੋਇਆ, ਇਹ ਵੀ ਇਤਿਹਾਸ ਸਾਨੂੰ ਚਾਹੀਦਾ। ਵਰਤਮਾਨ 'ਚ ਸ਼ਾਇਦ ਇਹ ਵੀ ਨਹੀਂ ਲਿਖਿਆ ਜਾ ਰਿਹਾ। ਸ਼ਹੀਦ ਊਧਮ ਸਿੰਘ ਜਦੋਂ ਪੜ੍ਹਦੇ ਸੀ ਉਦੋਂ ਅੰਮ੍ਰਿਤਧਾਰੀ ਸੀਗੇ, ਉਹ ਵੀ ਪਾਠ ਜਿਹੜਾ ਉਹ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਜਿਹੜੇ। ਤੇ ਸਾਨੂੰ ਆਪਣਾ ਲਿਖਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ। ਬਿਲਕੁਲ ਜੀ, ਠੀਕ ਹੈ ਜੀ, ਸਾਨੂੰ ਇਤਿਹਾਸ ਲਿਖਣਾ ਚਾਹੀਦਾ ਵੈ, ਅਜੋਕਾ ਵੀ ਤੇ ਲੰਘ ਚੁੱਕਿਆ ਵੀ। ਹਾਂਜੀ, ਧੰਨਵਾਦ ਜੀ। ਨੈਕਸਟ ਸਟਾਰ ਸੁਰਜੀਤ ਸਿੰਘ ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ ਫਤਿਹ। ਗਿਆਨੀ ਜੀ ਬਹੁਤ ਬਹੁਤ ਮੁਬਾਰਕਾਂ ਪਹਿਲੇ ਤੇ। ਧੰਨਵਾਦ ਜੀ। ਮੈਂ ਜੋ ਸਵਾਲ ਹੈ ਕਿ ਬਹੁਤ ਸਾਰੇ ਸਿੱਖਾਂ ਦੇ ਬੜੇ ਪੱਕੇ ਧਾਰਮਿਕ ਵਿਸ਼ਵਾਸ ਜਿਹੜੇ ਹੈ, ਜਿਵੇਂ ਪੰਜਾ ਸਾਹਿਬ ਦਾ ਪੱਥਰ ਤੇ ਕਰਾਉਣਾ ਤੇ ਬੇਦਰ ਦੇ ਵਿੱਚ ਪਾਣੀ ਕੱਢਣਾ, ਗੁਰੂ ਨਾਨਕ ਜੀ ਦਾ, ਗੁਰੂ ਗੋਬਿੰਦ ਸਿੰਘ ਦਾ ਤੀਰ ਮਾਰ ਕੇ ਪਾਣੀ ਕੱਢਣਾ, ਪੰਜਾ ਸਾਹਿਬ ਦੇ ਵਿੱਚ ਰੇਲ ਰੋਕਣੀ, ਮੱਕੇ ਦਾ ਫਿਰਨਾ ਤੇ ਨਾਮਦੇਵ ਦਾ ਮੰਦਿਰ ਕਮਾਉਣਾ, ਇਹ ਅਸਲੀਅਤ ਕਿ ਇਹਦੇ ਵਿੱਚ ਵੀ ਕੋਈ ਕਲਪਨਾ? ਦੇਖੋ, ਗੁਰੂ ਸਾਹਿਬ ਦੇ ਇਤਿਹਾਸ ਨੂੰ ਦੇਵੀ ਦੇਵਤਿਆਂ ਤੇ ਪੁਰਾਣਿਕ ਤਰਜ਼ ਦੇ ਉੱਪਰ ਲਿਖਿਆ ਗਿਆ ਹੈਗਾ, ਕਰਾਮਾਤੀ ਤਰੀਕੇ ਦੇ ਨਾਲ, ਜੋ ਕਿ ਰਿਐਲਿਟੀ ਨਹੀਂ, ਸੱਚਾਈ ਨਹੀਂ ਹੈਗੀ, ਯਥਾਰਥ ਨਹੀਂ ਹੈਗਾ, ਪੁਰਾਣਿਕ ਤਰੀਕੇ ਨਾਲ ਲਿਖਿਆ ਗਿਆ ਵੈ। ਇਹਦੇ ਪਿੱਛੇ ਕੋਈ ਸੱਚਾਈ ਨਹੀਂ ਹੈਗੀ। ਤੇ ਜਦੋਂ ਗੁਰੂ ਸਾਹਿਬਾਨਾਂ ਉੱਪਰ ਭੀੜਾਂ ਪੈਂਦੀਆਂ ਰਹੀਆਂ ਉਦੋਂ ਇਹ ਕੁਛ ਨਹੀਂ ਹੁੰਦਾ ਰਿਹਾ। ਮੈਂ ਇੱਕ ਦੋ ਉਦਾਹਰਨਾਂ ਦੇ ਦਿੰਦਾ। ਜਿਵੇਂ ਸ਼ੇਰੇ ਪੰਜਾਬ ਜਿਹੜਾ ਉਹ ਅਟਕ ਦਰਿਆ ਨੂੰ ਰੋਕ ਲੈਂਦਾ ਵੈ, ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਤੋਂ ਇੱਕ ਬਰਸਾਤੀ ਨਾਲਾ ਸਰਸਾ ਨਹੀਂ ਕਾਬੂ ਆ ਰਿਹਾ ਹੈਗਾ। ਜਾਂ ਜਦੋਂ ਸਾਧ ਸੰਤ ਲੰਗਰ ਵਰਤਾਉਂਦੇ ਨੇ, ਕਹਿੰਦੇ ਟੋਕਰੇ ਤੇ ਕੱਪੜਾ ਪਾਈ ਰੱਖੋ, ਲੰਗਰ ਮੁੱਕਦਾ ਨਹੀਂ ਉਹਨਾਂ ਦਾ, ਟੋਕਰੇ ਦੇ ਪ੍ਰਸ਼ਾਦੇ ਨਹੀਂ ਮੁੱਕਦੇ। ਪਰ ਗੁਰਦਾਸ ਨਗਰ ਦੀ ਗੜੀ ਚ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਤੇ ਮਹਾਨ ਗੁਰਸਿੱਖ, ਉਹ ਵਿਚਾਰੇ ਕਈ ਮਹੀਨੇ 8-9 ਮਹੀਨੇ ਭੁੱਖੇ ਪਾਣੇ ਰਹਿ ਰਹੇ ਨੇ ਉਹਦੇ ਵਿੱਚ, ਉਹਨਾਂ ਦੇ ਪ੍ਰਸ਼ਾਦੇ ਕਿਤੋਂ ਆਉਂਦੇ ਨਹੀਂ ਹਨ। ਜਾਂ ਜਿਹੜੇ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਗਾਇਬ ਹੋ ਕੇ ਇੱਧਰ ਦੀ ਉੱਧਰ ਚਲੇ ਗਏ, ਗੁਰੂ ਨਾਨਕ ਪਾਤਸ਼ਾਹ ਨੇ ਅੱਖਾਂ ਮਿਟੀਆਂ, ਉੱਧਰ ਦੂਜੇ ਪਾਸੇ ਅੱਖਾਂ ਖੋਲੀਆਂ, ਦੂਜੇ ਸ਼ਹਿਰ ਪਹੁੰਚ ਗਏ। ਪਰ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਬੱਚਿਆਂ ਦੀ ਗੱਲ ਆਉਂਦੀ ਹੈ, ਉਹ ਤੇ ਅੱਖਾਂ ਬੰਦ ਕਰਕੇ ਨੀਹਾਂ ਚੋਂ ਕਦੀ ਗਾਇਬ ਨਹੀਂ ਹੁੰਦੇ। ਜਾਂ ਉੱਪਰ ਜਿਹੜੀ ਮਾਤਾ ਗੁਜਰੀ ਜੀ ਬੈਠੇ ਨੇ ਬੁਰਜ ਦੇ ਵਿੱਚ, ਉਹ ਤੇ ਗਾਇਬ ਨਹੀਂ ਹੁੰਦੇ। ਇਸ ਤਰ੍ਹਾਂ ਦੀ ਗੱਲਾਂ ਬਾਬਾ ਬੁੱਢਾ ਜੀ ਤੇ ਪੁੱਤਰ ਦੇ ਰਹੇ ਹੈਗੇ ਨੇ,
ਪਰ ਗੁਰੂ ਨਾਨਕ ਪਾਤਸ਼ਾਹ ਬੀਬੀ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਦੇ ਰਹੇ ਹੈਗੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਨੇ, ਸਾਨੂੰ ਸੋਚਣ ਤੇ ਮਜਬੂਰ ਹੋਣਾ ਪੈਂਦਾ ਵੈ ਕਿ ਗੁਰੂ ਨਾਨਕ ਦੀ ਸਿੱਖੀ ਜਿਹੜੀ ਹੈ ਕਰਾਮਾਤਾਂ ਹੈਗੀਆਂ ਨੇ, ਜਿਵੇਂ ਦੇਵੀ ਦੇਵਤੇ ਕਰਦੇ ਹੁੰਦੇ ਸਨ, ਇਹ ਜੀਵਨ ਜਾਚ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਨੂੰ ਜ਼ਿੰਦਗੀ ਜਿਉਣ ਲਈ ਇੱਕੋ ਇੱਕ ਸਿਧਾਂਤ ਦਿੱਤਾ ਹੈਗਾ, ਉਹ ਹੈਗਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਉਹਦੀ ਰਜ਼ਾ ਵਿੱਚ ਰਹਿਣਾ। ਸੁੱਖ ਆ ਗਿਆ ਦੁੱਖ ਆਇਆ ਸਹਾਰ ਲੈਣਾ, ਨਾ ਕਿ ਕਰਾਮਾਤਾਂ ਦਿਖਾਣੀਆਂ ਸ਼ੁਰੂ ਕਰ ਦੇਣੀਆਂ, ਮੁਰਦਿਆਂ ਨੂੰ ਜਿੰਦਾ ਕਰਨ ਲੱਗ ਜਾਣਾ, ਆਹ ਕਰਨਾ ਜਾਣਾ ਉਹ ਕਰ, ਇਦਾਂ ਦੀਆਂ ਚੀਜ਼ਾਂ ਨਹੀਂ ਹੈ। ਅਸੀਂ ਤੇ ਰੱਬ ਦੇ ਹੁਕਮ ਚ ਉਹਦੀ ਰਜ਼ਾ ਵਿੱਚ ਜ਼ਿੰਦਗੀ ਜੀਨੇ ਆ, ਭਾਵੇਂ ਸੁੱਖ ਆਏ ਦੁੱਖ ਆ ਜਾਏ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਸਾਡਾ ਤੇ ਇਹ ਸਿਧਾਂਤ ਹੈ, ਤੇਰਾ ਕੀਆ ਮਿੱਠਾ ਲੱਗੇ। ਅਸੀਂ ਰੱਬ ਦੀ ਰਜ਼ਾ ਚ ਦਖਲ ਕਰਦੇ ਹੀ ਨਹੀਂ ਆ, ਜੋ ਰੱਬ ਕਰਦਾ ਹੈ ਬਿਲਕੁਲ ਠੀਕ ਕਰਦਾ ਹੈ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਸਾਡਾ ਮਤ ਰਜ਼ਾ ਵਿੱਚ ਰਹਿਣਾ ਹੈਗਾ। ਬਹੁਤ ਧੰਨਵਾਦ ਜੀ। ਧੰਨਵਾਦ। ਹਾਂਜੀ ਹਾਂਜੀ, ਇੱਕ ਵਾਰੀ ਫੇਰ ਰਿਕੁਐਸਟ ਹੈ ਜੀ, ਸੁਖਵਿੰਦਰ ਸਿਧਾਨੀ ਅਗਰ ਜੋ ਪਲੀਜ਼ ਅਨਮਿਊਟ ਕਰਕੇ ਆਪਣੀ ਗੱਲ ਕਰ ਲਓ ਜੀ। ਸੁਖਵਿੰਦਰ ਸਿਧਾਨੀ, ਅੱਗੇ ਵੀ ਅਨਾਉਂਸਮੈਂਟ ਕੀਤੀ, ਉਹਨਾਂ ਨੇ ਅਨਮਿਊਟ ਕੀਤਾ ਨਹੀਂ ਹੈ। ਖੈਰ ਸਰਦਾਰ ਤਜਿੰਦਰ ਸਿੰਘ ਜੀ ਦੁਬਾਰਾ। ਤਜਿੰਦਰ ਸਿੰਘ ਜੀ ਅਨਮਿਊਟ। ਗਿਆਨੀ ਜੀ ਮੈਂ ਆਪ ਜੀ ਨੂੰ ਪੁੱਛਣਾ ਸੀਗਾ ਕਿ ਜਿੱਥੇ ਬਾਕੀ ਤੁਸੀਂ ਨਿਊਮਰੋਲੋਜੀ ਤੇ ਹੋਰ ਸਾਰੀਆਂ ਗੱਲਾਂ ਦੇ ਬਾਰੇ ਦੱਸਿਆ, ਇੱਕ ਬੜਾ ਭੁਲੇਖਾ ਸਾਡੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਤੇ ਇਹ ਜਿਹੜਾ ਨਾਰਥਰਨ ਇੰਡੀਆ ਇਹਦੇ ਚ ਹੈ, ਇੱਕ ਭ੍ਰਿਗੂ ਸੰਹਿਤਾ ਹੈ। ਭ੍ਰਿਗੂ ਸੰਹਿਤਾ ਦੇ ਅੰਦਰ ਕਹਿੰਦੇ ਨੇ ਕਿ ਕਾਫੀ ਪੁਰਾਣੇ ਜਿਹੜੇ ਸਾਡੇ ਤੋਂ ਹੋ ਚੁੱਕੇ ਨੇ, ਉਹਨਾਂ ਸਾਰਿਆਂ ਦਾ, ਸਾਡੇ ਵਰਗੇ ਬੰਦੇ ਪਹਿਲਾਂ ਵੀ ਮਤਲਬ ਹੋਏ ਨੇ, ਤੇ ਉਹਨਾਂ ਦਾ ਸਾਰਾ ਜਿਹੜਾ ਚਿੱਠਾ ਹੈ ਜੀਵਨ ਵਰਤਾਂਤ ਉਹਦੇ ਚ ਲਿਖਿਆ ਹੈ। ਭ੍ਰਿਗੂ ਸੰਹਿਤਾ ਜੇ ਬਕਾਇਦਾ ਪ੍ਰਿੰਟਡ ਹੈ, ਤੇ ਉਹ ਪੰਡਿਤ ਜਿਹੜੇ ਨੇ ਉਹਨਾਂ ਨੂੰ ਜਿਹੜੇ ਜਾ ਕਰਕੇ ਉਹਨਾਂ ਚੋਂ ਪੜ੍ਹ ਕੇ ਦੱਸਦੇ ਨੇ ਕਿ ਤੁਹਾਡੇ ਵਰਗਾ ਇੱਕ ਬੰਦਾ ਫਲਾਣੀ ਜਗ੍ਹਾ ਤੇ ਪੈਦਾ ਹੋਇਆ ਸੀਗਾ ਤੇ ਉਹਦਾ ਜੀਵਨ ਇਸ ਤਰ੍ਹਾਂ ਸੀਗਾ, ਤੇ ਤੁਹਾਡੇ ਨਾਲ ਵੀ ਇਹੀ ਕੁਝ ਜਿਹੜਾ ਹੈ ਉਹ ਵਾਪਰਨ ਵਾਲਾ ਹੈ। ਤੇ ਉਹ ਕਾਫੀ ਮਤਲਬ ਮਾਇਆ ਲੈ ਕਰਕੇ ਤੇ ਇਹੋ ਜਿਹੀ ਕਹਾਣੀ ਜਿਹੜੇ ਚਲਾਉਂਦੇ ਨੇ। ਤੇ ਆਪ ਜੀ ਨੂੰ ਬੇਨਤੀ ਹੈ ਕਿ ਇਹਦਾ ਵੀ ਪਾਠ ਜਿਹੜਾ ਥੋੜਾ ਜਿਹਾ ਉਗਾੜੋ ਤੁਸੀਂ। ਹਾਂਜੀ, ਭ੍ਰਿਗੂ ਸੰਹਿਤਾ ਬਾਰੇ ਨਾ ਮੈਂ ਕਾਫੀ ਇਹਦੇ ਸਟੱਡੀ ਕੀਤਾ ਸੀ, ਜਿਹੜਾ ਹੁਣ ਮੇਰੇ ਦਿਮਾਗ 'ਚ ਇੱਕਦਮ ਐਗਜ਼ੈਕਟ ਨਹੀਂ ਹੈਗਾ। ਪਰ ਹਰਿਦੁਆਰ ਦੇ ਵਿੱਚ ਪਾਂਡਿਆਂ ਨੇ ਵੱਖੋ ਵੱਖਰੀਆਂ ਜਾਤਾਂ ਦੇ ਨਾਂ ਤੇ ਪਾਂਡੇ ਨੇ। ਤੁਸੀਂ ਜਾ ਕੇ ਆਪਣਾ ਪੁੱਛਣਾ ਨਾ ਆਪਣੇ ਬਾਰੇ ਵੀ ਮੇਰੇ ਨਾਲ ਹੋਰ ਕਿੱਥੇ ਹੈ, ਉਹ ਪੁੱਛਣਗੇ ਤੁਹਾਡਾ ਨਾਮ, ਤੁਹਾਡੇ ਪਿਤਾ ਦਾ ਨਾਮ, ਦਾਦੇ ਦਾ ਨਾਮ, ਤੁਹਾਡੀ ਕੁੱਲ, ਤੁਹਾਡਾ ਗੋਤਰ ਪੁੱਛ ਕੇ ਫਿਰ ਕਹਿਣਗੇ ਅੱਛਾ ਆਸ ਕੁੱਲ ਗੋਤਰ ਦੀ ਜਿਹੜੀ ਪਤਨੀ ਆ ਫਲਾਣੇ ਪੰਡਿਤ ਕੋਲ ਤੁਹਾਨੂੰ ਜਾਣਾ ਪਏਗਾ। ਉੱਥੇ ਜਾਓਗੇ, ਉੱਥੇ ਉਹਨਾਂ ਕੋਲ ਪੁਰਾਣੀਆਂ ਵਹੀਆਂ ਪਈਆਂ ਹੋਣਗੀਆਂ ਜਿਹੜੀਆਂ ਉਹ ਕੱਢ ਕੇ ਲੈ ਕੇ ਆਣਗੇ। ਪਰ ਉਹਦੇ ਪਿੱਛੇ ਇੱਕ ਬੜੀ ਚਾਲ ਕੰਮ ਕਰਦੀ ਇਹਨਾਂ ਦੀ। ਉਹ ਜਿਹੜੀ ਚਾਲ ਹੈਗੀ ਆ, ਉਹ ਆਪਸ 'ਚ ਹੀ ਪੋਥੀਆਂ ਇੱਕ ਦੂਜੇ ਨੂੰ ਵਟਾ ਕੇ ਇੱਕ ਦੂਜੇ ਸਾਹਮਣੇ ਪੇਸ਼ ਕਰ ਦਿੰਦੇ ਨੇ, ਗਾਹਕਾਂ ਦੇ ਸਾਹਮਣੇ ਪੇਸ਼ ਕਰਕੇ ਗਾਹਕਾਂ ਨੂੰ ਬੁੱਧੂ ਬਣਾਉਂਦੇ ਨੇ। ਇਹੋ ਜਿਹੀਆਂ ਉਹਨਾਂ ਨੇ ਬਹੁਤ ਸਾਰੀਆਂ ਲਿਖੀਆਂ ਹੁੰਦੀਆਂ ਨੇ। ਭ੍ਰਿਗੂ ਸੰਹਿਤਾ ਇੱਕ ਜਿਹੜੀ ਬਹੁਤ ਵੱਡੀ ਸਾਜ਼ਿਸ਼ ਹੈਗੀ ਹੈ, ਜਿਹੜੀ ਆਮ ਬੰਦੇ ਨੂੰ ਭੁਲੇਖੇ 'ਚ ਪਾ ਦਿੰਦੇ ਨੇ ਵੀ ਸਾਡੇ ਕੋਲ ਨਹੀਂ। ਬੰਦਾ ਸੋਚਦਾ ਹੈ ਕਿ ਨਾ ਇਮਾਨਦਾਰ ਪੰਡਿਤ ਹੈ, ਪੈਸੇ ਤੇ ਵੀ ਕਮਾ ਸਕਦਾ ਸੀਗਾ। ਇਹ ਕਹਿ ਰਿਹਾ ਨਹੀਂ, ਇਹ ਤੇਰੀ ਕੁੱਲ ਗੋਤਰ ਦਾ ਮੈਂ ਨਹੀਂ ਹੈਗਾ ਤੇਰਾ ਪਾਂਦਾ, ਤੇਰਾ ਜਿਹੜਾ ਅਸਲੀ ਪੰਡਿਤ ਹੈ ਉਹ ਫਲਾਣੇ ਕੋਲ ਤੈਨੂੰ ਜਾਣਾ ਪਏਗਾ। ਉਹ ਫਲਾਣੇ ਕੋਲ ਜਾਂਦੇ ਨੇ, ਫਲਾਣੇ ਕੋਲ ਜਾ ਕੇ ਫਿਰ ਫਲਾਣੇ ਨੂੰ ਕਹਿੰਦੇ ਇਦਾਂ ਦਾ ਕਰਕੇ ਮੇਰਾ ਕੁੱਲ ਗੋਤਰ ਹੈ। ਇਹਨਾਂ ਨੇ ਕੁੱਲ ਗੋਤਰ ਸਾਰੇ ਵੰਡੇ ਹੁੰਦੇ ਨੇ, ਤੇ ਜਿਹੜਾ ਵੀ ਆਂਦਾ ਹੈ ਉਹਦਾ ਨਾਮ ਪੁੱਛ ਲੈਂਦੇ ਨੇ, ਉਹਦਾ ਪਿਤਾ ਦਾ ਨਾਮ, ਦਾਦੇ ਦਾ ਨਾਮ ਉਹ ਲਿਖ ਲੈਂਦੇ ਨੇ। ਤੇ ਇਹਨਾਂ ਦੀ ਜਿਹੜੀਆਂ ਪੱਤਰੀਆਂ ਹੁੰਦੀਆਂ ਉਹ ਵੀ ਆਪ ਕੈਮੀਕਲ ਪਾ ਕੇ ਪੁਰਾਣੀਆਂ ਕੀਤੀਆਂ ਹੁੰਦੀਆਂ ਨੇ, ਨਾ ਕਿ ਓਰੀਜਨਲ ਪੁਰਾਣੀਆਂ ਹੁੰਦੀਆਂ ਨੇ। ਜਦੋਂ ਲੈਬੋਰਟਰੀ ਦਾ ਟੈਸਟ ਕਰਕੇ ਦੇਖਾਂਗੇ ਤੇ ਸਭ ਝੂਠ ਸਾਹਮਣੇ ਆ ਜਾਂਦਾ ਇਹਨਾਂ ਦਾ। ਤੇ ਇਦਾਂ ਹੀ ਫਿਰ ਇਹ ਕਈ ਵਾਰੀ ਕੀ ਕਰਦੇ ਨੇ, ਇੱਕ ਦੂਜੇ ਨੂੰ ਪੱਤਰੀਆਂ ਪਹੁੰਚਾ ਦਿੰਦੇ ਨੇ ਵੀ ਸਾਡਾ ਕਮਿਸ਼ਨ ਧਿਆਨ ਰੱਖੀ ਵੀ ਆ ਤੈਨੂੰ ਉੱਥੇ ਪਹੁੰਚਾ ਦਿੰਦੇ ਆ। ਇਹ ਸਾਰਾ ਰਲ ਮਿਲ ਕੇ ਕੰਮ ਚੱਲਦਾ ਉਹਨਾਂ ਦਾ, ਪੰਡਿਆਂ ਦਾ, ਜਿਹਦੇ ਵਿੱਚ ਕੋਈ ਅਸਲੀਅਤ ਨਹੀਂ ਹੈਗੀ। ਜੇ ਕਹੂੰ ਤੇ ਭ੍ਰਿਗੂ ਸੰਹਿਤਾ ਬਾਰੇ ਮੈਂ ਪੂਰੀ ਡਿਟੇਲ ਜਿਹੜੀ ਹੈ ਮੈਂ ਅਗਲੇ ਹਫਤੇ ਤੁਹਾਨੂੰ ਦੱਸ ਸਕਦਾ ਵਾਂ ਇਹਦੇ ਬਾਰੇ। ਪਲੀਜ਼ ਉਹ ਦੱਸਣਾ, ਕਿਉਂਕਿ ਉਹ ਬੜਾ ਭੁਲੇਖਾ ਪਾਊ ਹੈ। ਤੇ ਦਿੱਲੀ ਦੇ ਅੰਦਰ ਵੀ ਰਜੌਰੀ ਗਾਰਡਨ ਅੰਦਰ ਬੜਾ ਅੱਛੀ ਉਹਨਾਂ ਦੀ ਦੁਕਾਨ ਚੱਲ ਰਹੀ ਹੈ। ਇਸ ਤਰ੍ਹਾਂ ਪੰਜਾਬ ਅੰਦਰ ਵੀ ਸ਼ਾਇਦ ਗੁਰਦਾਸਪੁਰ ਦੇ ਲਾਗੇ ਉਹਨਾਂ ਨੇ ਆਪਣਾ ਹੁਸ਼ਿਆਰਪੁਰ ਆਇਆ ਹੋਇਆ, ਹੁਸ਼ਿਆਰਪੁਰ। ਹਾਂ, ਉੱਥੇ ਭੱਜ ਕੇ ਲੋਕੀ ਜਾਂਦੇ ਨੇ ਗੱਡੀਆਂ ਤੇ, ਟ੍ਰੇਨਾਂ ਤੇ, ਹਵਾਈ ਜਹਾਜ਼ਾਂ ਤੇ ਇਸ ਬਾਰੇ ਦੱਸਣ ਦੀ ਲੋੜ ਹੈ ਜੀ। ਉਹ ਬਿਲਕੁਲ ਦੱਸਦੇ ਨੇ ਕਿ ਤੁਹਾਡੇ ਵਰਗਾ ਬੰਦਾ ਫਲਾਣੀ ਜਗ੍ਹਾ ਤੇ ਪੈਦਾ ਹੋਇਆ ਸੀਗਾ। ਤੇ ਜਿਹੜੀ ਤੁਸੀਂ ਹਰਿਦੁਆਰ ਦੀ ਗੱਲ ਕਰ ਰਹੇ ਹੋ, ਉਹ ਤੇ ਜਿੱਥੇ ਦੱਸਦੇ ਨੇ ਵੀ ਤੁਹਾਡੇ ਪੁਰਾਣੇ ਪਿਤਾ ਦੀਆਂ ਅਸਥੀਆਂ ਇੱਥੇ ਆਈਆਂ ਸਨ, ਫਲਾਣੀ ਜਗ੍ਹਾ ਆਈਆਂ ਸਨ, ਤੇ ਉਹ ਤੁਹਾਡੀ ਹਿਸਟਰੀ ਜਿਹੜੀ ਬੈਕਗਰਾਉਂਡ ਦੱਸਦੇ ਨੇ ਵੀ ਤੁਹਾਡਾ ਦਾਦਾ ਪੜਦਾਦਾ ਫਲਾਣ ਲੱਕੜ ਦਾਦਾ ਕੀ ਸੀਗਾ। ਇਹ ਭ੍ਰਿਗੂ ਸੰਹਿਤਾ ਥੋੜੀ ਜਿਹੀ ਡਿਫਰੈਂਟ ਮੈਨੂੰ ਲੱਗਦੀ ਹੈ।
ਤੇ ਆਪ ਵੀ ਕਿਰਪਾ ਕਰਕੇ ਨੈਕਸਟ ਟਾਈਮ ਨੈਕਸਟ ਟਾਈਮ ਮੈਂ ਦੱਸ ਦਾਂਗਾ ਥੋੜਾ ਜਿਹਾ। ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ। ਅੱਜ ਤੋਂ 50 ਸਾਲ ਪਹਿਲੇ ਮੈਂ ਵੀ ਗਿਆ ਸੀਗਾ ਹੁਸ਼ਿਆਰਪੁਰ, ਭ੍ਰਿਗੂ ਸੈਂਤਾ ਪੰਡਤ ਦੇਸਰਾਜ ਦੇ ਉੱਥੇ ਅੱਡੇ ਤੇ ਉੱਥੇ ਸਾਡੇ ਘਰ ਦੇ ਇੱਕ ਮੈਂਬਰ ਨੇ ਆਪਣੀ ਕੁੰਡਲੀ ਦੇ ਕੇ ਤੇ ਉਹਦੇ ਕੋਲੋਂ ਪੱਤਰੇ ਕਢਵਾਏ ਵੀ ਸੀਗੇ। ਅੱਛਾ, ਪੂਰੀ ਉਹਨਾਂ ਦੀ ਜਿਹੜੀ ਉਹ ਸ੍ਰੀ ਵਿਆਖਿਆ ਅਸੀਂ ਰਿਕਾਰਡਿੰਗ ਕੀਤੀ ਸੀਗੀ। ਅੱਛਾ ਜੀ। ਔਰ ਉਹ ਬੜਾ ਇੰਟਰਸਟਿੰਗ ਫਰਾਡ ਸੀਗਾ। ਖੈਰ ਐਨੀਵੇ, ਸਰ ਅਲਬੇਲ ਸਿੰਘ ਜੀ। ਇੰਟਰਸਟਿੰਗ ਫਰਾਡ। ਹਾਂ, 1972 ਦੀ ਗੱਲ ਹੈ, 1972। ਹਾਂਜੀ, ਸਰ ਅਲਬੇਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਮੇਰਾ ਕੁਐਸਚਨ ਇੰਨਾ ਸੀਗਾ ਕਿ ਕੱਲ ਮੇਰੇ ਇੱਕ ਪਰਮ ਮਿੱਤਰ ਹੈ ਨਾ, ਜਿੱਦਾਂ ਆਪਣਾ ਸਿੱਖ ਮਿੱਤਰ, ਉਹ ਮੈਨੂੰ ਇਹ ਕਹਿੰਦਾ ਕਿ ਬਈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਇੱਕ ਵੇਦਾਂ ਦਾ ਹੀ ਜਿੱਦਾਂ ਕਹਿ ਲਓ ਵੀ ਨਿਚੋੜ ਹੈ ਜਾਂ ਪੰਜਵੇਂ ਵੇਦ ਨੇ। ਤੇ ਮੈਨੂੰ ਥੋੜੀ ਜਿਹੀ ਸੱਟ ਵੀ ਲੱਗੀ, ਪਰ ਮੈਂ ਉਹਨੂੰ ਹੁਣ ਕਿੱਦਾਂ ਉਹਦੇ ਨਾਲ ਗੱਲਬਾਤ ਕਰਾਂ, ਤੁਸੀਂ ਮੈਨੂੰ ਮਾੜਾ ਜਿਹਾ ਦੱਸਿਓ। ਗੁਰਬਾਣੀ ਨੇ ਬੜਾ ਸਪਸ਼ਟ ਲਿਖ ਦਿੱਤਾ ਵੀ ਸਾਡੇ ਕਿਸ ਨਾਲ ਝਗੜਾ ਨਹੀਂ ਹੈਗਾ, ਪਰ ਸਾਡੀ ਇੱਕ ਗੱਲ ਬੜੀ ਕਲੀਅਰ ਹੈ, ਹਮਾਰਾ ਝਗੜਾ ਰਹਾ ਨਾ ਕਹੂ, ਪੰਡਿਤ ਮੁੱਲਾ ਛਾੜੇ ਦੋ, ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਿਛੂ ਨਾ ਲਿਆ। ਸਾਡਾ ਨਿਵੇਕਲਾ ਸਿਧਾਂਤ ਹੈ ਜਿਹੜਾ ਕਿਸੇ ਨਾਲ ਮੈਚ ਨਹੀਂ ਕਰਦਾ। ਵੇਦ ਸ਼ਾਸਤਰ ਜਿਹੜੇ ਨੇ ਉਹ ਪਿਤਰਾਂ ਦੀ ਗੱਲ ਕਰਦੇ ਨੇ, ਜਮਦੂਤ ਦੀ, ਧਰਮਰਾਜ ਦੀ, ਚਿਤਰਗੁਪਤ ਦੀ ਗੱਲ ਕਰਦੇ ਨੇ। ਗੁਰਮਤਿ ਇਹਨਾਂ ਸਾਰੀ ਚੀਜ਼ਾਂ ਨੂੰ ਨਕਾਰਦੀ ਹੈ। ਵੇਦ ਸ਼ਾਸਤਰ ਜਿਹੜੇ ਤੀਰਥਾਂ ਯਾਤਰਾ ਦੀ ਗੱਲ ਕਰਦੀ ਹੈ, ਵਰਤ ਰੱਖਣ ਦੀ ਗੱਲ ਕਰਦੀ ਹੈ, ਜਪ ਤਪ, ਧੂਣੀਆਂ ਤਪਾਣੀਆਂ ਜਾਂ ਅੱਖਾਂ ਮੀਟ ਕੇ ਸਮਾਧੀਆਂ ਲੈਣੀਆਂ, ਮਾਲਾ ਫੇਰਨੀਆਂ, ਗੁਰਮਤਿ ਇਹਨਾਂ ਸਾਰੀਆਂ ਗੱਲਾਂ ਦੀ ਨਿਖੇਧੀ ਕਰਦੀ ਹੈ। ਜਿਹੜੇ ਵੇਦ ਸ਼ਾਸਤਰ ਨੇ ਉਹ ਯੱਗ ਹਵਨ ਦੀ ਗੱਲ ਕਰਦੇ ਨੇ, ਸਾਡੇ 'ਚ ਯੱਗ ਹਵਨ ਨੂੰ ਕੋਈ ਥਾਂ ਨਹੀਂ। ਉਹ ਤਿਲਕ ਲਗਾਉਣਾ, ਪੂਜਾ ਅਰਚਨਾ ਕਰਨੀਆਂ, ਥਾਲੀਆਂ ਘੁਮਾਣੀਆਂ, ਦੀਵੇ ਜੋਤਾਂ ਬਾਲਣੀਆਂ, ਗੁਰਮਤਿ ਇਹਨਾਂ ਸਾਰਿਆਂ ਨੂੰ ਨਕਾਰਦੀ। ਇੱਥੋਂ ਸਾਫ਼ ਕਲੀਅਰ ਹੈ ਕਿ ਉਹ ਗੁਰਮਤਿ ਜਿਹੜੀ ਹੈ ਵੇਦਾਂ ਸ਼ਾਸਤਰਾਂ ਦੀ ਵਿਚਾਰਧਾਰਾ ਤੋਂ ਐਨ ਉਲਟ ਹੈਗੀ ਹੈ। ਜਿੱਦਾਂ ਉਹ ਪ੍ਰਮਾਣ ਦਿੰਦੇ ਆ ਨਾ ਕਿ ਲਾਈਕ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਤੇ ਉਹਦੇ ਬਾਰੇ ਵੀ ਥੋੜਾ ਜਿਹਾ ਮਤਲਬ ਕਿੱਦਾਂ ਤੁਸੀਂ ਉਹਨਾਂ ਨੂੰ ਸਮਝਾਓਗੇ? ਹਾਂਜੀ, ਉਹ ਉੱਥੇ ਗੱਲ ਕੀਤੀ ਗਈ ਇੱਕ ਮੁਸਲਿਮ ਵੀਰ ਦੇ ਨਾਲ। ਹਾਂਜੀ, ਵੀ ਮੁਸਲਿਮ ਵੀਰ ਨੂੰ ਕਹਿੰਦੇ ਨੇ ਤੁਸੀਂ ਕਹਿੰਦੇ ਹੋ ਵੇਦਾਂ 'ਚ ਲਿਖਿਆ ਹੋਇਆ ਵੈ ਵੀ ਰੱਬ ਸਾਰਿਆਂ ਵਿੱਚ ਹੈ, ਕਿਤਾਬਾਂ 'ਚ ਲਿਖਿਆ ਹੈ ਕਿ ਰੱਬੁਲ ਆਲਮੀਨ, ਤੇ ਤੂੰ ਕਹਿੰਦਾ ਵੀ ਰੱਬ ਸਾਰਿਆਂ ਵਿੱਚ ਹੈ, ਤੂੰ ਕਹਿੰਦਾ ਵੇਦ ਵੀ ਕਹਿੰਦੇ ਰੱਬ ਸਾਰਿਆਂ ਵਿੱਚ ਹੈ। ਇਹਦਾ ਤੁਸੀਂ ਵਿਚਾਰਦੇ ਨਹੀਂ ਹੋ, ਤੁਸੀਂ ਮੁਰਗੇ ਨੂੰ ਮਾਰੇ, ਉਹਦੇ 'ਚ ਤੁਸੀਂ ਖੁਦਾ ਨਹੀਂ ਦੇਖਦੇ। वेद कतेब को मत झूठे, झूठा जो ना विचारे, जो सब में एक खुदाए कहत हो, तो क्यों मुर्गी मारे? मुल्ला कहू न्याऊ खुदाई तेरे मन का परम ना जाई। इनू कहंदे ने उष्ट, इनू कहंदे ने उष्टर लगुड़ न्याय। उष्टर कहंदे ने ऊंट नू, लगुड़ कहंदे ने लकड़ा नू। ऊंट ते लकड़ा लदियां होण ਉਹ ਉੱਠੇ ਨਾ, ਤੇ ਮਾਲਕ ਕੀ ਕਰਦਾ, ਉਹਨਾਂ ਲੱਕੜਾਂ ਵਿੱਚੋਂ ਇੱਕ ਲੱਕੜ ਕੱਢ ਕੇ ਸੋਟੀਆਂ ਮਾਰ ਕੇ ਉਸ ਊਂਟ ਨੂੰ ਉਠਾ ਕੇ ਵਾਪਸ ਲੱਕੜ ਧੁੰਨ ਦਿੰਦਾ ਹੈ। ਮਤਲਬ ਉਹਨਾਂ ਦੀ ਗੱਲ ਹੈ ਕਿ ਉਹਨਾਂ ਨੂੰ ਸਮਝਾ ਦਿੱਤਾ ਵੀ ਤੁਸੀਂ ਇੱਕ ਪਾਸੇ ਕਹਿੰਦੇ ਹੋ ਰੱਬ ਜਰੇ ਜਰੇ ਕਣ ਕਣ ਵਿੱਚ ਹੈ, ਦੂਜੇ ਪਾਸੇ ਤੁਸੀਂ ਮੁਰਗੀ ਨੂੰ ਮਾਰਿਓ, ਕਿਹਦੇ ਚੋਂ ਨਹੀਂ ਦੇਖ ਰਹੇ। ਉੱਥੇ ਮੁੱਲਾਂ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਉਹਨਾਂ ਹੀ ਵੇਦਾਂ ਕਿਤਾਬਾਂ ਦੀ ਉਹਨਾਂ ਨੂੰ ਉਦਾਹਰਨ ਦੇ ਦਿੱਤੀ ਹੈਗੀ ਹੈ। ਓਕੇ, ਹਾਂਜੀ। ਅੱਛਾ, ਭ੍ਰਿਗੂ ਸਿੰਘ ਦੀ ਵਾਸਤੇ ਨਾ ਮੈਂ ਥੋੜਾ ਜਿਹਾ ਮੈਂ ਦੱਸ ਦੇਣਾ ਤੁਹਾਨੂੰ, ਹੁਸ਼ਿਆਰਪੁਰ ਦੇ ਵਿੱਚ ਹੈਗਾ ਇਹ ਬਿਲਕੁਲ। ਤੇ ਕਹਿੰਦੇ ਨੇ ਵੀ ਦੁਨੀਆ ਦੀ ਜਿਹੜੀ ਕੁੱਲ ਆਬਾਦੀ ਹੈ ਨਾ, ਜਿਹੜੀ ਅੱਜ ਮੌਜੂਦ ਹੈ ਜਾਂ ਕਿਸੇ ਵੀ ਸਮੇਂ ਇਸ ਧਰਤੀ ਤੇ ਮੌਜੂਦ ਰਹੀ, ਉਹਨਾਂ ਸਾਰਿਆਂ ਦੇ ਵੇਰਵੇ ਉਸ ਭ੍ਰਿਗੂ ਗ੍ਰੰਥ ਦੇ ਵਿੱਚ ਦਰਜ ਹੈਗੇ ਨੇ। ਜੇ ਅਸੀਂ ਹਿਸਾਬ ਲਾ ਕੇ ਦੇਖੀਏ ਤੇ 6 ਅਰਬ ਦੇ ਕਰੀਬ ਆਬਾਦੀ, 7 ਅਰਬ ਦੇ ਕਰੀਬ ਆਬਾਦੀ ਹੈਗੀ ਹੈ। ਤੇ ਜੇ ਇੱਕ ਇੱਕ ਵਿਅਕਤੀ ਨਾਲ ਸੰਬੰਧਿਤ ਜਿਹੜਾ ਭੋਜ ਪੁੱਤਰ ਲਿਖਦੇ ਨੇ, ਉਹਦਾ ਭਾਰ ਜੇ 10 ਗ੍ਰਾਮ ਵੀ ਲਾ ਲਿਆ ਜਾਵੇ ਤੇ ਸਮਝ ਲਓ ਵੀ 6 ਅਰਬ ਆਬਾਦੀ ਦਾ 60,000 ਟਨ ਜਿਹੜਾ ਹੈ ਉਹ ਭਾਰ ਭ੍ਰਿਗੂ ਦੇ ਪੱਤਰਾਂ ਦਾ, ਭੋਜ ਪੱਤਰਾਂ ਦਾ ਹੀ ਹੋ ਜਾਏਗਾ, ਜਿਹਨੂੰ ਢੋਣ ਵਾਸਤੇ ਘੱਟੋ ਘੱਟ 6000 ਟਰੱਕ ਚਾਹੀਦੇ ਨੇ। ਤੇ ਉਹ ਆਬਾਦੀ ਹੈ, ਜੇ ਉਹ ਆਬਾਦੀ ਹੈ ਜਿਹੜੀ ਖਤਮ ਹੋ ਚੁੱਕੀ ਹੈ, ਜੇ ਜਿਹੜੀ ਖਤਮ ਹੋ ਗਈ, ਉਹਨਾਂ ਦੇ ਵਾਸਤੇ 10-20 ਹਜ਼ਾਰ ਹੋਰ ਟਰੱਕਾਂ ਦੀ ਲੋੜ ਪਏਗੀ। ਅੱਜ ਦੀ ਆਬਾਦੀ ਲਈ ਜੇ 6000 ਟਰੱਕ ਚਾਹੀਦੇ ਨੇ, ਜਿੰਨੀ ਖਤਮ ਹੋ ਚੁੱਕੀ ਹੈ, 10-20 ਹਜ਼ਾਰ ਟਰੱਕ ਉਹਨਾਂ ਵਾਸਤੇ ਚਾਹੀਦੇ ਨੇ। ਹੁਣ ਉਹਦੇ ਲਈ ਕੀ ਕੀਤਾ ਸੀਗਾ, ਇਹ ਕੀ ਕਰਦੇ ਨੇ, ਜਦੋਂ ਠੱਗੀ ਮਾਰਨੀ ਹੁੰਦੀ ਨਾ, ਤੇ ਜੋਤਸ਼ੀ ਜਿਹੜੇ ਨੇ ਆਪਣੇ ਕਿਸੇ ਏਜੰਟ ਨੂੰ ਨਾਲ ਦੇ ਕਮਰੇ 'ਚ ਬਿਠਾ ਲੈਂਦੇ ਨੇ, ਤੇ ਗਾਹਕ ਤੋਂ ਜੋਤਸ਼ੀ ਜੀ ਉਹਦੇ ਵੇਰਵੇ ਪੁੱਛ ਲੈਂਦੇ ਨੇ, ਤੇ ਗਾਹਕ ਸਾਰਾ ਕੁਝ ਦੱਸ ਦਿੰਦਾ ਆਪਣੇ ਬਾਰੇ। ਤੇ ਉਹ ਕੀ ਕਰਦਾ, ਜਿਹੜਾ ਨਾਲ ਦੇ ਕਮਰੇ 'ਚ ਬੈਠਾ ਹੁੰਦਾ ਹੈ, ਉਹ ਭੋਜ ਪੱਤਰ ਉੱਪਰ ਦਰਜ ਕਰ ਦਿੰਦਾ ਉਸੇ ਵਕਤ ਹੀ ਸੁਣ ਕੇ। ਜਿਵੇਂ ਮੈਂ ਲਾਸਟ ਵੀ ਤੁਹਾਨੂੰ ਦੱਸਿਆ ਸੀ ਨਾ ਕਿ ਬਾਬਾ ਜੀ ਨੇ ਛੋਟਾ ਜਿਹਾ ਅੱਗੇ ਟੇਬਲ ਲਾਇਆ ਹੁੰਦਾ ਹੈ, ਥੱਲੇ ਕੁਰਸੀ ਢਾ ਕੇ ਬੈਠਾ ਦਾ ਬੰਦਾ, ਉਹ ਨਾਲ ਦੇ ਕਮਰੇ 'ਚ ਉਹਨਾਂ ਦਾ ਬੰਦਾ ਬੈਠਾ, ਉਹ ਸਾਰੇ ਵੇਰਵੇ ਦਰਜ ਕਰਦਾ ਵੈ। ਫਿਰ ਇਸ ਭੋਜ ਪੱਤਰ ਨੂੰ ਪੁਰਾਣੇ ਭੋਜ ਪੱਤਰਾਂ ਵਾਲੇ ਬਸਤੇ 'ਚ ਰੱਖ ਦਿੰਦਾ ਵੈ। ਇਹ ਭੋਜ ਪੱਤਰ ਬਕਾਇਦਾ ਕੈਮੀਕਲ ਲਾ ਕੇ ਪੁਰਾਣੇ ਕੀਤੇ ਹੋਏ ਹੁੰਦੇ ਨੇ ਆਲਰੇਡੀ, ਜਿਹਦੇ ਉੱਪਰ ਇਹ ਇੰਦਰਾਜ ਲਿਖਦੇ ਹੈਗੇ ਨੇ। ਉਸ ਤੋਂ ਬਾਅਦ ਕੀ ਕਰਦੇ ਨੇ,
ਜੋਤਸ਼ੀ ਜਿਹੜਾ ਉਹ ਕਹਿੰਦਾ ਬਸਤੇ ਲੈ ਕੇ ਉਹ ਭੋਜ ਪੱਤਰਾਂ ਦੇ ਉਹ ਬਸਤੇ ਲੈ ਕੇ ਆਉਂਦੇ ਨੇ 5-7 ਬਸਤੇ ਲਿਆਂਦੇ ਨੇ ਫਿਰ ਇੱਕ ਬਸਤੇ ਨੂੰ ਫਰੋਲਦਾ ਹੈ ਦੂਜੇ ਨੂੰ ਫਰੋਲਦਾ ਹੈ ਤੀਜੇ ਨੂੰ ਫਰੋਲਦਾ ਹੈ ਫਰੋਲ ਕੇ ਫਿਰ ਆਖਰ ਨਾ 5-7 ਬਸਤੇ ਫਰੋਲਣ ਤੋਂ ਬਾਅਦ ਇੱਕ ਬਸਤੇ ਦੇ ਵਿੱਚੋਂ ਉਸ ਬੰਦੇ ਦੇ ਵੇਰਵੇ ਕੱਢ ਦਿੰਦਾ ਦੇਖ ਆ ਸਾਰੀਆਂ ਗੱਲਾਂ ਲਿਖੀਆਂ ਫਲਾਣੇ ਦੇ ਸਮੇਂ ਦੇ ਵਿੱਚ ਆ ਬੰਦਾ ਹੋਇਆ ਸੀ ਤੇ ਇਸ ਬੰਦੇ ਨੇ ਏਦਾਂ ਦਾ ਉਹਦਾ ਜੀਵਨ ਸੀ ਆ ਕੁਝ ਸੀ ਤੇ ਉਹ ਕੀ ਕਰਦੇ ਨੇ ਆਮ ਜਿਹੜੀਆਂ ਗੱਲਾਂ ਲਿਖੀਆਂ ਉਸ ਬੰਦੇ ਨੂੰ ਆਪ ਲਿਖੀਆਂ ਗੱਲਾਂ ਉਸ ਬੰਦੇ ਨੂੰ ਦੱਸ ਦਿੰਦੇ ਨੇ। ਤੇ ਹੁਸ਼ਿਆਰਪੁਰ ਦੇ ਵਿੱਚ ਇਹ ਜਿਹੜਾ ਪਰਿਵਾਰ ਜੋਤਿਸ਼ ਦੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਇਹ ਕੰਮ ਕਰ ਰਹੇ ਨੇ ਤੇ ਠੱਗੀਆਂ ਕਰਕੇ ਅਰਬਾਂ ਪਤੀ ਬਣ ਗਏ ਨੇ। ਅੱਜ ਵੀ ਇਹ ਜਿਹੜਾ ਭ੍ਰਿਗੂ ਗ੍ਰੰਥ ਵਾਲਾ ਜਿਹੜਾ ਧੰਦਾ ਹੈਗਾ ਚੱਲ ਰਿਹਾ ਹੈਗਾ। ਬਲਕਿ ਜਿਹੜੀ ਭਾਰਤ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ ਨਾ ਕੋਈ 100-200 ਰੁਪਏ ਦੀ ਠੱਗੀ ਮਾਰੇ ਹੁਣ ਤੇ ਫਟਾਫਟ ਫੜ ਕੇ ਜੇਲ੍ਹ ਸੁੱਟ ਦਿੰਦੀ ਹੈ ਪਰ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਕਿਉਂਕਿ ਸਰਕਾਰਾਂ ਦੇ ਨਾਲ ਤੇ ਸਮੇਂ ਦੇ ਅਫਸਰਾਂ ਨਾਲ ਮਿਲ ਕੇ ਇਹ ਚੱਲਦੇ ਨੇ। ਭਾਵ ਜਿਹੜਾ ਬੰਦਾ ਆਪਣੇ ਬਾਰੇ ਦੱਸ ਰਿਹਾ ਨਾ ਮੇਰੇ ਵਰਗਾ ਬੰਦਾ ਦੱਸੋ ਨਾਲ ਦਾ ਬੰਦਾ ਨਾਲ ਦੇ ਕਮਰੇ 'ਚ ਏਜੰਟ ਉਹ ਲਿਖ ਰਿਹਾ ਵੈ ਪੁਰਾਣੇ ਭੋਜ ਪੱਤਰ ਦੇ ਉੱਪਰ ਲਿਖ ਕੇ ਪੁਰਾਣੇ ਬਸਤਰ 'ਚ ਪਾਤਾ ਉਹੀ ਬਸਤੇ ਚੁੱਕ ਕੇ ਸਾਹਮਣੇ ਲਿਆਂਦੇ। ਮਤਲਬ ਜਿੱਦਾਂ ਹਰ ਇਨਸਾਨ ਦੇ ਨਾਲ ਰਲਦਾ ਮਿਲਦਾ ਬੰਦਾ ਹੋਵੇ ਤੇ ਹੁਣ ਦੀ ਆਬਾਦੀ 6-7 ਅਰਬ ਹੈਗੀ ਹੈ ਤੇ ਇੱਕ ਭੋਜ ਪੱਤਰ ਜੇ 10 ਗ੍ਰਾਮ ਦਾ ਵੀ ਹੋਵੇ ਸਮਝ ਲਓ ਵੀ ਕਿੰਨਾ ਭਾਰ ਹੋ ਜਾਏਗਾ। ਲਗਭਗ 60-70 ਹਜ਼ਾਰ ਟਨ ਤੇ ਭੋਜ ਪੱਤਰਾਂ ਦਾ ਹੀ ਭਾਰ ਹੋਏਗਾ। ਉਹ ਵੀ ਜਿਹੜੇ ਮੌਜੂਦਾ ਨੇ ਧਰਤੀ ਤੇ ਜਿਹੜੇ ਪਹਿਲਾਂ ਹੋ ਚੁੱਕੇ ਨੇ ਮਰ ਚੁੱਕੇ ਨੇ ਜੇ ਉਹਨਾਂ ਦੇ ਜੀਵਨ ਵੇਰਵੇ ਕਹੋ ਤੇ 70-80 ਹਜ਼ਾਰ ਜਿਹੜੇ ਉਹ ਟਰੱਕ ਜਿਹੜੇ ਉਹ ਇਕੱਠੇ ਹੋਣਗੇ ਭੋਜ ਪੱਤਰਾਂ ਦਾ ਭਾਰ ਢੋਣ ਵਾਸਤੇ ਤੇ ਇੱਕ ਪੰਡਤ ਜੀ ਦੇ ਕਮਰੇ 'ਚ ਕਿੱਦਾਂ ਆ ਜਾਣਗੇ ਸਾਰੇ। ਮਤਲਬ ਇੱਕ ਬੜਾ ਵੱਡਾ ਫਰਾਡ ਹੈਗਾ। ਉਹ ਗਾਹਕ ਬੋਲੀ ਜਾਂਦਾ ਵੈ ਨਾਲ ਦਾ ਏਜੰਟ ਕਮਰੇ 'ਚ ਲਿਖੀ ਜਾਂਦਾ ਹੈ ਭੋਜ ਪੱਤਰਾਂ ਨੂੰ ਬਸਤੇ 'ਚ ਪਾ ਕੇ ਸਾਹਮਣੇ ਚੁੱਕ ਲਿਆਂਦਾ ਵੈ। ਆ ਅਸਲੀਅਤ ਹੈ ਭ੍ਰਿਗੂ ਗ੍ਰੰਥ ਦੀ। ਹਾਂਜੀ ਸਰ ਵਿਕਰਮਜੀਤ ਸਿੰਘ ਜੀ। ਵਿਕਰਮਜੀਤ ਸਿੰਘ ਜੀ ਅਨਮਿਊਟ ਕਰ ਲਓ। ਹਾਂਜੀ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਬਹੁਤ ਬਹੁਤ ਵਧਾਈਆਂ ਵੀਰ ਜੀ ਆਪ ਜੀ ਨੂੰ। ਧੰਨਵਾਦ ਜੀ। ਇਹ ਕਲਾਸ ਦੇ ਵਿੱਚ ਜਿਤਨੇ ਵੀ ਮਤਲਬ ਕੁਐਸਚਨਸ ਹੋਏ ਬਹੁਤ ਵਧੀਆ ਕੁਐਸਚਨਸ ਹੋਣਗੇ। ਇਹਨਾਂ ਨੂੰ ਸੁਣ ਕੇ ਨਾ ਲਾਸਟ ਵਿੱਚ ਮੈਂ ਆਪਣੇ ਆਫਿਸ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਕੰਮ ਕਰਦਾ ਸੀ ਤੇ ਮੇਰਾ ਅਫੀਸਰ ਸੀ ਨਾ ਉਸਦੇ ਅਸੀਂ ਕੋਲ ਕਦੀ ਵੀ ਜਾਈਏ ਤਾਂ ਕਹਿੰਦੇ ਸੀ ਯਾਰ ਤੁਸੀਂ ਪ੍ਰੋਬਲਮ ਹੀ ਲੈ ਕੇ ਆਉਂਦੇ ਹੋ ਸੋਲੂਸ਼ਨ ਨਹੀਂ ਲੈ ਕੇ ਆਉਂਦੇ ਹੋ। ਤੇ ਇਹ ਜਿਤਨੀਆਂ ਵੀ ਕਿਤਾਬਾਂ ਦੀ ਅਸੀਂ ਗੱਲ ਕਰਦੇ ਹਾਂ ਨਾ ਅੰਧ ਵਿਸ਼ਵਾਸ ਦੀ ਤੇ ਅੱਜ ਤੁਸੀਂ ਫੇਸਬੁੱਕ ਤੇ ਦੇਖੋ ਕਿ ਕਿਤਨੇ ਮਤਲਬ ਉਹ ਇੱਕ ਕਿਤਾਬ ਦੀ ਇਤਨੀ ਐਡ ਆਉਂਦੀ ਹੈ ਕਦੀ ਉਹ ਭਗਵਾਨ ਮੰਤ ਨੂੰ ਦੇ ਕੇ ਕਹਿ ਰਹੇ ਜੀ ਗੁਰੂ ਗੰਗਾ ਗਿਆਨ ਕੁਛ ਇਸ ਤਰ੍ਹਾਂ ਦੀ ਕਿਤਾਬ ਹੈ ਜੀ ਤੇ ਇਸ ਨੂੰ ਪੜ੍ਹਨ ਨਾਲ ਇਹ ਹੋ ਜਾਏਗਾ ਲੇਕਿਨ ਸਾਡਾ ਉਪਰਾਲਾ ਕੋਈ ਨਹੀਂ ਹੈ ਤੇ ਫਿਰ ਅੰਧ ਵਿਸ਼ਵਾਸ ਤੇ बढ़ेगा ਹੀ बढ़ेगा ਨਾ। ਇਸ ਵਾਸਤੇ ਕੋਈ ਰੋਕ ਟੋਕ ਕਿਸ ਤਰ੍ਹਾਂ ਹੋ ਸਕਦੀ ਹੈ ਉਸ ਵਾਸਤੇ ਸਾਨੂੰ ਵੀ ਕੋਈ ਮਤਲਬ ਅੱਜ ਮਲਟੀਮੀਡੀਆ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਪੈਣਗੇ ਵੀ ਇਹ ਵਾਲੀ ਜਿਹੜੀ ਚੀਜ਼ਾਂ ਨੇ ਇਹਨਾਂ ਤੇ ਵਿਸ਼ਵਾਸ ਨਾ ਕੀਤਾ ਜਾਏ। ਆਪ ਜੀ ਦਾ ਕੀ ਕਹਿਣਾ ਇਸ ਬਾਰੇ ਵਿੱਚ? ਐਕਚੁਅਲੀ ਨਾ ਇਹ ਜਿਹੜੇ ਲੋਕ ਨੇ ਇਹ ਸਰਕਾਰਾਂ ਨਾਲ ਮਿਲ ਕੇ ਚੱਲਦੇ ਨੇ ਸਮੇਂ ਦੇ ਆਫਿਸਰਾਂ ਨਾਲ ਮਿਲ ਕੇ ਚੱਲਦੇ ਨੇ ਇਸ ਕਰਕੇ ਇਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ। ਇਹਨਾਂ ਦੇ ਸਮਾਗਮਾਂ ਦੇ ਵਿੱਚ ਵੱਡੇ ਵੱਡੇ ਪੋਲੀਟੀਕਲ ਲੀਡਰ ਆਉਂਦੇ ਨੇ ਤੇ ਜਿੱਥੇ ਪੋਲੀਟੀਕਲ ਲੀਡਰ ਆ ਜਾਣ ਉੱਥੇ ਆਮ ਬੰਦਾ ਤਾਂ ਸੋਚੇਗਾ ਨਾ ਵੀ ਇਹ ਮਾੜੇ ਮੋਟਾ ਬੰਦਾ ਥੋੜੇ ਹੈਗਾ। ਜਿਵੇਂ ਕੁਮਾਰ ਸਵਾਮੀ ਦੀ ਗੱਲ ਕਰ ਲਓ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਫਰਾਡ ਬੀਜ ਮੰਤਰ ਦੇਣ ਵਾਲਾ ਹੈ ਦੁਨੀਆ ਦੇ ਰੋਗ ਦੂਰ ਕਰਨ ਵਾਲਾ ਹੈ ਆਪ ਉਹਨੂੰ ਮੋਟੇ ਚਸ਼ਮੇ ਲੱਗੇ ਨੇ ਉਹਦੇ ਅੱਗੇ ਡਾਕਟਰਾਂ ਦੀ ਟੀਮ ਬੈਠੀ ਹੁੰਦੀ ਜਿਹੜੀ ਲੋਕਾਂ ਨੂੰ ਉਹ ਮੰਤਰ ਲਿਖ ਕੇ ਦਿੰਦੀ ਹੈ। ਉਹਨਾਂ ਡਾਕਟਰਾਂ ਨੂੰ ਕਿਸੇ ਨੂੰ ਬੀਪੀ ਹੋਈ ਕਿਸੇ ਨੂੰ ਸ਼ੂਗਰ ਕੋਈ ਹਾਰਟ ਦਾ ਮਰੀਜ਼ ਹੈ ਕੋਈ ਹੈ ਪਰ ਅਸੀਂ ਅੱਖਾਂ ਦੇਖ ਕੇ ਵੀ ਅੱਖਾਂ ਬੰਦ ਕਰ ਲੈਂਦੇ ਹਾਂ। ਕਿਉਂ? ਸਾਨੂੰ ਕੀ ਲੱਗੇ ਉਹ ਬਿਮਾਰ ਹੈ ਅਸੀਂ ਤੇ ਬੀਜ ਮੰਤਰ ਲੈ ਕੇ ਅਸੀਂ ਠੀਕ ਹੋਣਾ ਵੈ। ਅਸਵਾਰਥ ਦੀ ਨੀਤੀ ਉਹਨਾਂ ਲੋਕਾਂ ਦਾ ਤੋਰੀ ਫੁਲਕਾ ਚਲਾ ਰਹੀ ਹੈ। ਦੂਜਾ ਸਰਕਾਰਾਂ ਨਾਲ ਮਿਲ ਕੇ ਉਹ ਸਾਰਾ ਕੁਝ ਕਰ ਰਹੇ ਨੇ। ਬਕਾਇਦਾ ਸਰਕਾਰਾਂ ਨੂੰ ਕਮਿਸ਼ਨ ਜਾਂਦੇ ਨੇ ਇੱਕ ਬੀਜ ਮੰਤਰ 5000 ਤੋਂ ਸ਼ੁਰੂ ਹੋ ਕੇ 5 ਲੱਖ ਤੱਕ ਜਾਂਦਾ ਉਹਨਾਂ ਦਾ ਬੀਜ ਮੰਤਰ ਤੇ ਉਹਦਾ ਕਮਿਸ਼ਨ ਦੇਣਗੇ ਤੇ ਕਿਉਂ ਨਹੀਂ ਧੰਦਾ ਚੱਲੇਗਾ। ਹਾਲਾਂਕਿ ਤੁਸੀਂ ਹੈਰਾਨ ਮੰਨੋਗੇ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਕਾਨੂੰਨ ਬਣੇ ਹੋਏ ਨੇ ਇਹਦੇ ਖਿਲਾਫ ਵੀ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈਗਾ। ਭਾਰਤੀ ਸੰਵਿਧਾਨ ਜਿਹੜਾ 51A ਐਕਟ ਹੈ ਨਾ 51AH ਇਹ ਡਰੱਗਸ ਤੇ ਮੈਜਿਕ ਰੈਮਡੀ ਐਕਟ ਹੈਗਾ 1954 ਦੇ ਵਿੱਚ ਬਣਿਆ ਸੀ। ਇਹਦਾ 21ਵਾਂ ਐਕਟ ਜਿਹੜਾ ਉਹ 1954 ਜਦੋਂ ਹੋਂਦ ਵਿੱਚ ਆਇਆ ਤੇ ਉਹਦਾ ਕੰਮ ਹੀ ਇਹ ਸੀ ਕਿ ਫਰਾਡ ਕਰਨ ਵਾਲੇ ਜਿਹੜੇ ਜੋਤਸ਼ੀ ਤਾਂਤਰਿਕ ਪੀਰ ਇਹਨਾਂ ਦੇ ਖਿਲਾਫ ਤੁਸੀਂ ਕੇਸ ਕਰ ਸਕਦੇ ਹੋ। ਇਹਦੇ ਤੋਂ ਇਲਾਵਾ ਮੈਂਟਲ ਹੈਲਥ ਐਕਟ ਬਣਿਆ 1987 ਦੇ ਵਿੱਚ ਮਾਨਸਿਕ ਰੋਗਾਂ ਬਾਰੇ ਜਿਹੜਾ ਮਾਨਸਿਕ ਤੌਰ ਤੇ ਕਵੇ ਨੂੰ ਭੂਤ ਹੈ ਇਹਨੂੰ ਪ੍ਰੇਤ ਹੈ ਇਹਨੂੰ ਜਿੰਨ ਹੈ ਉਹਨੂੰ ਵੀ ਸਿੱਧਾ ਜੇਲ੍ਹ 'ਚ ਸੁੱਟਿਆ ਜਾਏ। ਪਰ ਕਮਾਲ ਦੀ ਗੱਲ ਪਤਾ ਕੀ ਹੈ ਬਦਕਿਸਮਤੀ ਇਹ ਹੈ ਕਿ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਸਭ ਨੇ ਸੁਣੀ ਹੋਏਗੀ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਜਿੱਥੇ ਸਰੀਰਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਉਹਦੇ ਵਿੱਚ ਬੜਾ ਵੱਡਾ ਯੱਗ ਹਵਨ ਰੱਖਿਆ। ਪਤਾ ਕਿਉਂ?
ਕਿ ਜੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਭੂਤ ਆ ਗਏ ਨੇ, ਭੂਤਾਂ ਨੂੰ ਕੱਢਣ ਵਾਸਤੇ ਉਹਨਾਂ ਨੇ ਜੋਤਸ਼ੀਆਂ ਤਾਂਤਰਿਕਾਂ ਨੂੰ ਬੁਲਾ ਕੇ ਤੇ ਯੱਗ ਹਵਨ ਕਰਾਏ। ਤੇ ਜਿੱਥੇ ਮੈਡੀਕਲ ਸਾਇੰਸ ਦੇ ਡਾਕਟਰ ਹੀ ਭੂਤਾਂ ਪ੍ਰੇਤਾਂ 'ਚ ਵਿਸ਼ਵਾਸ ਰੱਖ ਕੇ ਆਪਣੀ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਹੀ ਯੱਗ ਹਵਨ ਕਰਾਉਂਦੇ ਹੋਣ, ਉੱਥੇ ਕੀ ਆਸ ਰੱਖੀ ਜਾ ਸਕਦੀ ਹੈ? ਤਰਕ ਦੀ ਕੀ ਆਸ ਰੱਖੀ ਜਾ ਸਕਦੀ ਹੈ? ਸੱਚਾਈ ਦੀ ਕੀ ਆਸ ਰੱਖੀ ਜਾ ਸਕਦੀ ਹੈ ਕਿ ਇਹਨਾਂ ਭੂਤਾਂ ਪ੍ਰੇਤਾਂ ਤੋਂ ਸਾਡਾ ਛੁਟਕਾਰਾ ਹੋਏਗਾ? ਜਿੱਥੇ ਨਾਸਾ ਦੇ ਵਿੱਚ ਕੰਮ ਕਰਨ ਵਾਲੀ ਕਲਪਨਾ ਚਾਵਲਾ ਸਪੇਸ ਵਿੱਚ ਜਾਣ ਵਾਲੀ, ਉਹ ਵੀ ਆਪਣੇ ਨਾਲ ਬਹੁਤ ਸਾਰੀਆਂ, ਮੈਂ ਕੀ ਕਵਾਂ, ਐਸੀਆਂ ਚੀਜ਼ਾਂ ਫਰੋਡ ਵਾਲੀਆਂ ਲੈ ਕੇ ਜਾ ਰਹੀ ਹੈਗੀ ਹੈ, ਜਾਂ ਉਹਨੂੰ ਮੰਨ ਰਹੀ ਹੈ, ਕਾਲਪਨਿਕ ਚੀਜ਼ਾਂ ਨੂੰ ਮੰਨ ਰਹੀ ਹੈ। ਸਾਇੰਸ ਦੇ ਵਿੱਚ ਨਾਸਾ ਦੇ ਵਿੱਚ ਉਹ ਹੈਗੀ ਹੈ, ਔਰ ਸਪੇਸ ਜਿਹੜੀ ਉਹ ਯਾਤਰੀ ਹੈਗੀ ਹੈ, ਐਸਟਰੋਨੌਟ ਹੈ ਉਹ, ਪਰ ਉਹ ਵੀ ਇਹਨਾਂ ਚੀਜ਼ਾਂ ਨੂੰ ਮੰਨ ਰਹੀ। ਤੇ ਅਸੀਂ ਤੁਸੀਂ ਤੇ ਕੀ ਹੈਗੇ ਆ? ਮਤਲਬ ਕਿ ਇਹ ਜਿਹੜੀ ਸਟੱਡੀ ਹੈ ਨਾ, ਅਸੀਂ ਸਿਰਫ ਪੈਸਾ ਕਮਾਉਣ ਲਈ ਸਮਝੀ ਹੋਈ ਹੈ, ਜ਼ਿੰਦਗੀ 'ਚ ਅਪਲਾਈ ਕਰਨ ਲਈ ਨਹੀਂ। ਜਿੱਦਣ ਇਹਨੂੰ ਸਟੱਡੀ ਨੂੰ ਅਸੀਂ ਜ਼ਿੰਦਗੀ 'ਚ ਅਪਲਾਈ ਕਰਾਂਗੇ ਤੇ ਜੋਸ਼ੀ ਤਾਂਤਰਿਕ ਸਾਰੇ ਚਲੇ ਜਾਣਗੇ। ਉਹ ਡਾਕਟਰ ਜਿਹੜੇ ਡਾਕਟਰ ਮੈਡੀਕਲ ਦੀ ਪੜ੍ਹਾਈ ਕਰ ਰਹੇ ਨੇ, ਪਰ ਸਿਰਫ ਪੈਸੇ ਦੇ ਵਾਸਤੇ ਡਾਕਟਰ ਬਣਾਂਗੇ, ਪੈਸਾ ਆਏਗਾ। ਪਰ ਜੇ ਅਪਲਾਈ ਕੀਤਾ ਹੁੰਦਾ ਵੀ ਸਰੀਰਾਂ ਵਿੱਚ ਕੀ ਕੀ ਅਸੀਂ ਖੋਲ ਕੇ ਆਪ ਹੀ ਦੇਖ ਲਿਆ ਵੈ, ਆਪ ਹੀ ਸਰਜਰੀਆਂ ਕਰਕੇ ਦੇਖ ਲਿਆ, ਤੇ ਉਹ ਭੂਤਾਂ ਪ੍ਰੇਤਾਂ ਦੀ ਹੋਂਦ ਤੇ ਯਕੀਨ ਕਰਕੇ ਉੱਥੇ ਯੱਗ ਹਵਨ ਨਾ ਕਰਦੇ। ਜਿੱਥੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਯੱਗ ਹਵਨ ਕਰਾਏ ਜਾ ਰਹੇ ਨੇ ਵੀ ਭੂਤ ਆ ਗਏ ਨੂੰ ਭਜਾਣਾ ਵੈ, ਮੈਡੀਕਲ ਸਾਇੰਸ ਜਿਹੜੇ ਇਹ ਪ੍ਰੋਫੈਸਰ ਸਾਇੰਸ ਦੇ ਇਹ ਕੰਮ ਕਰ ਰਹੇ ਨੇ, ਤੇ ਉੱਥੇ ਬਹੁਤ ਆਸ ਰੱਖਣੀ ਹੈ ਵੀ ਇਸ ਤਰ੍ਹਾਂ ਹੋ ਜਾਏਗਾ। ਜਿੱਥੇ ਫਾਈਟਰ ਪਲੇਨ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਵਾਸਤੇ ਫਾਈਟਰ ਪਲੇਨ ਉਡਾਏ ਜਾਣ ਤੋਂ ਪਹਿਲਾਂ ਨਾਰੀਅਲ ਭਰਨੇ ਜਾਂਦੇ ਨੇ, ਨਿੰਬੂ ਟੰਗੇ ਜਾਂਦੇ ਨੇ। ਜੇ ਨਿੰਬੂ ਦੇ ਨਾਲ ਹੀ ਫਾਈਟਰ ਪਲੇਨ ਦੀ ਰਾਖੀ ਹੋਣੀ ਤੇ ਫਾਈਟਰ ਪਲੇਨ ਦੀ ਲੈਣ ਦੀ ਲੋੜ ਕੀ ਹੈ? ਨਿੰਬੂ ਦੁਸ਼ਮਣਾਂ ਤੇ ਸੁੱਟੋ ਬੰਬ ਵਾਂਗੂ। ਇੱਕ ਪਾਸੇ ਫਾਈਟਰ ਪਲੇਨ ਖਰੀਦੇ ਜਾ ਰਹੇ ਨੇ, ਦੂਜਾ ਨਿੰਬੂ ਟੱਕੇ ਜਾ ਰਹੇ ਨੇ ਉਹਦੇ ਉੱਤੇ। ਕਿੱਥੇ ਕੋਈ ਮਾਨਸਿਕਤਾ ਖੜੀ ਹੈ? ਇਸੇ ਕਰਕੇ ਜਿਹੜਾ ਅਗਿਆਨ ਹੈ ਨਾ, ਜਾਣਕਾਰੀ, ਜਿੰਨਾ ਚਿਰ ਅਸੀਂ ਨੂੰ ਅਮਲ ਵਿੱਚ ਲੈ ਕੇ ਨਹੀਂ ਆਉਂਦੇ, ਉਹਨਾਂ ਚਿਰ ਕੁਝ ਨਹੀਂ ਹੋ ਸਕਦਾ। ਇਸ ਕਰਕੇ ਅਕਸਰ ਇੱਕ ਮੈਂ ਗੱਲ ਕਹਿਣਾ ਹੁੰਨਾ ਕਿ ਐਜੂਕੇਸ਼ਨ ਜਿਹੜਾ ਨਾ, ਉਹ ਤੱਥ ਸਿੱਖਣ ਦਾ ਨਾਮ ਨਹੀਂ ਹੈ, ਮਨ ਨੂੰ ਸੋਚਣ ਦੀ ਟ੍ਰੇਨਿੰਗ ਦੇਣ ਦਾ ਨਾਮ ਹੈ। ਐਜੂਕੇਸ਼ਨ ਇਹ ਨਹੀਂ ਸਾਡੇ ਕੋਲ ਇਨਫੋਰਮੇਸ਼ਨ ਕਿੰਨੀ ਇਕੱਠੀ ਹੋ ਗਈ, ਬਲਕਿ ਐਜੂਕੇਸ਼ਨ ਇਹ ਹੈ ਸਾਡੀ ਸੋਚ ਕਿੰਨੀ ਡਿਵੈਲਪ ਹੋਈ। ਸਾਡੀ ਸੋਚ ਜਿੰਨਾ ਚਿਰ ਡਿਵੈਲਪ ਨਹੀਂ ਹੋਏਗੀ, ਉਹਨਾਂ ਚਿਰ ਤੱਕ ਇਹ ਐਜੂਕੇਸ਼ਨ ਸਾਡੀ ਕਿਸੇ ਕੰਮ ਦੀ ਨਹੀਂ ਹੈ। ਧੰਨਵਾਦ। ਹਾਂਜੀ, ਟਾਈਮ ਸਾਡਾ ਅੱਜ ਦਾ ਖਤਮ ਹੋ ਗਿਆ ਜੀ। ਬਾਕੀ ਜਿਨ੍ਹਾਂ ਦੇ ਹੈਂਡ ਰੇਜ਼ ਨੇ, ਇੱਕ ਸਿਰਫ ਲਾਸਟ ਇੱਕ ਸਰਦਾਰ ਰਜਿੰਦਰ ਸਿੰਘ ਅਲਬਾਮਾ, ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਆਪਣੀ ਸ਼ਾਰਟ ਵਿੱਚ ਗੱਲ ਕਰ ਲੈਣ। ਇਸ ਤੋਂ ਬਾਅਦ ਥੈਂਕ ਯੂ ਜੀ। ਗਿਆਨੀ ਅੰਮ੍ਰਿਤਪਾਲ ਸਿੰਘ ਵੀਰ ਜੀ, ਮੈਂ ਨਾ ਐਸਟ੍ਰੋਨੋਮੀ ਨਾ ਐਸਟ੍ਰੋਲੋਜੀ ਕਿਸੇ ਚੀਜ਼ ਵਿੱਚ ਨਹੀਂ ਬਿਲੀਵ ਕਰਦਾ। ਮੈਂ ਇੱਕ ਚੀਜ਼ ਬਿਲੀਵ ਕਰਦਾ ਜਿਹੜੇ ਕਿ ਸਾਰੇ ਬਿਲੀਵ ਕਰਨਗੇ। ਮੈਂ ਹੁਣੇ ਤੁਹਾਨੂੰ ਦੱਸਾਂਗਾ ਉਹ ਕੀ ਚੀਜ਼ ਹੈ। ਜਿਹੜਾ ਤੁਹਾਨੂੰ ਪਹਿਲੀ ਗੱਲ ਦਾ ਜਿਹੜਾ ਅਵਾਰਡ ਮਿਲਿਆ ਹੈ, ਤੇ ਜਿਹੜਾ ਤਾਂ ਕਾਗਜ਼ੀ ਅਵਾਰਡ ਹੈ ਉਹ ਤੁਸੀਂ ਆਪਣੇ ਕੋਲ ਰੱਖ ਲਓ, ਤੇ ਜਿਹੜਾ ਮੋਨੀਟਰੀ ਹੈ ਉਹਦੀ ਕੋਈ ਵੈਲਿਊ ਹੈ, ਤੇ ਉਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਵੰਡ ਛਕਣ ਵਾਸਤੇ ਤੁਸੀਂ ਮੇਰੇ ਨਾਲ ਸ਼ੇਅਰ ਕਰ ਲਓ। ਕਿਉਂਕਿ ਅੱਜ ਕੱਲ੍ਹ ਸਾਰੀ ਗੱਲ ਪੈਸੇ ਤੇ ਮੁੱਕਦੀ ਹੈ, ਪੈਸੇ ਤੇ ਸ਼ੁਰੂ ਹੁੰਦੀ ਹੈ। ਸੋ ਬੰਦਾ ਭਾਵੇਂ ਜਿੰਨੀਆਂ ਮਰਜ਼ੀਆਂ ਫਿਲਾਸਫੀਆਂ ਤੇ ਮਾਰ ਕਰ ਲੈ, ਜਦੋਂ ਸਟੋਰ ਵਿੱਚ ਜਾਂਦਾ ਹੈ ਜੇ ਪੈਸੇ ਨਾ ਹੋਣ ਤੇ ਗਾਹਕ ਚੀਜ਼ ਨਹੀਂ ਦਿੰਦਾ। ਸੋ ਹਰ ਚੀਜ਼ ਜਿਹੜੀ ਕੈਸ਼ ਰਜਿਸਟਰ ਵਿੱਚ ਫਿੱਟ ਨਹੀਂ ਨਾ ਹੁੰਦੀ, ਉਹ ਕਿਸੇ ਲਾਭ ਦੀ ਨਹੀਂ। ਸੋ ਇਸ ਵਾਸਤੇ ਜਿਹੜਾ ਤੁਹਾਨੂੰ ਮੋਨੀਟਰੀ ਅਵਾਰਡ ਹੈ, ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਸ਼ੇਅਰ ਕਰਨ ਵਾਸਤੇ ਮੇਰੇ ਨਾਲ ਜ਼ਰੂਰ ਹਿੱਸਾ ਪਾਣਾ। ਬੜੀ ਬੇਨਤੀ ਹੈ ਤੁਹਾਡੇ ਨਾਲ, ਔਰ ਮੈਨੂੰ ਪੂਰੀ ਆਸ਼ਾ ਹੈ ਕਿ ਤੁਸੀਂ ਜ਼ਰੂਰ ਕਿ ਇੰਨੇ ਗੁਰਮੁਖ ਹੋ ਕਿ ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।